ਆਸਾ ਮਹਿਲਾ ਪਹਿਲਾ। ਆਸਾ ਮਹਿਲਾ ਪਹਿਲਾ। ਆਸਾ ਰਾਗ ਦਾ ਇਹ ਸ਼ਬਦ ਹੈ ਤੇ ਪਹਿਲੇ ਪਾਤਸ਼ਾਹ ਜੀ ਦਾ ਇਹ ਉਚਾਰਨ ਕੀਤਾ ਹੋਇਆ ਹੈ। ਅਸਲ ਵਿੱਚ ਕਿਸੇ ਗੱਲ ਨੂੰ ਬਾਰ-ਬਾਰ ਇਸ ਕਰਕੇ ਦੁਹਰਾਇਆ ਜਾਂਦਾ ਹੈ ਤਾਂ ਕਿ ਉਹ ਗੱਲ ਸਾਡੀ ਪਕੜ ਵਿੱਚ ਚੰਗੀ ਤਰ੍ਹਾਂ ਆ ਜਾਏ। ਕਈ ਵਾਰੀ ਅਸੀਂ ਪਾਠ ਕਰਦੇ ਹਾਂ, ਬੱਚਿਆਂ ਤੋਂ ਸਵਾਲ ਕੀਤਾ ਜਾਂਦਾ ਹੈ, ਬੇਟਾ ਜੀ ਤੁਸੀਂ ਪੜ੍ਹਿਆ ਰਾਮਕਲੀ ਮਹਿਲਾ ਤੀਜਾ, ਰਾਮਕਲੀ ਦਾ ਕੀ ਮਤਲਬ ਹੈ, ਰਾਮਕਲੀ ਕੌਣ ਹੈ? ਬੱਚਾ ਚੁੱਪ ਕਰ ਜਾਂਦਾ ਹੈ। ਉਹਨੂੰ ਪਤਾ ਨਹੀਂ ਵੀ ਇਹ ਰਾਗ ਦਾ ਨਾਮ ਹੈ ਜਾਂ ਕਿਸੇ ਹੋਰ ਦਾ ਨਾਮ ਹੈ। ਕਿਉਂ? ਕਿਉਂਕਿ ਦੁਹਰਾਇਆ ਨਹੀਂ। ਅਸੀਂ ਆਪਣੇ ਬੱਚਿਆਂ ਦੇ ਨਾਲ ਇਹ ਵਿਚਾਰ ਸਾਂਝੀ ਨਹੀਂ ਕੀਤੀ। ਸ਼ਲੋਕ ਮਹਿਲਾ ਪਹਿਲਾ ਜਾਂ ਸ਼ਲੋਕ ਮਹਿਲਾ ਦੂਜਾ ਅਸੀਂ ਪੜ੍ਹਦੇ ਹਾਂ, ਪਰ ਜਦੋਂ ਬੱਚਿਆਂ ਨੂੰ ਪੁੱਛੀਏ ਸ਼ਲੋਕ ਕੀ ਹੈ ਤੇ ਬੱਚਾ ਚੁੱਪ ਕਰ ਜਾਂਦਾ ਹੈ। ਵੱਡਿਆਂ ਨੂੰ ਪੁੱਛੀਏ, ਕਈ ਵਾਰ ਵੱਡੇ ਵੀ ਚੁੱਪ ਕਰ ਜਾਂਦੇ ਨੇ। ਹੁਣ ਜੇ ਅਸੀਂ ਇਕੱਠੇ ਹੋਏ ਹਾਂ, ਪਹਿਲਾਂ ਵੀ ਇਹ ਆਇਆ ਆਸਾ ਮਹਿਲਾ ਪਹਿਲਾ, ਉਹਦੇ ਵਿੱਚ ਵੀ ਇਹ ਗੱਲ ਅਸੀਂ ਦੁਹਰਾਈ ਹੈ, ਯਾਦ ਕੀਤੀ ਕਿ ਆਸਾ ਰਾਗ ਦਾ ਨਾਮ ਹੈ, ਮਹਿਲਾ ਪਹਿਲਾ ਇਹਦਾ ਅਰਥ ਹੈ ਪਹਿਲੇ ਪਾਤਸ਼ਾਹ ਜੀ ਦਾ ਇਹ ਸ਼ਬਦ ਹੈ। ਜਦੋਂ ਇੰਟਰਵਿਊ ਹੁੰਦੀ ਨਾ, ਕਈ ਵਾਰੀ ਸਾਡੀ ਸੇਵਾ ਲੱਗਦੀ ਹੈ ਵੀ ਗ੍ਰੰਥੀ ਸਿੰਘ ਦੀ ਸੇਵਾ ਵਾਸਤੇ ਆਏ ਨੇ, ਆਪ ਜੀ ਇਹਨਾਂ ਦੀ ਇੰਟਰਵਿਊ ਲਓ, ਤੇ ਕਈ ਵਾਰ ਹੈਰਾਨ ਹੋ ਜਾਈਦਾ ਹੈ। ਸਵਾਲ ਪੁੱਛਿਆ ਜਾਂਦਾ ਕਿ 9ਵੇਂ ਮਹੱਲੇ ਦੇ ਸ਼ਲੋਕ ਕਿਹਨਾਂ ਦੇ ਉਚਾਰਨ ਕੀਤੇ ਨੇ। ਸਾਹਮਣੇ ਵਾਲਾ ਸੋਚਣ ਲੱਗ ਪੈਂਦਾ ਵੀ ਕਿਹਦੇ ਉਚਾਰਨ ਹੈ, ਹਾਲਾਂਕਿ ਸਵਾਲ ਦੇ ਵਿੱਚ ਹੀ ਜਵਾਬ ਹੈ। ਕਿਉਂਕਿ ਕਈ ਵਾਰੀ ਬਹੁਤ ਛੋਟੀ ਜਿਹੀ ਲੱਗਦੀ ਹੋਈ ਗੱਲ ਵੀ ਅਸੀਂ ਧਿਆਨ ਦੇ ਨਾਲ ਨਾ ਸੁਣੀਏ, ਸਾਨੂੰ ਸਮਝ ਨਹੀਂ ਆਏਗੀ। ਸੋ ਆਸਾ ਰਾਗ ਦਾ ਨਾਮ ਹੈ, ਮਹਿਲਾ ਪਹਿਲਾ ਪਹਿਲੇ ਪਾਤਸ਼ਾਹ ਜੀ ਦਾ ਇਹ ਸ਼ਬਦ ਹੈ। ਸਾਨੂੰ ਹੁਣ ਪਤਾ ਲੱਗ ਜਾਣਾ ਚਾਹੀਦਾ ਕਿ ਉਹ ਸਿਰਲੇਖ ਆਵੇ, ਸਿਰਲੇਖ ਦਾ ਮਤਲਬ ਕੀ ਹੈ, ਰਾਗ ਕਿੰਨੇ ਨੇ ਗੁਰੂ ਗ੍ਰੰਥ ਸਾਹਿਬ ਵਿੱਚ, ਸਾਨੂੰ ਇਹਦੀ ਜਾਣਕਾਰੀ ਹੋਣੀ ਚਾਹੀਦੀ ਹੈ। ਕਿੰਨੇ ਗੁਰੂਆਂ ਦੀ ਬਾਣੀ ਹੈ, ਸਾਨੂੰ ਜਾਣਕਾਰੀ ਹੋਣੀ ਚਾਹੀਦੀ ਹੈ। ਕਿੰਨੇ ਭਗਤਾਂ ਦੀ ਬਾਣੀ ਹੈ, ਇਹ ਵੀ ਸਾਨੂੰ ਜਾਣਕਾਰੀ ਹੋਣੀ ਚਾਹੀਦੀ ਹੈ। ਗੁਰੂ ਪਿਆਰ ਵਾਲਿਓ, ਅੱਜ ਗੁਰੂ ਸਾਹਿਬ ਜੀ ਨੇ ਸਾਡੇ ਤੇ ਕਿਰਪਾ ਕੀਤੀ ਹੈ। ਅੱਜ ਅਸੀਂ ਮਿਲ ਕੇ ਬੈਠੇ ਹਾਂ, ਔਰ ਮਿਲ ਕੇ ਵੀ ਇਸ ਤਰੀਕੇ ਦੇ ਨਾਲ ਬੈਠੇ ਹਾਂ ਕਿ ਅਸੀਂ ਆਪਸ 'ਚ ਵਿਚਾਰ ਕਰ ਸਕੀਏ। ਆਓ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਹਾਸਲ ਕਰੀਏ। ਆਸਾ ਮਹਿਲਾ ਪਹਿਲਾ, ਆਸਾ ਰਾਗ ਦਾ ਨਾਮ ਹੈ, ਮਹਿਲਾ ਪਹਿਲਾ ਪਹਿਲੇ ਪਾਤਸ਼ਾਹ ਜੀ ਦਾ ਇਹ ਸ਼ਬਦ ਹੈ। ਹੁਣ ਥੋੜ੍ਹਾ ਜਿਹਾ ਤਰੀਕਾ ਅਸੀਂ ਬਦਲਣ ਜਾ ਰਹੇ ਹਾਂ। ਵੀਰ ਜੀ ਪਹਿਲਾਂ ਪਾਠ ਕਰਨਗੇ 2 ਪੰਕਤੀਆਂ ਦਾ, ਆਪ ਜੀ ਨੇ ਉਸੇ ਤਰ੍ਹਾਂ ਪਿੱਛੇ ਪੜ੍ਹਨਾ ਹੈ। ਉਹ ਨਾਲ ਹੀ ਨਾਲ ਉਹਨਾਂ ਪੰਕਤੀਆਂ ਦੇ ਅਰਥ ਕਰਦੇ ਹੋਏ ਅਸੀਂ ਅੱਗੇ ਜਾਵਾਂਗੇ, ਤਾਂ ਕਿ ਰਿਕਾਰਡਿੰਗ ਵੀ ਜਿਹੜੀ ਹੈ ਉਹ ਵੀ ਪੂਰੀ ਹੋ ਸਕੇ, ਆਪ ਸੰਗਤਾਂ ਤੱਕ ਪਹੁੰਚਣੀ ਹੈ। ਆਓ ਅਸੀਂ ਫਿਰ ਤੋਂ ਇਹ ਪਾਠ ਜਿਹੜਾ ਕਰੀਏ। ਆਸਾ ਮਹਿਲਾ ਪਹਿਲਾ। ਆਖਾਂ ਜੀਵਾਂ ਵਿਸਰੈ ਮਰ ਜਾਉ, ਆਖਣੇ ਔਖਾ ਸਾਚਾ ਨਾਉ, ਸਾਚੇ ਨਾਮ ਕੀ ਲਾਗੈ ਭੂਖ, ਉਤ ਭੂਖੈ ਖਾਏ ਚਲੀਐ ਦੁਖ। ਹਜ਼ੂਰ ਕਹਿੰਦੇ ਨੇ ਆਖਾਂ ਜੀਵਾਂ, ਮੇਰਿਆ ਮਾਲਕਾ ਤੇਰਾ ਨਾਮ ਐਸਾ ਹੈ, ਤੂੰ ਐਸਾ ਹੈ ਕਿ ਜਦੋਂ ਮੈਂ ਤੈਨੂੰ ਆਖਦਾ ਨਾ ਉਦੋਂ ਮੈਂ ਜਿਉਂਦਾ ਹਾਂ। ਇਹਨੂੰ ਸਮਝਣ ਦੇ ਲਈ ਇੱਕ ਗੱਲ ਹੋਰ ਸਮਝ ਲੈਣਾ ਕਿ ਇੱਕ ਹੈ ਸਰੀਰਕ ਜੀਵਨ, ਇੱਕ ਹੈ ਆਤਮਿਕ ਜੀਵਨ। ਸਰੀਰਕ ਜੀਵਨ ਉਦੋਂ ਤੱਕ ਚੱਲਦਾ ਰਹੇਗਾ ਜਦੋਂ ਤੱਕ ਸਾਡੇ ਸਾਹ ਚੱਲਦੇ ਰਹਿਣਗੇ। ਜਿਸ ਵੇਲੇ ਸਾਹ ਰੁਕਿਆ, ਮੌਤ ਹੈ। ਆਤਮਿਕ ਜੀਵਨ ਉਦੋਂ ਤੱਕ ਚੱਲਦਾ ਰਹਿੰਦਾ ਹੈ ਜਦ ਤੱਕ ਸਾਡੇ ਜੀਵਨ ਵਿੱਚ ਸਿਮਰਨ, ਜਦ ਤੱਕ ਸਾਡੇ ਜੀਵਨ ਵਿੱਚ ਪ੍ਰਭੂ ਦੀ ਯਾਦ ਰਹਿੰਦੀ ਹੈ। ਹੁਣ ਜੇ ਕੋਈ ਕਵੇ ਕਿ ਮੈਂ 2 ਘੰਟੇ ਸਾਹ ਲਵਾਂਗਾ ਫਿਰ ਮੇਰੀ ਛੁੱਟੀ ਹੈ, ਕੀ ਸਰੀਰਕ ਤੌਰ ਉੱਤੇ ਜਿਉਂਦਾ ਰਹੇਗਾ? ਨਹੀਂ। ਜਿੰਨਾ ਚਿਰ ਉਹ ਜੀਣਾ ਚਾਹੁੰਦਾ ਹੈ ਉਹਨੂੰ ਓਨਾ ਚਿਰ ਸਾਹ ਲੈਣਾ ਪਵੇਗਾ। ਬਿਲਕੁਲ ਇਸੇ ਤਰੀਕੇ ਦੇ ਨਾਲ ਜਿੰਨਾ ਚਿਰ ਅਸੀਂ ਚਾਹੁੰਦੇ ਹਾਂ ਸਾਡੇ ਅੰਦਰ ਆਤਮਿਕ ਜੀਵਨ ਰਹੇ, ਓਨਾ ਚਿਰ ਸਾਨੂੰ ਰੱਬ ਨੂੰ ਆਖਣਾ ਪਏਗਾ, ਓਨਾ ਚਿਰ ਸਾਨੂੰ ਰੱਬ ਯਾਦ ਹੋਣਾ ਚਾਹੀਦਾ ਹੈ। ਇਸੇ ਕਰਕੇ ਤੇ ਮੇਰੇ ਮਾਲਕ ਕਹਿੰਦੇ ਨੇ ਨਾ, ਉਹ ਇਹ ਨਹੀਂ ਕਹਿੰਦੇ ਕਿ ਤੂੰ 2 ਘੰਟੇ ਜਪ, ਉਹ ਇਹ ਵੀ ਨਹੀਂ ਕਹਿੰਦੇ ਕਿ ਤੂੰ 1 ਪਹਿਰ ਜਪ,
ਜਦੋਂ ਉਹਨਾਂ ਨੇ ਸਮਝਾਇਆ, ਉਹਨਾਂ ਨੇ ਇਹ ਗੱਲ ਕੀਤੀ, ਦਿਨ ਰਾਤੀ ਆਰਾਧੋ ਪਿਆਰੋ, ਨਿਮਖ ਨਾ ਕੀਜੈ ਢੀਲਾ। ਨਿਮਖ ਮਾਤਰ ਵੀ ਢਿੱਲ ਨਾ ਕਰ, ਦਿਨ ਰਾਤੀ ਭਾਵ ਲਗਾਤਾਰ ਤੂੰ ਯਾਦ ਕਰ, ਤਾਂ ਕਿ ਲਗਾਤਾਰ ਤੇਰੇ ਅੰਦਰ ਆਤਮਿਕ ਜੀਵਨ ਬਣਿਆ ਰਹੇ। ਕਿਉਂਕਿ ਜਦ ਤੱਕ ਤੂੰ ਯਾਦ ਰੱਖੇਂਗਾ ਜੀਵਨ, ਆਤਮਿਕ ਜੀਵਨ ਉਦੋਂ ਤੱਕ ਹੀ ਰਹੇਗਾ। ਸਾਹ ਅਸੀਂ ਲੈਂਦੇ ਹਾਂ, ਸਰੀਰ ਚੱਲਦਾ ਹੈ। ਜੇ ਹਰੇਕ ਸਾਹ ਦੇ ਨਾਲ ਅਸੀਂ ਰੱਬ ਨੂੰ ਯਾਦ ਰੱਖਾਂਗੇ, ਸਾਡੇ ਅੰਦਰ ਆਤਮਿਕ ਜੀਵਨ ਵੀ ਚੱਲੇਗਾ। ਇਸੇ ਕਰਕੇ ਗੁਰੂ ਸਾਹਿਬ ਜੀ ਨੇ ਸਾਨੂੰ ਸਮਝਾਇਆ, ਸਾਸ ਸਾਸ ਸਿਮਰੋ ਗੋਬਿੰਦ, ਤਾਂ ਕਿ ਸਰੀਰਕ ਜੀਵਨ ਦੇ ਨਾਲ ਤੇਰਾ ਆਤਮਿਕ ਜੀਵਨ ਵੀ ਚੱਲਦਾ ਰਹੇ। ਅੱਠੇ ਪੈਰ ਸਿਮਰਨ ਦੀ ਗੱਲ ਬਾਰ-ਬਾਰ ਆਉਂਦੀ ਹੈ, ਇਹ ਨਿਸ ਜਪਣ ਦੀ ਗੱਲ ਬਾਰ-ਬਾਰ ਆਉਂਦੀ ਹੈ, ਜਿਹਦਾ ਮਤਲਬ ਹੈ ਲਗਾਤਾਰ ਯਾਦ ਰੱਖੀਏ, ਕਿਉਂਕਿ ਜੀਵਨ ਹੋਏਗਾ ਹੀ ਉਦੋਂ, ਅਧਿਆਤਮਿਕ ਜੀਵਨ ਬਣੇਗਾ ਹੀ ਤਾਂ ਜੇ ਰੱਬ ਚੇਤੇ ਹੋਏਗਾ। ਆਖਾਂ ਜੀਵਾਂ ਵਿਸਰੈ ਮਰ ਜਾਉ। ਜਿਸ ਵੇਲੇ ਰੱਬ ਵਿਸਰਿਆ, ਕਿਉਂਕਿ ਹਜ਼ੂਰ ਆਪਣੀ ਗੱਲ ਕਰ ਰਹੇ ਨਾ, ਆਪਣੇ ਤੇ ਢੁਕਾ ਕੇ ਗੱਲ ਕਰ ਰਹੇ ਨੇ, ਤਾਂ ਕਿ ਸਾਡੇ ਅੰਦਰ ਵੀ ਇਹ ਗੱਲ ਆਏ ਕਿ ਮੇਰਿਆ ਮਾਲਕਾ, ਮੇਰਿਆ ਰੱਬਾ, ਜਿਵੇਂ ਜਿਵੇਂ ਮੈਂ ਤੇਰਾ ਨਾਮ ਸਿਮਰਦਾ ਹਾਂ, ਤਿਉਂ ਤਿਉਂ ਮੇਰੇ ਅੰਦਰ ਆਤਮਿਕ ਜੀਵਨ ਪੈਦਾ ਹੁੰਦਾ ਹੈ। ਪਰ ਜਦੋਂ ਮੈਨੂੰ ਤੇਰਾ ਨਾਮ ਭੁੱਲ ਜਾਂਦਾ ਹੈ, ਮੇਰੀ ਆਤਮਿਕ ਮੌਤ ਹੋ ਜਾਂਦੀ ਹੈ। ਹੁਣ ਦੇਖਣਾ ਹੈ ਕਿ ਸਾਡੇ 'ਚ ਮਰੇ ਹੋਏ ਕਿੰਨੇ ਨੇ। ਬਾਣੀ ਤੇ ਤਾਂ ਹੀ ਪੜ੍ਹੀ ਦੀ ਲਾਹਾ ਹੈ ਨਾ, ਜੇ ਅਸੀਂ ਆਪਣੇ ਅੰਦਰ ਝਾਤ ਮਾਰ ਲਈਏ। ਬਾਬਾ ਫਰੀਦ ਜੀ ਤਾਂ ਕਹਿ ਦਿੰਦੇ ਨੇ, ਕਹਿੰਦੇ ਜਦੋਂ ਮੈਂ ਝਾਤ ਮਾਰਦਾ ਨਾ, ਲਾਸ਼ਾਂ ਤੇ ਬੜੀਆਂ ਨਜ਼ਰ ਆਉਂਦੀਆਂ ਨੇ, ਜਿਉਂਦਾ ਕੋਈ ਕੋਈ ਨਜ਼ਰ ਆਉਂਦਾ ਹੈ। ਜਦੋਂ ਅੰਮ੍ਰਿਤ ਵੇਲੇ ਝਾਤ ਮਾਰੀ ਤੇ ਸੁੱਤੇ ਹੀ ਨਜ਼ਰ ਆਏ, ਕੋਈ ਵਿਰਲਾ ਹੀ ਜਾਗਦਾ ਨਜ਼ਰ ਆਇਆ ਜਿਹੜਾ ਰੱਬ ਨਾਲ ਜੁੜਿਆ। ਬਾਬਾ ਜੀ ਨੇ ਕਹਿ ਦਿੱਤਾ, ਪਿਛਲ ਰਾਤ ਨਾ ਜਾਗਿਓ ਹੈ ਜੀਵੰਦੜੋ ਮਯੋ ਹੈ। ਨਹੀਂ ਹੈ ਆਤਮਿਕ ਜੀਵਨ ਅੰਦਰ, ਮਰੇ ਹੋਏ ਨੇ। ਹਜ਼ੂਰ ਕਹਿੰਦੇ ਨੇ, ਆਖਾਂ ਜੀਵਾਂ ਵਿਸਰੈ ਮਰ ਜਾਓ। ਹੁਣ ਦੇਖੋ, ਪੁਰਾਤਨ ਸਿੱਖਾਂ ਦਾ ਜੀਵਨ, ਉਹਨਾਂ ਦਾ ਇਤਿਹਾਸ ਜਦੋਂ ਅਸੀਂ ਸੁਣਦੇ ਹਾਂ ਨਾ, ਜਦੋਂ ਅਸੀਂ ਦੇਖਦੇ ਹਾਂ, ਸਾਡੇ ਅੰਦਰ ਇੱਕ ਝੁੰਝਣੀ ਜੀ ਪੈਦਾ ਹੁੰਦੀ ਹੈ, ਸਾਡੇ ਅੰਦਰ ਇੱਕ ਮਾਣ ਪੈਦਾ ਹੁੰਦਾ ਹੈ। ਪਰ ਪੁਰਾਤਨ ਸਿੱਖਾਂ ਦਾ ਜੀਵਨ ਅਤੇ ਸਾਡਾ ਜੀਵਨ, ਇਹਨਾਂ ਦੋਹਾਂ ਨੂੰ ਜੇ ਸਾਹਮਣੇ ਰੱਖੀਏ ਤੇ ਜ਼ਮੀਨ ਅਸਮਾਨ ਦਾ ਅੰਤਰ ਹੈ। ਉਧਰ ਖੋਪਰੀ ਤੇ ਉਤਰ ਜਾਂਦੀ ਹੈ, ਪਰ ਕੇਸਾਂ ਨੂੰ ਹੱਥ ਨਹੀਂ ਲਾਣ ਦਿੰਦੇ। ਤੇ ਅੱਜ ਕੱਲ ਤਾਂ ਕੋਈ ਪਿੱਛੇ ਵੀ ਨਹੀਂ ਪਿਆ ਹੋਇਆ। ਮਨੁੱਖ ਖੁਦ ਨਾਈ ਦੀ ਦੁਕਾਨ ਤੇ ਜਾ ਕੇ ਸਿਰ ਝੁਕਾ ਕੇ ਬਹਿ ਰਿਹਾ, ਆਪਣੇ ਆਪ ਨੂੰ ਸਿੱਖ ਕਹਾਉਣ ਵਾਲਾ। ਇਹ ਵੀ ਤੇ ਇੱਕ ਤਰਾਸਦੀ ਏ। ਉਦੋਂ ਬੰਦ-ਬੰਦ ਕੱਟ ਦਿੱਤੇ ਜਾਂਦੇ ਨੇ, ਪਰ ਜੀਵਨ ਵਿੱਚ ਅੰਮ੍ਰਿਤ ਦੇ ਨਾਲ ਸੰਬੰਧ ਨਹੀਂ ਟੁੱਟਦਾ। ਪਰ ਅੱਜ ਇੱਥੇ ਬਾਰ-ਬਾਰ ਕਹਿਣਾ ਪੈਂਦਾ, ਅੰਮ੍ਰਿਤ ਪਾਨ ਕਰੋ। ਬੰਦਾ ਸੁਣ ਕੇ ਇਧਰੋਂ ਤੇ ਦੂਜੇ ਕੰਨ ਤੋਂ ਕੱਢ ਦਿੰਦਾ, ਨਹੀਂ ਸਾਡੇ ਕੰਮ ਦੀ ਗੱਲ ਨਹੀਂ, ਪਤਾ ਨਹੀਂ ਕਿਹਨੂੰ ਕਹਿ ਰਹੇ ਨੇ। ਸਾਨੂੰ ਔਖਾ ਲੱਗਦਾ ਹੈ, ਸਾਨੂੰ ਅੰਮ੍ਰਿਤ ਛਕਣਾ ਔਖਾ ਲੱਗ ਰਿਹਾ ਹੈ। ਸਾਡੇ ਜੀਵਨ ਵਿੱਚ ਤੇ ਪੁਰਾਤਨ ਸਿੱਖਾਂ ਦੇ ਜੀਵਨ ਵਿੱਚ ਅੰਤਰ ਆਉਣ ਦਾ ਕਾਰਨ ਇਹੀ ਹੈ, ਕਿਉਂਕਿ ਉਹ ਆਤਮਿਕ ਤੌਰ ਤੇ ਜਿਉਂਦੇ ਸਨ, ਅਸੀਂ ਆਤਮਿਕ ਤੌਰ ਤੇ ਮਰੇ ਹੋਏ ਹਾਂ। ਸਰੀਰਕ ਤੌਰ ਉੱਤੇ ਤਾਂ ਅਸੀਂ ਵੀ ਜੀ ਰਹੇ ਹਾਂ, ਪਰ ਅਸਲ ਵਿੱਚ ਉਹਨਾਂ ਦੇ ਅੰਦਰ ਆਤਮਿਕ ਜੀਵਨ ਸੀ, ਜਿਸ ਕਰਕੇ ਉਹ ਐਸਾ ਇਤਿਹਾਸ ਸਿਰਜ ਗਏ ਜਿਨ੍ਹਾਂ ਦੀਆਂ ਬਾਤਾਂ ਅਸੀਂ ਪਾਉਂਦੇ ਹਾਂ। ਹਜ਼ੂਰ ਕਹਿੰਦੇ ਨੇ, ਮੇਰਿਆ ਮਾਲਕਾ, ਮੇਰੇ ਅੰਦਰ ਵੀ ਉਦੋਂ ਹੀ ਆਤਮਿਕ ਜੀਵਨ ਪੈਦਾ ਹੁੰਦਾ ਜਦੋਂ ਤੇਰੀ ਯਾਦ ਬਣਦੀ ਹੈ। ਪਰ ਵੇਖੋ ਇੰਨਾ ਫਾਇਦਾ ਇਹਦਾ, ਫਿਰ ਵੀ ਆਖਣ ਦੇ ਵਿੱਚ ਤੇਰਾ ਨਾਮ ਨਾ ਔਖਾ ਲੱਗਦਾ ਹੈ। ਇਹਦਾ ਮਤਲਬ ਇਹ ਨਹੀਂ ਕਹਿਣਾ ਕਿ ਰੱਬ ਦਾ ਨਾਮ ਲੈਣਾ ਬੜਾ ਔਖਾ ਹੈ। ਉਹ ਇੱਕ ਅਲੱਗ ਵਿਸ਼ਾ ਹੈ ਕਿ ਰੱਬ ਦੀ ਜਿਹੜੀ ਚਾਲ ਹੈ, ਉਹਦੇ ਘਰ ਦੀ ਚਾਲ ਹੈ, ਭਗਤਾਂ ਦੀ ਚਾਲ ਹੈ, ਨਿਰਾਲੀ ਹੈ, ਖੰਨਿਓ ਤਿੱਖੀ ਹੈ, ਉਹ ਇੱਕ ਅਲੱਗ ਵਿਸ਼ਾ ਹੈ। ਪਰ ਇੱਥੇ ਜੋ ਗੱਲ ਕੀਤੀ ਜਾ ਰਹੀ ਹੈ ਕਿ ਜੀਵਨ ਹੈ ਤੇਰੇ ਨਾਮ ਵਿੱਚ, ਪਰ ਫਿਰ ਵੀ ਤੇਰੇ ਨਾਮ ਨੂੰ ਆਖਣਾ ਮੈਨੂੰ ਬੜਾ ਔਖਾ ਲੱਗਦਾ ਹੈ। ਗੁਰਦੁਆਰੇ ਆਉਣਾ ਬੜਾ ਔਖਾ ਹੈ। ਅੰਮ੍ਰਿਤ ਵੇਲੇ ਦੀ ਸੰਭਾਲ ਕਰਨੀ ਮੈਨੂੰ ਬੜੀ ਔਖੀ ਲੱਗਦੀ ਹੈ। ਨਿਤਨੇਮ ਬਾਣੀਆਂ ਦਾ ਪਾਠ ਕਰਨਾ ਮੈਨੂੰ ਬੜਾ ਔਖਾ ਲੱਗਦਾ ਹੈ। 3 ਘੰਟੇ ਮੈਂ ਪਿਕਚਰ ਦੇ ਅੱਗੇ ਬਹਿ ਸਕਦਾ ਖੁਸ਼ੀ ਦੇ ਨਾਲ, ਪਰ ਜੇ ਕਿਤੇ 15 ਮਿੰਟ ਕੀਰਤਨ ਵਿੱਚ ਬਹਿਣਾ ਪੈ ਜਾਏ, ਮੈਨੂੰ ਉਬਾਸੀਆਂ ਤੇ ਉਬਾਸੀਆਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ। ਬੜਾ ਔਖਾ ਲੱਗਦਾ ਹੈ।
ਮੈਂ ਕਿਸੇ ਪਾਰਟੀ ਦੇ ਵਿੱਚ, ਕਿਸੇ ਹੋਰ ਘੁੰਮਣ ਫਿਰਨ ਵਿੱਚ ਸਾਰਾ ਦਿਨ ਲਗਾ ਸਕਦਾ ਖੁਸ਼ੀ ਖੁਸ਼ੀ ਨੱਚਦਾ ਟੱਪਦਾ ਹੋਇਆ, ਪਰ ਜੇ ਕਿਤੇ 5 ਮਿੰਟ ਵੀ ਭਾਈ ਸਾਹਿਬ ਜੀ ਨੇ ਅੱਜ ਦੇਰੀ ਕਰ ਦਿੱਤੀ ਨਾ, ਤੇ ਮੇਰੇ ਅੰਦਰ ਖਲਬਲੀ ਮੱਚ ਜਾਂਦੀ ਵੀ ਇਹ ਭੋਗ ਨਹੀਂ ਪਾਉਣ ਤੇ ਆਉਂਦਾ। ਕਿਉਂ? ਔਖਾ ਲੱਗ ਰਿਹਾ ਹੈ, ਔਖਾ ਲੱਗ ਰਿਹਾ ਹੈ। ਹਜ਼ੂਰ ਤੇ ਕਹਿੰਦੇ ਨੇ ਸਾਡੀ ਤੇ ਹਾਲਤ ਤੇ ਹੈ, ਨਾਮ ਸੁਨਤ ਜਨ ਬਿਛੂ ਡਸਾਨਾ। ਨਾਮ ਸੁਣਦਿਆਂ ਇਉਂ ਲੱਗਦਾ ਹੈ ਜਿਵੇਂ ਬਿੱਛੂ ਨੇ ਡੰਗ ਮਾਰਿਆ ਹੋਵੇ। ਉਹ ਛੱਡੋ ਜੀ, 24 ਘੰਟੇ ਬਾਅਦ ਤੁਸੀਂ ਰੱਬ ਨੂੰ ਹੀ ਵਕਤ ਪਾਇਆ। ਕਈ ਤੇ ਵੀ ਕਹਿ ਦਿੰਦੇ ਐ, ਜੇ ਕਿਤੇ ਗੱਲ ਕਰੋ ਤੁਸੀਂ ਤੇ ਰੱਬ ਦੇ ਮਗਰ ਹੀ ਪੈ ਗਏ ਹੋ ਜੀ, ਕੋਈ ਹੋਰ ਹੀ ਗੱਲ ਕਰੋ ਕੋਈ ਨਾ ਕੋਈ। ਸਾਨੂੰ ਚੰਗਾ ਹੀ ਨਹੀਂ ਲੱਗਦਾ, ਅਸੀਂ ਉਸ ਬੰਦੇ ਕੋਲ ਬਹਿ ਕੇ ਵੀ ਰਾਜੀ ਕੋਈ ਨਹੀਂ। ਤੇ ਹਜ਼ੂਰ ਨੇ ਇਸੇ ਕਰਕੇ ਤੇ ਕਹਿ ਦਿੱਤਾ ਸਾਡੇ ਵਾਸਤੇ, ਲਾਹੇ ਕੋ ਤੂੰ ਢੀਲਾ ਢੀਲਾ, ਟੋਟੇ ਕੋ ਬੇਗ ਤਾਇਆ। ਲਾਹੇ ਵਾਸਤੇ ਬਹੁਤ ਢਿੱਲਾ ਹੈ। ਕਦੇ ਦੇਖੋ ਤੁਸੀਂ ਗੁਰਦੁਆਰਾ ਸਾਹਿਬ ਵੱਲ ਜਾਂਦਿਆਂ ਦੀ ਚਾਲ ਤੇ ਇੱਕ ਸ਼ਰਾਬੀ ਦੀ ਠੇਕੇ ਵੱਲ ਨੂੰ ਜਾਂਦਿਆਂ ਦੀ ਚਾਲ ਵੇਖੋ, ਕਿੰਨਾ ਜ਼ਮੀਨ ਅਸਮਾਨ ਦਾ ਫਰਕ ਹੋਏਗਾ। ਉਹ ਭੱਜਿਆ ਜਾਂਦਾ ਹੈ, ਹਾਲਾਂਕਿ ਉਹਨੂੰ ਪਤਾ ਵੀ ਉਹ ਖੁੱਲ੍ਹੇ ਹੀ ਰਹਿਣਾ ਹੈ, ਖੁੱਲ੍ਹੇ ਹੀ ਰਹਿਣਾ, ਉਹ ਫਿਰ ਵੀ ਭੱਜਿਆ ਜਾਂਦਾ ਹੈ। ਪਰ ਗੁਰਦੁਆਰਾ ਸਾਹਿਬ ਵਿੱਚ ਪਤਾ ਹੈ ਕਿ ਭੋਗ ਪੈਣ ਵਾਲਾ ਹੈ, ਪਰ ਫਿਰ ਵੀ ਉਹਦੀ ਚਾਲ 'ਚ ਤੇਜ਼ੀ ਨਹੀਂ ਹੈ। ਚਲੋ ਜੀ ਕਰ ਲਵਾਂਗੇ, ਜਾ ਆਵਾਂਗੇ। ਹਜ਼ੂਰ ਕਹਿੰਦੇ ਨੇ ਸੱਚੇ ਪਾਤਸ਼ਾਹ, ਇੰਨਾ ਕੀਮਤੀ, ਇਤਨਾ ਮਹਾਨ ਹੈ ਤੇਰਾ ਨਾਮ, ਪਰ ਮੇਰਾ ਜੀਵਨ ਵੇਖੋ ਕੈਸਾ ਹੈ, ਫਿਰ ਵੀ ਮੈਂ ਇਹਦੇ ਨਾਲ ਜੁੜ ਕੋਈ ਨਹੀਂ ਰਿਹਾ। ਫਿਰ ਅਗਲੀ ਗੱਲ ਕੀਤੀ, ਕਹਿੰਦੇ ਸਾਚੇ ਨਾਮ ਕੀ ਲਾਗੈ ਭੂਖ। ਜਿਨ੍ਹਾਂ ਨੂੰ ਸੱਚੇ ਨਾਮ ਦੀ ਭੁੱਖ ਲੱਗ ਜਾਏ, ਸਾਚੇ ਨਾਮ ਕੀ ਲਾਗੈ ਭੂਖ। ਜਿਸ ਮਨੁੱਖ ਦੇ ਅੰਦਰ ਸਾਚੇ ਮੈਨੇ ਹਮੇਸ਼ਾ ਕਾਇਮ ਰਹਿਣ ਵਾਲਾ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਸਿਮਰਨ ਦੀ ਤਾਂਘ ਪੈਦਾ ਹੋ ਜਾਏ, ਭੁੱਖ ਦਾ ਮਤਲਬ ਚਾਨਣਾ ਲੱਗ ਜਾਏ। ਸਾਡੇ ਅੰਦਰ ਚਾਨਣਾ ਨਹੀਂ ਹੈ, ਸਾਡੇ ਅੰਦਰ ਭੁੱਖ ਨਹੀਂ ਹੈ। ਰੋਟੀ ਤੇ ਉਹੀ ਖਾਏਗਾ ਨਾ ਜਿਹਨੂੰ ਭੁੱਖ ਲੱਗੇਗੀ, ਤੇ ਜਿਹਨੂੰ ਭੁੱਖ ਨਾ ਲੱਗੀ ਹੋਵੇ ਉਹਨੂੰ ਰੋਟੀ ਖਵਾ ਕੇ ਦੇਖੋ ਉਲਟੀ ਕਰ ਦੇਗਾ, ਉਹਨੂੰ ਸਵਾਦ ਹੀ ਨਹੀਂ ਆਏਗਾ। ਤੁਸੀਂ ਕਹੋ ਨਹੀਂ ਜੀ ਮੈਂ ਬੜੀ ਮਿਹਨਤ ਨਾਲ ਬਣਾਈ ਆ, ਮੈਂ ਖੀਰ ਬਣਾਈ, ਮੈਂ ਉਹ ਕਹਿੰਦਾ ਚੁੱਕ ਕੇ ਪਰਾਂ ਲੈ ਜਾਓ ਤੁਸੀਂ, ਮੈਨੂੰ ਭੁੱਖ ਨਹੀਂ, ਮੈਂ ਵੇਖਣ ਨੂੰ ਵੀ ਜੀ ਨਹੀਂ ਕਰਦਾ। ਹੁਣ ਭੋਜਨ ਤੇ ਸਵਾਦੀ ਹੈ, ਪਰ ਸਾਹਮਣੇ ਵਾਲੇ ਨੂੰ ਭੁੱਖ ਨਹੀਂ ਲੱਗੀ, ਜਿਸ ਕਰਕੇ ਉਹਨੂੰ ਸਵਾਦ ਵੀ ਨਹੀਂ ਆ ਰਿਹਾ ਤੇ ਜਿਸ ਕਰਕੇ ਉਹ ਖਾ ਵੀ ਨਹੀਂ ਰਿਹਾ। ਬਿਲਕੁਲ ਇਹੋ ਕਾਰਨ ਹੈ ਸਾਡੇ ਅੰਦਰ ਪ੍ਰਭੂ ਨਾਲ ਮਿਲਾਪ ਦੀ ਚਾਨਣਾ ਹੀ ਨਹੀਂ ਪੈਦਾ ਹੋਈ ਹਜੇ ਤੱਕ। ਸਾਡੀ ਬਦਕਿਸਮਤੀ ਹੈ, ਸਾਨੂੰ ਪਿਆਸ ਹੀ ਨਹੀਂ ਲੱਗੀ ਹਜੇ ਤੱਕ। ਜਿਹਨੂੰ ਭੁੱਖ ਲੱਗੀ ਹੋਵੇ ਨਾ, ਉਹ ਪੁੱਛਦਾ ਤੁਹਾਡੇ ਕੋਲ ਰੋਟੀ ਹੈਗੀ ਹੈ। ਜਿਹਨੂੰ ਪਿਆਸ ਲੱਗੀ ਖੁਦ ਹੀ ਪੁੱਛਦਾ ਪਾਣੀ ਪਿਆਓਗੇ। ਧਾਰਮਿਕ ਦੁਨੀਆ 'ਚ ਕੀ ਹੁੰਦਾ ਹੈ, ਕਹਿਣਾ ਪੈਂਦਾ ਰੋਟੀ ਖਾ ਲਓ, ਪਾਣੀ ਪੀ ਲਓ, ਗੁਰਦੁਆਰੇ ਆਇਆ ਕਰੋ, ਅੰਮ੍ਰਿਤ ਛਕ ਲਓ, ਨਿਤਨੇਮ ਬਾਣੀਆਂ ਦਾ ਪਾਠ ਕਰਿਆ ਕਰੋ, ਕਿਉਂਕਿ ਸਾਹਮਣੇ ਵਾਲੇ ਬੰਦੇ ਦੇ ਅੰਦਰ ਇਹਦੀ ਚਾਨਣਾ ਹੀ ਨਹੀਂ ਹੈ। ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਵੀ ਚਾਨਣਾ ਪੈਦਾ ਹੋ ਜਾਏ। ਹਜ਼ੂਰ ਕਹਿੰਦੇ ਨੇ ਜਿਸ ਦੇ ਅੰਦਰ ਸੱਚੇ ਨਾਮ ਦੀ ਤਾਂਘ ਪੈਦਾ ਹੋ ਜਾਂਦੀ ਹੈ ਨਾ, ਫਿਰ ਉਹ ਖਾਂਦਾ ਹੈ। ਬਿਨਾਂ ਤਾਂਘ ਤੋਂ ਕੋਈ ਨਹੀਂ ਜੇ ਖਾ ਸਕਦਾ। ਫਿਰ ਮੈਨੂੰ ਕਹਿ ਲੈਣ ਦੇਣਾ, ਸਾਡਾ ਕੀਤਾ ਹੋਇਆ ਨਿਤਨੇਮ ਜੇ ਉਹਦੇ ਵਿੱਚ ਚਾਨਣਾ ਨਹੀਂ ਹੈ ਨਾ, ਚਾਨਣਾ ਨਹੀਂ ਹੈ, ਇੱਕ ਬੰਨੋ ਗਿਰੀ ਹੋਈ ਹੈ, ਫਿਰ ਅਸੀਂ ਨਿਤਨੇਮ ਅਜੇ ਤੱਕ ਖਾਧਾ ਕੋਈ ਨਹੀਂ। ਕਿਉਂਕਿ ਹਜ਼ੂਰ ਕਹਿੰਦੇ ਨੇ ਉਤ ਭੁੱਖ ਹੈ, ਉਸ ਭੁੱਖ ਦੇ ਕਰਕੇ, ਉਸ ਤਾਂਘ ਦੇ ਕਰਕੇ, ਉਸ ਚਾਨਣਾ ਦੇ ਕਰਕੇ ਖਾਏ। ਫਿਰ ਪ੍ਰਭੂ ਦਾ ਨਾਮ ਖਾ ਕੇ ਜਾਂ ਖਾਂਦਾ ਹੈ, ਖਾ ਕੇ ਕੀ ਹੁੰਦਾ ਹੈ, ਚੱਲੀਏ ਦੁੱਖ, ਉਹਦੇ ਜੀਵਨ ਵਿੱਚੋਂ ਦੁੱਖ ਚਲੇ ਜਾਂਦੇ ਨੇ। ਅੱਜ ਸਾਡੇ ਜੀਵਨ 'ਚ ਦੁੱਖ ਇਸ ਕਰਕੇ ਹੈ, ਚਾਨਣਾ ਨਹੀਂ ਪੈਦਾ ਹੋਈ, ਜਿਸ ਕਾਰਨ ਕਰਕੇ ਅਸੀਂ ਪ੍ਰਭੂ ਦਾ ਨਾਮ ਖਾਧਾ ਹੀ ਕੋਈ ਨਹੀਂ, ਤੇ ਸਾਡੇ ਜੀਵਨ 'ਚ ਦੁੱਖ ਵੀ ਉਸੇ ਤਰੀਕੇ ਦੇ ਬਣੇ ਹੋਏ ਹਨ। ਗੁਰੂ ਕਿਰਪਾ ਕਰੇ ਸਾਨੂੰ ਵੀ ਪ੍ਰਭੂ ਦੇ ਨਾਮ ਦੀ ਭੁੱਖ ਲੱਗ ਜਾਏ। ਮਨੁੱਖ ਦੀ ਜ਼ਿੰਦਗੀ ਵਿੱਚ ਮੌਤ ਵੀ ਦੋ ਤਰ੍ਹਾਂ ਦੀ ਹੈ, ਜੀਵਨ ਵੀ ਦੋ ਤਰ੍ਹਾਂ ਦਾ ਹੈ। ਪਰ ਵੱਡੀ ਮੁਸ਼ਕਲ ਇਹ ਹੈ, ਸਾਡੀਆਂ ਅੱਖਾਂ ਸਥੂਲ ਨੇ, ਇਹ ਸਥੂਲ ਚੀਜ਼ ਨੂੰ ਜਲਦੀ ਮਹਿਸੂਸ ਕਰ ਲੈਂਦੀਆਂ ਨੇ, ਸੂਖਸ਼ਮ ਚੀਜ਼ ਨੂੰ ਮਹਿਸੂਸ ਨਹੀਂ ਕਰ ਸਕਦੀਆਂ, ਕਿਉਂਕਿ ਸੂਖਸ਼ਮ ਇਹਨਾਂ ਦੀ ਪਕੜ 'ਚ ਨਹੀਂ ਆਉਂਦਾ। ਸਰੀਰ ਦੀਆਂ ਗੱਲਾਂ ਅੱਖਾਂ ਦੇਖ ਵੀ ਸਕਦੀਆਂ ਨੇ, ਮਹਿਸੂਸ ਵੀ ਸੌਖੀਆਂ ਹੋ ਜਾਂਦੀਆਂ ਨੇ। ਸਰੀਰਕ ਜੀਵਨ ਦਾ ਵੀ ਸਾਨੂੰ ਪਤਾ ਹੈ, ਸਰੀਰਕ ਮੌਤ ਦਾ ਵੀ ਸਾਨੂੰ ਪਤਾ ਹੈ।
ਸਰੀਰ ਦੇ ਦੁੱਖ ਦਾ ਵੀ ਪਤਾ ਹੈ, ਸਰੀਰ ਦੇ ਸੁੱਖ ਦਾ ਵੀ ਪਤਾ ਹੈ, ਸੁਭਾਵਿਕ ਬਾਤ ਹੈ। ਪਰ ਇੱਕ ਅੰਦਰੂਨੀ ਜੀਵਨ ਹੈ, ਉਹ ਜਿਹੜਾ ਸਾਡੀਆਂ ਅੱਖਾਂ ਦੀ ਪਕੜ ਵਿੱਚ ਨਹੀਂ ਆਉਂਦਾ, ਸੂਖਸ਼ਮ ਹੈ। ਅੰਦਰੂਨੀ ਜੀਵਨ ਕੀ ਹੈ, ਅਸੀਂ ਇਹਨੂੰ ਨਹੀਂ ਜਾਣ ਪਾਉਂਦੇ। ਅੰਦਰੂਨੀ ਜ਼ਿੰਦਗੀ ਕੀ ਹੈ, ਅਸੀਂ ਇਹਨੂੰ ਨਹੀਂ ਜਾਣ ਪਾਉਂਦੇ। ਅੰਦਰੂਨੀ ਮੌਤ ਕੀ ਹੈ, ਅਸੀਂ ਇਹਨੂੰ ਨਹੀਂ ਜਾਣ ਪਾਉਂਦੇ। ਸੂਖਸ਼ਮ ਮਸਲਾ ਹੈ। ਪਰ ਗੁਰਦੇਵ ਨੇ ਕਿਰਪਾ ਕੀਤੀ, ਕਹਿਣ ਲੱਗੇ ਪੁੱਤਰ ਸਰੀਰ ਦੀਆਂ ਗੱਲਾਂ ਤੁਹਾਨੂੰ ਪਤਾ ਨੇ, ਮੈਂ ਤੁਹਾਨੂੰ ਅਧਿਆਤਮਿਕ ਗੱਲਾਂ ਦੱਸਾਂਗਾ ਜਿਹੜੀਆਂ ਤੁਹਾਡੀ ਪਕੜ ਵਿੱਚ ਨਹੀਂ ਆਉਂਦੀਆਂ। ਅਗਲੀ ਗੱਲ, ਜਿਹੜੀ ਵੀ ਕੋਈ ਜੀਵਤ ਚੀਜ਼ ਹੈ ਨਾ, ਉਹਦੀ ਕੋਈ ਨਾ ਕੋਈ ਖੁਰਾਕ ਨਿਸ਼ਚਿਤ ਹੈ ਦੁਨੀਆ ਵਿੱਚ। ਜਿਹੜੀ ਮਰਜ਼ੀ ਜੀਵਤ ਚੀਜ਼ ਲੈ ਲਈ, ਉਹਦੀ ਕੋਈ ਨਾ ਕੋਈ ਖੁਰਾਕ ਨਿਸ਼ਚਿਤ ਹੈ। ਅਗਰ ਉਹ ਖੁਰਾਕ ਖਾਏਗਾ, ਉਹਨੂੰ ਖੁਰਾਕ ਮਿਲੇਗੀ ਤੇ ਉਹ ਜੀਵਤ ਹੈ। ਜੇ ਖੁਰਾਕ ਦਾ ਸੰਬੰਧ ਟੁੱਟ ਗਿਆ, ਸਮਾਂ ਪਾ ਕੇ ਕਮਜ਼ੋਰੀ ਆ ਕੇ ਮੌਤ ਦਾ ਕਾਰਨ ਬਣ ਜਾਏਗਾ। ਜਿਹੜੀ ਚੀਜ਼ ਮਰਜ਼ੀ ਲੈ ਲਓ, ਦਰਖਤਾਂ ਨੂੰ ਲੈ ਲਓ, ਪਸ਼ੂ ਪੰਛੀਆਂ ਨੂੰ ਲੈ ਲਓ, ਮਨੁੱਖ ਨੂੰ ਲੈ ਲਓ, ਕੋਈ ਵੀ ਜੀਵਤ ਚੀਜ਼ ਹੈ ਉਹ ਕਿਸੇ ਖੁਰਾਕ ਤੇ ਨਿਸ਼ਚਿਤ ਹੈ, ਆਧਾਰਿਤ ਹੈ। ਉਸ ਤੋਂ ਬਿਨਾਂ ਉਹਦੀ ਜ਼ਿੰਦਗੀ ਨਹੀਂ ਹੈ। ਸਾਹਿਬ ਕਹਿਣ ਲੱਗੇ ਵੀ ਇਹ ਸਰੀਰਕ ਖੁਰਾਕ ਦਾ ਤੇ ਸਾਨੂੰ ਪਤਾ ਹੈ, ਪਰ ਅਧਿਆਤਮਿਕ ਖੁਰਾਕ ਦਾ ਸਾਨੂੰ ਨਹੀਂ ਪਤਾ। ਕਈ ਵਾਰੀ ਸ਼ਬਦ ਦੁਹਰਾਏ ਵੀ ਜਾਂਦੇ ਨੇ। ਸਰੀਰ ਦਾ ਜੇ ਆਧਾਰ ਹੈ ਭੋਜਨ, ਤੇ ਖਿਆਲ ਕਰਿਓ ਜੇ ਆਤਮਾ ਦਾ ਆਧਾਰ, ਅਧਿਆਤਮਿਕ ਜੀਵਨ ਦਾ ਆਧਾਰ ਜਿਹੜਾ ਉਹ ਭਜਨ ਹੈ। ਜਿਸ ਮਨੁੱਖ ਦਾ ਭੋਜਨ ਖਤਮ ਹੋ ਜਾਏ, ਲੋਕ ਭੁੱਖ ਹੜਤਾਲ ਤੋਂ ਕਿਉਂ ਡਰ ਜਾਂਦੇ ਨੇ? ਜੇ ਉਹਨੂੰ ਕਹੀਏ ਵੀ ਭੁੱਖ ਹੜਤਾਲ ਤਾਂ ਕੀ ਹੋਇਆ, ਕੰਮ ਥੋੜਾ ਕੋਈ ਕਰਨਾ, ਬੈਠ ਕੇ ਭੁੱਖੇ ਹੀ ਰਹਿਣਾ, ਸਾਰੀ ਸਰਕਾਰਾਂ ਕੰਮ ਜਾਂਦੀਆਂ ਨੇ, ਕਿਉਂ? ਉਹਦਾ ਕਾਰਨ ਇੱਕੋ ਹੀ ਹੈ ਵੀ ਜੇ ਇਹਨੇ ਖੁਰਾਕ ਛੱਡ ਦਿੱਤੀ ਨਾ, ਇਹਨੇ ਮਰ ਜਾਣਾ, ਇਹਦੀ ਮੌਤ ਦਾ ਜ਼ਿੰਮਾ ਸਾਡੇ ਲੱਗ ਜਾਣਾ ਹੈ। ਲੋਕ ਡਰਦੇ ਨੇ ਇਸ ਗੱਲੋਂ। ਪਰ ਅਧਿਆਤਮਿਕ ਜੀਵਨ ਬਾਰੇ ਸਾਨੂੰ ਸੋਝੀ ਨਾ ਹੋਣ ਕਰਕੇ ਅਸੀਂ ਇਸ ਗੱਲ ਨੂੰ ਪਕੜ ਨਹੀਂ ਪਾਏ। ਸਾਹਿਬ ਜੀ ਨੇ ਬਚਨ ਬਖਸ਼ਿਸ਼ ਕੀਤੇ ਨੇ, ਕਹਿਣ ਲੱਗੇ ਪੁੱਤਰ ਭੋਜਨ ਦਾ ਪ੍ਰਬੰਧ ਤੂੰ ਬਹੁਤ ਕਰ ਲੈਣਾ, ਭੋਜਨ ਦਾ ਪ੍ਰਬੰਧ ਅਸੀਂ ਬਹੁਤ ਕਰ ਲੈਨੇ। ਜਿਤਨੀ ਭੱਜ ਦੌੜ ਸਾਡੀ ਭੋਜਨ ਵਾਸਤੇ ਹੈ, ਉਤਨੀ ਭਜਨ ਵਾਸਤੇ ਨਹੀਂ ਹੈ। ਸ਼ਾਇਦ ਕੋਈ ਦੁਨੀਆ ਵਿੱਚ ਘਰ ਹੋਵੇ, ਜੇ ਭਾਵੇਂ ਨਿੱਕਾ ਕਿਸੇ ਦਾ ਝੁੱਗੀ ਹੈ ਤੇ ਭਾਵੇਂ ਵੱਡਾ ਕਿਸੇ ਦਾ ਮਹੱਲ ਹੈ, ਪਰ ਹਰ ਘਰ ਵਿੱਚ ਕਿਤੇ ਨਾ ਕਿਤੇ ਕਿਚਨ ਹੋਵੇਗੀ, ਕਿਤੇ ਨਾ ਕਿਤੇ ਉਹਨੇ ਰਸੋਈ ਬਣਾਈ ਹੋਵੇਗੀ ਜਿੱਥੇ ਬੈਠ ਕੇ ਮੈਂ ਭੋਜਨ ਦਾ ਪ੍ਰਬੰਧ ਕਰ ਸਕਾਂ। ਪਰ ਕੋਈ ਵਿਰਲਾ ਘਰ ਹੋਵੇਗਾ ਜਿਹਦੇ ਘਰ ਵਿੱਚ ਭਜਨ ਲਈ ਥਾਂ ਬਣਾਈ ਹੋਵੇਗੀ ਵੀ ਇੱਥੇ ਬੈਠ ਕੇ ਮੈਂ ਰੱਬ ਦੀ ਬੰਦਗੀ ਕਰਾਂਗਾ। ਕਿਉਂਕਿ ਮਨੁੱਖ ਨੂੰ ਜਿਤਨਾ ਭੋਜਨ ਦਾ ਫਿਕਰ ਹੈ, ਉਤਨਾ ਭਜਨ ਦਾ ਫਿਕਰ ਨਹੀਂ ਹੈ, ਉਤਨੀ ਬੰਦਗੀ ਦੀ ਇਹਨੂੰ ਗੱਲ ਨਹੀਂ ਹੈ, ਆਪਣੇ ਚਿੱਤ ਵਿੱਚ ਯਾਦ ਨਹੀਂ ਹੈ। ਇੱਕ ਬੇਨਤੀ ਹੋਰ ਕਰਨੀ ਚਾਹੁੰਦਾ, ਸਾਡੀ ਅੱਖ ਹੈ ਨਾ ਜਿਹੜੀ, ਉਹ ਫਿਰ ਸਾਨੂੰ ਇੱਕ ਸ਼ੰਕੇ 'ਚ ਪਾ ਦੇਗੀ। ਉਹ ਕਿਸ ਗੱਲ ਦੇ ਸ਼ੰਕੇ 'ਚ ਪਾਏਗੀ? ਭਈ ਮੈਂ ਤੇ ਵੇਖਣਾ ਜਿਹੜੇ ਰੱਬ ਦੀ ਬੰਦਗੀ ਨਹੀਂ ਕਰਦੇ ਉਹ ਵੀ ਤੁਰੇ ਫਿਰਦੇ ਨੇ, ਮੌਤ ਕਾਹਦੀ ਆਉਂਦੀ ਹੈ? ਮੈਨੂੰ ਤੇ ਕੋਈ ਨਜ਼ਰ ਨਹੀਂ ਆਉਂਦਾ, ਮੈਨੂੰ ਤੇ ਦਿਸਦਾ ਹੈ। ਹਾਲਾਂਕਿ ਜਿਤਨਾ ਪ੍ਰਹਿਲਾਦ ਹੈ ਉਤਨਾ ਹੀ ਹਰਨਾਕਸ਼ ਹੈ, ਜਿਤਨਾ ਰਾਮ ਹੈ ਉਤਨਾ ਹੀ ਰਾਵਣ ਹੈ। ਦੋ ਗੱਲਾਂ ਤੁਹਾਨੂੰ ਬਰਾਬਰ ਨਜ਼ਰ ਆਉਣਗੀਆਂ। ਉਹ ਵੀ ਲੋਕ ਮੈਨੂੰ ਉੱਦਾਂ ਹੀ ਜਿਉਂਦੇ ਨਜ਼ਰ ਆਉਂਦੇ ਨੇ, ਬਲਕਿ ਮੈਨੂੰ ਬਹੁਤੀ ਵਾਰੀ ਐਸ਼ ਕਰਦੇ ਨਜ਼ਰ ਆਉਂਦੇ ਨੇ। ਜਿਹੜੇ ਜੋ ਮਲਕ ਭਾਗੋ ਮੈਨੂੰ ਦਿਸਦਾ ਹੈ, ਉਹ ਮੈਨੂੰ ਭਾਈ ਲਾਲੋ ਨਹੀਂ ਦਿਸਦਾ। ਮੇਰੀ ਅੱਖ ਧੋਖਾ ਖਾ ਸਕਦੀ ਹੈ, ਪਰ ਹਜ਼ੂਰ ਦਰਸ਼ਨ ਕਰਵਾਉਂਦੇ ਨੇ। ਕਹਿਣ ਲੱਗੇ ਪੁੱਤਰ ਅਸਲ ਵਿੱਚ ਮੌਤ ਕੀ ਹੈ? ਇਸ ਗੱਲ ਨੂੰ ਵੀ ਸਮਝ ਲੈਣਾ। ਦਸ ਕਈ ਵਾਰੀ ਦੁਨਿਆਵੀ ਇੱਕ ਉਦਾਹਰਨ ਦਿੰਦਾ ਹੈ। ਰੱਬ ਨਾ ਕਰੇ ਦੋ ਭਰਾ ਆਪਸ ਵਿੱਚ ਹੀ ਲੜ ਪਏ, ਪਤੀ ਪਤਨੀ ਦਾ ਝਗੜਾ ਹੋ ਗਿਆ, ਪਿਓ ਪੁੱਤਰ ਦਾ ਝਗੜਾ ਹੋ ਗਿਆ, ਕਿਸੇ ਦਾ ਝਗੜਾ ਲਾ ਲਈਏ। ਉਹ ਜਦੋਂ ਝਗੜਾ ਸ਼ਿਖਰ ਤੇ ਜਾਂਦਾ ਹੈ, ਇੱਕ ਗੱਲ ਕਹੀ ਜਾਂਦੀ ਵੀ ਅੱਜ ਤੋਂ ਮੇਰੇ ਲਈ ਤੁਸੀਂ ਮਰ ਗਏ ਤੇ ਤੁਹਾਡੇ ਲਈ ਮੈਂ ਮਰ ਗਿਆ। ਹੁਣ ਉਹਨਾਂ ਨੂੰ ਪੁੱਛੀਏ ਤੁਸੀਂ ਕੱਲ੍ਹ ਤਾਂ ਕਹਿੰਦੇ ਸੀ ਇੱਕ ਦੂਜੇ ਲਈ ਮਰ ਗਏ ਤੇ ਤੁਸੀਂ ਅੱਜ ਤੁਰੇ ਫਿਰਦੇ ਹੋ। ਉਹ ਜਵਾਬ ਦੇਣਗੇ ਰਿਸ਼ਤਾ ਟੁੱਟ ਜਾਣ ਦਾ ਨਾਂ ਵੀ ਮੌਤ ਹੁੰਦਾ ਹੈ, ਮਿਲਵਰਤਨ ਟੁੱਟ ਜਾਣ ਦਾ ਨਾਂ ਵੀ ਮੌਤ ਹੁੰਦਾ ਹੈ। ਜੇ ਮੇਰੀ ਜ਼ਿੰਦਗੀ ਦਾ ਸੰਬੰਧ ਨਾ ਰਿਹਾ, ਉਹਦਾ ਨਾਂ ਵੀ ਮੌਤ ਹੁੰਦਾ ਹੈ। ਯਕੀਨ ਕਰਕੇ ਜਾਣਿਓ, ਸਰੀਰਕ ਤੌਰ ਤੇ ਉਹ ਦੋਵੇਂ ਤੁਰੇ ਫਿਰਦੇ ਨੇ, ਪਰ ਇੱਕ ਦੂਜੇ ਦੀਆਂ ਨਜ਼ਰਾਂ ਵਿੱਚ ਮਰ ਗਏ। ਮੈਨੂੰ ਤੁਹਾਡੇ ਤੱਕ ਕੰਮ ਨਹੀਂ, ਤੁਹਾਨੂੰ ਮੇਰੇ ਤੱਕ ਕੰਮ ਨਹੀਂ। ਜ਼ਿੰਦਗੀ ਦੀ ਔਖ ਸੌਖ ਹੋਵੇ, ਮੈਨੂੰ ਕੋਈ ਵਾਸਤਾ ਨਹੀਂ, ਤੇ ਮੈਨੂੰ ਉਹਦਾ ਸੰਬੰਧ ਟੁੱਟ ਜਾਏ, ਉਹਦਾ ਨਾਂ ਵੀ ਮੌਤ ਹੈ। ਸਾਹਿਬ ਕਹਿੰਦੇ ਨੇ ਇੱਕ ਗੱਲ ਚੇਤਾ ਰੱਖਿਓ, ਜਿਹਨੇ ਰੱਬ ਨਾਲ ਸੰਬੰਧ ਤੋੜ ਲਿਆ ਉਹ ਵੀ ਮੇਰੀਆਂ ਨਜ਼ਰਾਂ ਵਿੱਚ ਜਿਉਂਦਾ ਨਹੀਂ, ਉਹ ਮਰਿਆ ਹੋਇਆ ਹੈ। ਅਤ ਸੁੰਦਰ ਕੁਲੀਨ ਚਤਰ ਮੁਖ ਗਿਆਨੀ ਧਨਵੰਤ। ਸਾਹਿਬ ਜੀ ਨੂੰ ਪੁੱਛੀਏ
ਹਜ਼ੂਰ ਕਹਿੰਦੇ ਤੇਰੀਆਂ ਨਜ਼ਰਾਂ 'ਚ ਸਾਰੀਆਂ ਗੱਲਾਂ ਸੋਹਣੀਆਂ ਲੱਗਦੀਆਂ ਹੋਣਗੀਆਂ, ਜੇ ਤੂੰ ਮੈਨੂੰ ਪੁੱਛੇ ਮਿਰਤਕ ਕਹੀਏ ਨਾਨਕਾ, ਜੇ ਪ੍ਰੀਤ ਨਹੀਂ ਭਗਵੰਤ, ਜੀਵਤ ਪੇਖੇ ਜਿਨੀ ਹਰ ਹਰ ਧਿਆਇਆ, ਸਾਧ ਸੰਗ ਤਿਨੀ ਦਰਸ਼ਨ ਪਾਇਆ। ਇੱਕ ਗੁਰਬਾਕ ਬੜਾ ਪਿਆਰਾ ਹੈ, ਸਾਹਿਬ ਜੀ ਆਖਦੇ ਨੇ ਜਦੋਂ ਸ਼ੁਰੂਆਤ ਹੁੰਦੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ੍ਰੀ ਰਾਗ ਦੀ ਆਰੰਭਤਾ ਪਹਿਲੇ ਹੀ ਬਚਨ ਹੈ। ਹਜ਼ੂਰ ਆਖਦੇ ਨੇ ਹਰ ਬਿਨ ਜੀਓ ਜਲ ਬਲ ਜਾਓ, ਮੈਂ ਆਪਣਾ ਗੁਰ ਪੂਛ ਦੇਖਿਆ। ਕਹਿਣ ਲੱਗੇ ਗੱਲ ਤੈਨੂੰ ਮੈਂ ਨਹੀਂ ਕਹਿਣ ਲੱਗਾ, ਹੋ ਸਕਦਾ ਤੇਰੇ ਮਨ ਵਿੱਚ ਇੱਕ ਭੁਲੇਖਾ ਹੋ ਜਾਏ ਭਈ ਗੁਰਦੁਆਰੇ ਸਾਹਿਬ ਦੀ ਬੁਲਾਉਣ ਲਈ ਗੁਰੂ ਆਪਣੇ ਵੱਲੋਂ ਡਰ ਪੈਦਾ ਕਰਨ ਦੀ ਸ਼ਾਇਦ ਗੱਲ ਕਹਿੰਦੇ ਹੁਣ। ਕਹਿਣ ਲੱਗੇ ਪੁੱਤਰ ਇਹ ਗੱਲ ਮੈਂ ਆਪਣੇ ਵੱਲੋਂ ਨਹੀਂ ਕਹਿਣ ਲੱਗਿਆ, ਸੱਚ ਕਰਕੇ ਜਾਣੀ ਇਹ ਗੱਲ ਮੈਂ ਰੱਬ ਕੋਲੋਂ ਪੁੱਛ ਕੇ ਤੈਨੂੰ ਕਹਿਣ ਲੱਗਿਆ। ਮੈਂ ਆਪਣਾ ਗੁਰ ਪੂਛ ਦੇਖਿਆ ਅਬਰ ਨਾਹੀ ਥਾਉ, ਹੋਰ ਕੋਈ ਟਿਕਾਣਾ ਹੀ ਨਹੀਂ ਹੈ ਜੇ ਅਧਿਆਤਮਕ ਜੀਵਨ ਜਿਉਂਦਾ ਰੱਖਣਾ ਹੈ। ਇੱਕ ਵਾਰੀ ਫਿਰ ਬੇਨਤੀ ਕਰਾਂ, ਅਧਿਆਤਮਕ ਜ਼ਿੰਦਗੀ ਕੀ ਹੈ? ਮੇਰਾ ਸਬਰ ਜਿਉਂਦਾ ਰਵੇ, ਮੇਰੀ ਇਮਾਨਦਾਰੀ ਜਿਉਂਦੀ ਰਵੇ, ਮੇਰਾ ਅਧਿਆਤਮਕ ਜੀਵਨ ਜਿਉਂਦਾ ਰਵੇ, ਮੇਰੀ ਨੇਕੀ ਜਿਉਂਦੀ ਰਵੇ, ਮੇਰੇ ਅੰਦਰਲਾ ਸੱਚ ਜਿਉਂਦਾ ਰਵੇ, ਮੇਰਾ ਕਿਰਦਾਰ ਜਿਉਂਦਾ ਰਵੇ, ਮੇਰਾ ਅਧਿਆਤਮਕ ਖੇੜਾ ਜਿਉਂਦਾ ਰਵੇ। ਜੇ ਇਹਨਾਂ ਨੂੰ ਜਿਉਂਦੇ ਰੱਖਣਾ ਹੈ ਤੇ ਬੰਦਗੀ ਦੀ, ਭਗਤੀ ਦੀ, ਰੱਬੀ ਯਾਦ ਦੀ ਇਹਨੂੰ ਖੁਰਾਕ ਦੇਣੀ ਪਵੇਗੀ, ਵਰਨਾ ਇਹ ਮਰ ਜਾਏਗਾ। ਹੁਣ ਜਿਨ੍ਹਾਂ ਨੇ ਅੰਦਰਲਾ ਜੀਵਨ ਜਾਣ ਲਿਆ, ਸਮਝ ਲਿਆ, ਰੱਬ ਦੇ ਚਰਨਾਂ ਵਿੱਚ ਜੁੜ ਕੇ ਆਨੰਦ ਮਾਣ ਲਿਆ, ਉਹ ਕਹਿੰਦੇ ਨੇ ਜੇ ਤੇਰਾ ਨਾਮ ਮੈਂ ਆਖਣਾ ਤੇ ਮੈਨੂੰ ਜ਼ਿੰਦਗੀ ਹੈ, ਵਿਸਰਦਾ ਹੈ ਤੇ ਮੈਨੂੰ ਮੌਤ ਪ੍ਰਤੀਤ ਹੁੰਦੀ ਹੈ। ਦੋ ਗੱਲਾਂ ਮੈਂ ਹਜੇ ਤੁਹਾਡੇ ਨਾਲ ਹੋਰ ਸਾਂਝੀਆਂ ਕਰਨੀਆਂ ਨੇ, ਮਾਫ ਕਰਨਾ। ਇੱਕ ਬੇਨਤੀ ਵੀਰ ਜੀ ਦੁਹਰਾ ਰਹੇ ਸਨ, ਮੈਂ ਉਹਦਾ ਦੂਜਾ ਪੱਖ ਤੁਹਾਡੇ ਸਾਹਮਣੇ ਰੱਖਣ ਲੱਗਿਆ, ਦੂਜੇ ਐਂਗਲ ਤੋਂ ਤੁਹਾਡੇ ਸਾਹਮਣੇ ਰੱਖਣ ਲੱਗਿਆ। ਗੁਰਵਾਕ ਹੈ ਬੜਾ ਪਿਆਰਾ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨਾਲ ਅੱਜ ਗੱਲ ਕਰਕੇ ਵੇਖੀਏ। ਸਤਿਗੁਰੂ ਸਾਡੀ ਤੇ ਮਜਬੂਰੀ ਹੋ ਸਕਦੀ ਹੈ, ਤੁਹਾਡੀ ਤੇ ਕੋਈ ਮਜਬੂਰੀ ਨਹੀਂ ਨਾ। ਤੁਸੀਂ ਕਹਿੰਦੇ ਹੋ ਆਖਾਂ ਜੀਵਾਂ ਵਿਸਰਿਆ ਮਰ ਜਾਉ। ਜੇ ਆਖਿਆ ਜੀਵਨ ਮਿਲਦਾ ਹੈ, ਵਿਸਰਿਆ ਮੌਤ ਮਿਲਦੀ ਹੈ, ਫਿਰ ਕਹੀ ਜਾਓ, ਕਹੀ ਜਾਓ। ਆਖਣਾ ਕੀ ਮੁਸ਼ਕਿਲ ਹੈ? ਸਾਹਿਬ ਕਹਿੰਦੇ ਆਖਣ ਔਖਾ ਸਾਚਾ ਨਾ ਹੋ, ਆਖਣਾ ਬੜਾ ਔਖਾ ਹੈ। ਹਜ਼ੂਰ ਨੇ ਇੱਕ ਗੱਲ ਪੁੱਛੀ ਹੈ, ਸਾਹਿਬ ਤੁਸੀਂ ਕਹਿੰਦੇ ਹੋ ਆਖਣਾ ਔਖਾ ਹੈ, ਮੈਨੂੰ ਪੁੱਛ ਕੇ ਦੇਖੋ, ਮੈਂ ਤਾਂ ਕਿੰਨੀ ਵਾਰੀ ਵਾਹਿਗੁਰੂ ਵਾਹਿਗੁਰੂ ਕਰ ਲੈਣਾ, ਘੰਟਿਆਂ ਬੱਧੀ ਕਰ ਲੈਣਾ, ਮੈਨੂੰ ਤਾਂ ਨਹੀਂ ਔਖਾ ਲੱਗਦਾ। ਸਾਹਿਬ ਕਹਿੰਦੇ ਪੁੱਤਰਾ ਗੱਲ ਇਵੇਂ ਦੀ ਨਹੀਂ ਹੈ। ਔਖਾ ਕਿਉਂ ਹੈ? ਔਖਾ ਇਸ ਲਈ ਹੈ ਜਿਵੇਂ ਦਾ ਉਹਨੂੰ ਪਸੰਦ ਹੈ ਉਵੇਂ ਦਾ ਮੇਰੇ ਕੋਲੋਂ ਕਹਿ ਨਹੀਂ ਹੁੰਦਾ, ਜਿਵੇਂ ਦਾ ਕਹਿ ਹੁੰਦਾ ਉਵੇਂ ਦਾ ਉਹਨੂੰ ਪਸੰਦ ਨਹੀਂ ਹੈ, ਤਾਂ ਔਖਾ ਹੈ। ਉਹਨੂੰ ਕਿਵੇਂ ਦਾ ਪਸੰਦ ਹੈ? ਉਹ ਤੇ ਹਰ ਵਾਰੀ ਆਖਦਾ ਭਾਈ ਰੇ ਰਾਮ ਕਹੋ ਚਿੱਤ ਲਾਏ, ਤੇ ਮੈਂ ਘੰਟਿਆਂ ਬੱਧੀ ਸਿਮਰਨ ਭਾਵੇਂ ਕਰਦਾ ਰਵਾਂ ਤੇ ਮੇਰਾ ਚਿੱਤ ਕਦੇ ਵੀ ਨਹੀਂ ਲੱਗਿਆ, ਮੇਰਾ ਚਿੱਤ ਕਦੇ ਵੀ ਨਹੀਂ ਲੱਗਿਆ। ਆਖਣ ਔਖਾ ਤਾਂ ਔਖਾ ਹੈ ਕਿਉਂਕਿ ਮੇਰੇ ਵੱਲੋਂ ਮੇਰੀ ਜ਼ਿੰਦਗੀ ਇਹੋ ਜਿਹੀ ਬਣ ਗਈ ਹੈ। ਉਹ ਕਹਿੰਦਾ ਜਿੰਨੀ ਵਾਰੀ ਵੀ ਠਾਕੁਰ ਗਾਈਏ ਆਤਮ ਰੰਗ, ਸ਼ਰਣੀ ਪਾਵਨ ਨਾਮ ਤੇ ਆਵਨ ਸਹਿਜ ਸੁਭਾਵਨ ਸੰਗ। ਮੇਰੇ ਕੋਲੋਂ ਇੱਕ ਪਲ ਵੀ ਉਹਦੇ ਚਰਨਾਂ ਵਿੱਚ ਧਿਆਨ ਜੋੜ ਕੇ ਨਹੀਂ ਕਹਿ ਹੁੰਦਾ, ਮੇਰੇ ਲਈ ਤਾਂ ਔਖਾ ਹੈ। ਹੁਣ ਆਪਣੇ ਵੱਲ ਝਾਤ ਮਾਰ ਕੇ ਦੇਖੀਏ, ਜਿਹੜਾ ਸਿਮਰਨ ਮੈਂ ਕਰਨਾ ਉਹਦੇ ਵਿੱਚ ਕਿੰਨੀ ਕੁ ਰੱਬ ਦੀ ਯਾਦ ਹੁੰਦੀ ਹੈ, ਜਾਂ ਮੈਂ ਆਸੇ ਪਾਸੇ ਭਟਕਦਾ ਰਹਿਣਾ। ਜਿਹੜੀ ਦੂਜੀ ਬੇਨਤੀ ਕਰਨੀ ਸੀ, ਖਿਆਲ ਕਰਿਓ, ਆਹ ਅਵਸਥਾ ਹੈ ਵੀ ਤੇਰਾ ਨਾਮ ਮੇਰੇ ਲਈ ਆਖਣਾ ਔਖਾ ਲੱਗਦਾ ਹੈ। ਉਹਦਾ ਇੱਕ ਕਾਰਨ ਹੋਰ ਵੀ ਹੈ, ਜਿਹੜੀ ਗੱਲ ਵਿੱਚ ਮਨ ਨੂੰ ਰਸ ਨਾ ਆਵੇ, ਤਨ ਲਈ ਭਾਵੇਂ ਕਿੱਡੀ ਵੀ ਜ਼ਰੂਰੀ ਹੋਵੇ, ਉਹ ਬੰਦਾ ਨਹੀਂ ਪ੍ਰਵਾਨ ਕਰਦਾ। ਜਿਹੜੀ ਚੀਜ਼ ਮਨ ਨੂੰ ਰਸ ਨਾ ਆਵੇ, ਤਨ ਲਈ ਕਿੱਡੀ ਵੀ ਜ਼ਰੂਰੀ ਹੋਵੇ, ਉਹ ਪ੍ਰਵਾਨ ਨਹੀਂ ਕਰਦਾ। ਰਸ ਕਈ ਵਾਰੀ ਉਦਾਹਰਨ ਦਿੰਦਾ, ਤੁਸੀਂ ਕਿਸੇ ਨੂੰ ਪ੍ਰਸ਼ਾਦਾ ਛਕਦੇ ਦੇਖਣਾ, ਹਾਲਾਂਕਿ ਅਸੀਂ ਛੋਟੀ ਗਰਾਹੀ ਵੀ ਪਾਉਂਦੇ ਹਾਂ, ਵੱਡੀ ਗਰਾਹੀ ਵੀ ਪਾਉਂਦੇ ਹਾਂ, ਪਰ ਕਦੇ ਤੁਹਾਨੂੰ ਐਸਾ ਨਜ਼ਰ ਨਹੀਂ ਆਏਗਾ ਵੀ ਬੰਦਾ ਗਰਾਹੀ ਪਾ ਕੇ ਮੂੰਹ ਤਾਂ ਨੂੰ ਚੁੱਕਦਾ ਹੋਵੇ। ਨਹੀਂ, ਸੁਭਾਵਕ ਛਕਦਾ ਰਹਿੰਦਾ ਜੋ ਅੰਦਰ ਚਲੇ ਜਾਂਦੀ ਹੈ ਗਰਾਹੀ। ਪਰ ਇੱਕ ਨਿੱਕੀ ਜਿਹੀ ਗੋਲੀ ਲੈਣ ਲੱਗਾ ਡਾਕਟਰ ਦੇ ਕਹਿਣ ਦੇ ਉੱਤੇ, ਹੁਣ ਗੋਲੀ ਮੂੰਹ ਵਿੱਚ ਰੱਖੀ, ਪਾਣੀ ਦਾ ਘੁੱਟ ਭਰਿਆ, ਇਹਨੇ ਮੂੰਹ ਤਾਂ ਚੁੱਕ ਕੇ ਉਹਨੂੰ ਅੰਦਰ ਲੰਘਾਉਣ ਦੀ ਕੋਸ਼ਿਸ਼ ਕੀਤੀ। ਉਹਨੂੰ ਪੁੱਛੀਏ ਪ੍ਰਸ਼ਾਦਾ ਛਕਦੇ ਹੋ, ਫਰੂਟ ਛਕਦੇ ਹੋ, ਹੋਰ ਕਈ ਚੀਜ਼ਾਂ ਛਕਦੇ ਹੋ, ਤੇ ਤੁਹਾਨੂੰ ਮੈਂ ਕਦੇ ਮੂੰਹ ਉਤਾਂ ਨੂੰ ਚੁੱਕ ਕੇ ਨਹੀਂ ਅੰਦਰ ਲੰਘਾਲਦਿਆਂ ਦੇਖਿਆ, ਪਰ ਇੱਕ ਨਿੱਕੀ ਜਿਹੀ ਗੋਲੀ ਉਹਨੂੰ ਕਿਉਂ ਮੂੰਹ ਉਤਾਂ ਨੂੰ ਚੁੱਕ ਕੇ ਲੰਘਾਲਦੇ ਹੋ? ਉਹਦਾ ਜਵਾਬ ਹੋਵੇਗਾ ਵੀ ਅਸਲ ਵਿੱਚ ਪ੍ਰਸ਼ਾਦੇ ਲਈ ਮੇਰਾ ਮਨ ਰਾਜੀ ਹੁੰਦਾ ਹੈ, ਤੇ ਇਸ ਗੋਲੀ ਲਈ ਮੇਰਾ ਮਨ ਰਾਜੀ ਨਹੀਂ। ਜਿਹਦੇ ਲਈ ਮਨ ਰਾਜੀ ਨਹੀਂ, ਉਹਨੂੰ ਅੰਦਰ ਲੰਘਾਉਣਾ ਬੜਾ ਔਖਾ ਹੈ, ਉਹਨੂੰ ਨਹੀਂ ਅੰਦਰ ਲੈ ਕੇ ਜਾ ਸਕਦਾ। ਹੁਣ ਮੇਰਾ ਮਨ ਨਹੀਂ ਲੱਗਦਾ ਰੱਬ ਦੀ ਬਾਣੀ ਵਿੱਚ,
ਮੇਰਾ ਮਨ ਨਹੀਂ ਲੱਗਦਾ ਸਿਮਰਨ ਵਿੱਚ ਮਨ ਲੱਗ ਜਾਏ ਫਿਰ ਤੇ ਤਨ ਨਾ ਵੀ ਸਾਥ ਦੇਵੇ ਤਦ ਵੀ ਉਹ ਹਾਮੀ ਬਣ ਜਾਂਦਾ ਹੈ। ਪਰ ਜੇ ਮਨ ਹੀ ਨਾ ਲੱਗੇ ਆਖਣ ਔਖਾ ਹੈ ਮੇਰੇ ਲਈ, ਜੇ ਮਨ ਹੀ ਨਾ ਲੱਗੇ ਤੇ ਫਿਰ ਤਨ ਵੀ ਸਾਥ ਨਹੀਂ ਦਿੰਦਾ। ਖਿਆਲ ਕਰੋ ਜੇ ਜਿਨ ਕੇ ਚਿੱਤ ਕਠੋਰ ਹੈ ਸੇ ਬਹਿ ਨਾ ਸਤਿਗੁਰ ਪਾਸ। ਕਿਉਂ? ਉੱਥੇ ਸੱਚ ਵਰਤਦਾ, ਕੁੜੀਆਰਾਂ ਚਿੱਤ ਉਦਾਸ। ਹੁਣ ਉਹਦਾ ਤਨ ਤੇ ਕੋਈ ਨਹੀਂ ਨਾ ਦੁਖੀ ਹੋਇਆ, ਦੁਖੀ ਤੇ ਉਹਦਾ ਮਨ ਹੋਇਆ, ਮਨ ਤੇ ਠੋਕਰ ਵੱਜੀ, ਕੁੜੀਆਰ ਦਾ ਚਿੱਤ ਉਦਾਸ ਹੋ ਗਿਆ। ਉਹ ਵੱਲ ਛਲ ਘਰ ਝੱਤ ਕੱਢ ਦੇ। ਘੜੀ ਕੁ ਪਲ ਦੇਖਣਗੇ ਵੀ ਕੋਈ ਹੋਰ ਉੱਠੇ ਤੇ ਮੈਂ ਉਹਦੇ ਮਗਰ ਉੱਠ ਕੇ ਜਾਵਾਂ, ਮੈਂ ਚੰਗਾ ਨਹੀਂ ਲੱਗਦਾ ਕਰਦਾ ਉੱਠਦਾ। ਉਹ ਵੱਲ ਛਲ ਘਰ ਝੱਤ ਕੱਢ ਦੇ, ਫਿਰ ਜਾਏ ਬਗੇ ਕੁੜੀਆਰਾਂ ਪਾਸ। ਉਹ ਉੱਥੋਂ ਉੱਠ ਕੇ ਚਲੇ ਗਏ। ਜਦੋਂ ਕੁੜੀਆਰਾਂ ਵਿੱਚ ਜਾ ਕੇ ਮਿਲਿਆ ਤੇ ਉੱਥੇ ਦਾ ਮਨ ਬੜਾ ਖੁਸ਼ ਹੋਇਆ ਵੀ ਉੱਥੇ ਦੇ ਭਾਵੇਂ 8 ਘੰਟੇ ਲੱਗ ਜਾਣ, ਘਰ ਦੇ ਸੁਨੇਹਾ ਦੇ ਕੇ ਬੁਲਾਉਣ ਵੀ ਭਲਿਆ ਪ੍ਰਸ਼ਾਦੇ ਪਾਣੀ ਦਾ ਵਕਤ ਹੋ ਗਿਆ, ਫਿਰ ਵੀ ਕਹਿੰਦਾ ਵੀ ਠਹਿਰ ਜਾਓ ਮੈਂ ਆਉਣਾ। ਪਰ ਸੰਗਤ ਵਿੱਚੋਂ ਤੇ ਇੱਕ ਪਲ ਵੀ ਬੈਠਣਾ ਔਖਾ ਹੋ ਜਾਂਦਾ। ਹੁਣ ਦੂਜਾ ਪੱਖ ਵੇਖੀਏ। ਸਤਿਗੁਰੂ ਮੇਰੇ ਕੋਲ ਇੱਕ ਪਲ ਕਹਿਣਾ ਔਖਾ ਹੈ, ਮੇਰਾ ਚਿੱਤ ਕਠੋਰ ਹੈ, ਮੇਰਾ ਤੇਰੇ ਕੋਲ ਬੈਠਣ ਨੂੰ ਜੀ ਨਹੀਂ ਕਰਦਾ, ਮੈਂ ਬੱਧਾ ਰੁੱਧਾ ਕਰਦਾ ਜੋ ਕੁਝ ਕਰਨਾ, ਮਨ ਦੇ ਖਿੜੇ ਨਾਲ ਨਹੀਂ ਕਰਦਾ। ਪਰ ਦੂਜੇ ਪਾਸੇ ਜਿਹੜੇ ਗੁਰੂ ਦਾ ਮੈਂ ਸਿੱਖ ਕਹਾਉਣਾ ਨਾ, ਉਹ ਗੁਰੂ ਪਤਾ ਕੀ ਕਹਿੰਦਾ? ਉਹ ਗੁਰੂ ਆਖਦਾ, ਕਹਿੰਦਾ ਮੇਰੇ ਰੱਬ ਦੀ ਐਡੀ ਵੱਡੀ ਕਿਰਪਾ ਹੋਈ, ਪ੍ਰਭ ਸਿਓ ਲਾਗ ਰਿਹੋ ਮੇਰਾ ਚੀਤ, ਆਦ ਅੰਤ ਪ੍ਰਭ ਸਦਾ ਸਹਾਈ, ਧਨ ਹਮਾਰਾ ਮੀਤ ਰਹੋ। ਵਾਲੀਆਂ ਪੰਕਤੀਆਂ ਨੇ। ਇਹ ਤੋਂ ਪਹਿਲੀਆਂ ਪੰਕਤੀਆਂ ਨੇ, ਔਖੀ ਘੜੀ ਨਾ ਦੇਖਣ ਦੇਈ, ਆਖਣ ਔਖਾ ਸਾਚਾ ਨਾ। ਸਾਨੂੰ ਔਖੀ ਘੜੀ ਉਹ ਲੱਗਦੀ ਹੈ ਜਦੋਂ ਨਿਤਨੇਮ ਕਰਨਾ ਹੋਵੇ, ਸਾਨੂੰ ਔਖੀ ਘੜੀ ਉਹ ਲੱਗਦੀ ਜਦੋਂ ਕੀਰਤਨ ਸੁਣਨਾ ਹੋਵੇ, ਸਾਨੂੰ ਔਖੀ ਘੜੀ ਉਹ ਲੱਗਦੀ ਹੈ ਜਦੋਂ ਤੇਰੀ ਯਾਦ ਵਿੱਚ ਜੁੜਨਾ ਹੋਵੇ। ਤੇ ਗੁਰੂ ਅਰਜਨ ਪਾਤਸ਼ਾਹ ਜੀ ਨੂੰ ਪੁੱਛਿਓ ਵੀ ਤੁਹਾਨੂੰ ਔਖੀ ਘੜੀ ਕਿਹੜੀ ਲੱਗਦੀ ਹੈ? ਉਹ ਕਹਿੰਦੇ ਮੇਰੇ ਲਈ ਤਾਂ ਔਖੀ ਘੜੀ ਉਹ ਹੈ, ਮੇਰਾ ਮਾਲਕ ਮੇਰੇ ਹਿਰਦੇ ਵਿੱਚੋਂ ਨਾਮ ਭੁੱਲਣ ਹੀ ਨਹੀਂ ਦਿੰਦਾ, ਵਿਸਰਨ ਹੀ ਨਹੀਂ ਦਿੰਦਾ, ਮੈਨੂੰ ਔਖੀ ਘੜੀ ਦੇਖਣ ਹੀ ਨਹੀਂ ਦਿੰਦਾ। ਮੇਰੇ ਲਈ ਤਾਂ ਔਖੀ ਘੜੀ ਉਹ ਸੀ, ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ। ਸਾਨੂੰ ਇੱਕ ਪਲ ਕਹਿਣਾ ਔਖਾ ਹੈ, ਉਹਨਾਂ ਨੂੰ ਇੱਕ ਪਲ ਵਿਸਾਰਨਾ ਔਖਾ ਹੈ। ਇਹ ਉਹ ਗੱਲ ਕਬੀਰ ਸਾਹਿਬ ਆਖਦੇ ਨੇ। ਕਬੀਰ ਸਾਹਿਬ ਮੈਂ ਤੁਹਾਨੂੰ ਪੁੱਛਾਂ ਵੀ ਕੋਈ ਤੁਹਾਨੂੰ ਰੱਬ ਦੀ ਯਾਦ ਤੋਂ ਤੋੜ ਦੇਵੇ, ਤੁਸੀਂ ਇਹਨੂੰ ਪ੍ਰਵਾਨ ਕਰੋਗੇ? ਜਾਂ ਦੂਜੇ ਪਾਸੇ ਤੁਹਾਡੇ ਸਿਰ ਤੇ ਆਰਾ ਚੱਲ ਜਾਏ, ਤੁਹਾਡੇ ਸਰੀਰ ਦੇ ਟੁਕੜੇ ਕਰ ਦੇਵੇ ਆਰਾ, ਤੁਹਾਨੂੰ ਆਰਾ ਚੰਗਾ ਲੱਗੇਗਾ ਜਾਂ ਤੁਹਾਨੂੰ ਇਹ ਰੱਬ ਦਾ ਵਿਛੋੜਾ ਚੰਗਾ ਲੱਗੇਗਾ? ਉਹ ਇੱਕ ਜਵਾਬ ਦਿੰਦੇ ਨੇ, ਕਹਿੰਦੇ ਉਹ ਸਜਣਾ ਆਰੇ ਨਾਲ ਚੀਰ ਕੇ ਵੇਖ ਲਈ, ਮੈਂ ਇੱਕ ਪੈਰ ਵੀ ਪਿਛਾਂ ਨਹੀਂ ਪਰਤਾਂਗਾ, ਪਰ ਮੈਨੂੰ ਮੇਰੇ ਸਾਈਂ ਤੋਂ ਨਾ ਵਿਛੋੜੀ, ਉਹਦਾ ਵਿਛੋੜਾ ਮੇਰੇ ਕੋਲੋਂ ਚੱਲਿਆ ਨਹੀਂ ਜੇ ਜਾਣਾ। ਅੰਮ੍ਰਿਤ ਗੁਰਵਾਕ ਹੈ ਰੱਬੀ ਬਾਣੀ ਦਾ, ਕਰਵਟ ਭਲਾ ਨਾ ਕਰਵਟ ਤੇਰੀ, ਲਾਗ ਗਲੇ ਸੁਣ ਬੇਨਤੀ ਮੇਰੀ, ਹਉ ਵਾਰੀ ਮੁਖ ਫੇਰ ਪਿਆਰੇ, ਕਰਵਟ ਦੇ ਮੋਕੋ ਕਾਹੇ ਕੋ ਮਾਰੇ, ਜੋ ਤਨ ਚੀਰੇ ਤੋ ਅੰਗ ਨਾ ਮੋਰੋ, ਪਿੰਡ ਭਰੇ ਤੋ ਪ੍ਰੀਤ ਨਾ ਤੋਰੋ। ਮੈਂ ਤੇ ਇੱਕ ਪਲ ਵੀ ਤੇਰੇ ਤੋਂ ਵਿਛੜ ਨਹੀਂ ਸਕਦਾ, ਕਿਰਪਾ ਕਰ। ਅੱਜ ਇਹ ਗੁਰਵਾਕ ਪੜ੍ਹਦੇ ਹਾਂ, ਇਹ ਤੇ ਨਿਤਨੇਮ ਦੀ ਬਾਣੀ ਹੈ, ਭਾਵੇਂ ਬੱਧੇ ਰੁੱਧੇ ਪੜ੍ਹੀਏ, ਪੜ੍ਹਨੀ ਤੇ ਰੋਜ਼ ਪਏਗੀ ਨਾ। ਰੋਜ਼ ਪੜ੍ਹਦੇ ਹਾਂ, ਇਹ ਗੱਲ ਜ਼ਰੂਰ ਵੇਖੀਏ ਵੀ ਮਾਲਕਾ ਇੱਕ ਕਿਰਪਾ ਕਰ, ਮੈਂ ਸਿੱਖ ਤੇ ਤੇਰਾ ਕਹਾਉਣਾ, ਤੈਨੂੰ ਇੱਕ ਪਲ ਵਿਛੋੜਾ ਦੁਖਦਾਈ ਲੱਗਦਾ ਹੈ, ਮੈਨੂੰ ਇੱਕ ਪਲ ਤੇਰੀ ਯਾਦ ਔਖੀ ਲੱਗਦੀ ਹੈ, ਤੇ ਮੇਰੇ ਅੰਦਰ ਵੀ ਉਹ ਜੀਵਨ ਪੈਦਾ ਕਰ, ਮੇਰੇ ਅੰਦਰ ਵੀ ਉਹ ਅੰਦਰੂਨੀ ਜੀਵਨ ਪੈਦਾ ਕਰ, ਕਿਤੇ ਮੈਂ ਮਰਿਆ ਹੋਇਆ ਹੀ ਦੁਨੀਆ ਤੋਂ ਨਾ ਚਲਾ ਜਾਵਾਂ, ਮੈਂ ਤੇਰੀ ਯਾਦ ਵਿੱਚ ਜੁੜ ਕੇ ਆਪਣੇ ਅਧਿਆਤਮਿਕ ਜੀਵਨ ਨੂੰ ਮਾਣ ਸਕਾਂ। ਆਖਣ ਔਖਾ ਸਾਚਾ ਨਾਮ, ਸਾਚੇ ਨਾਮ ਕੀ ਲਾਗੇ ਭੂਖ। ਫਿਰ ਇੱਕ ਛੋਟੀ ਜਿਹੀ ਬੇਨਤੀ ਕਰਦੇ ਹਾਂ, ਰੱਬ ਕਿਤਨਾ ਦਿਆਲੂ ਹੈ, ਉਹ ਮੌਤ ਤੋਂ ਪਹਿਲਾਂ ਅਹਿਸਾਸ ਜਗਾਉਂਦਾ ਹੈ। ਜੇ ਭੋਜਨ ਤੋਂ ਬਿਨਾਂ ਮੌਤ ਹੋ ਸਕਦੀ ਹੈ ਨਾ, ਤਾਂ ਪਹਿਲਾਂ ਅਹਿਸਾਸ ਜਗਾਉਂਦਾ ਹੈ। ਜਿਹੜੀ ਭੁੱਖ ਹੈ ਉਹ ਕੀ ਹੈ? ਉਹ ਰੱਬ ਦਾ ਇੱਕ ਸਿਸਟਮ ਹੈ। ਅੱਜ ਦੇ ਮਨੁੱਖ ਨੇ ਅੱਜ ਸੈਂਸਰ ਕੱਢੇ ਨੇ, ਰੱਬ ਨੇ ਕਿੰਨਾ ਚਿਰ ਪਹਿਲਾਂ ਸੈਂਸਰ ਪੈਦਾ ਕੀਤੇ ਨੇ ਬੋਡੀ ਦੇ ਵਿੱਚ। ਜੇ ਉਹਨੂੰ ਭੁੱਖ ਲੱਗਦੀ, ਖੁਰਾਕ ਦੀ ਘਾਟ ਪੈਂਦੀ ਹੈ, ਅਜੋਕੇ ਵਿਦਵਾਨ ਤੇ ਇਹ ਵੀ ਦੱਸਦੇ ਨੇ ਵੀ ਜੇ ਤੁਹਾਡਾ ਦਹੀਂ ਖਾਣ ਨੂੰ ਜੀ ਕਰਦਾ, ਇਹਦਾ ਮਤਲਬ ਅੰਦਰ ਕੋਈ ਕਮੀ ਹੈ ਤੱਤ ਦੀ,
ਤਾਂ ਜੀ ਕਰਿਆ। ਜੇ ਮਿੱਠਾ ਖਾਣ ਨੂੰ ਜੀ ਕਰਦਾ ਹੈ, ਜੇ ਲੂਣਾ ਖਾਣ ਨੂੰ ਜੀ ਕਰਦਾ ਹੈ, ਜਿਹੜੀ ਚੀਜ਼ ਖਾਣ ਨੂੰ ਜੀ ਕਰਦਾ ਹੈ, ਅਸਲ ਵਿੱਚ ਉਹ ਬਾਡੀ ਦਾ ਸੈਂਸਰ ਹੈ। ਉਹ ਸਾਨੂੰ ਅਲਾਰਮ ਕਰਦਾ ਹੈ ਵੀ ਤੇਰੀ ਜ਼ਿੰਦਗੀ ਵਿੱਚ ਇਸ ਚੀਜ਼ ਦੀ ਘਾਟ ਆ ਗਈ ਹੈ। ਹੁਣ ਪਾਣੀ ਦੀ ਘਾਟ ਆ ਜਾਏ ਸਾਨੂੰ ਤੇ ਨਹੀਂ ਨਾ ਪਤਾ ਲੱਗਣਾ ਸੀ, ਪਰ ਪਿਆਸ ਸਾਨੂੰ ਮਜਬੂਰ ਕਰਦੀ ਵੀ ਤੇਰੀ ਬੋਡੀ 'ਚ ਪਾਣੀ ਦੀ ਘਾਟ ਹੈ ਤੇ ਪਾਣੀ ਪੀ। ਭੋਜਨ ਦੀ ਘਾਟ ਹੈ ਤੇ ਭੋਜਨ ਛਕ। ਰੱਬ ਕਿੰਨੀ ਕਿਰਪਾ ਕਰਦਾ, ਭੁੱਖ ਲਾ ਕੇ ਸਾਨੂੰ ਅਲਾਰਮ ਦੇ ਕੇ, ਸਾਨੂੰ ਇਸ਼ਾਰਾ ਦੇ ਕੇ ਭੋਜਨ ਵਾਲੇ ਪਾਸੇ ਪ੍ਰੇਰਿਤ ਕਰ ਦਿੰਦਾ। ਸਾਨੂੰ ਵੀ ਪਤਾ ਵੀ ਇਸ ਤੋਂ ਅੱਗੇ ਮੌਤ ਆ ਸਕਦੀ, ਅਸੀਂ ਭੋਜਨ ਦਾ ਪ੍ਰਬੰਧ ਕਰ ਲੈਂਦੇ ਹਾਂ। ਸਾਹਿਬ ਕਹਿੰਦੇ ਨੇ, ਭਲਿਆ ਤੈਨੂੰ ਅਧਿਆਤਮਕ ਮੌਤ ਦਾ ਕੀ ਪਤਾ ਲੱਗਣਾ ਸੀ, ਤੈਨੂੰ ਤੇ ਅਧਿਆਤਮਕ ਭੁੱਖ ਦਾ ਵੀ ਨਹੀਂ ਪਤਾ ਲੱਗਿਆ, ਤੈਨੂੰ ਤੇ ਇਸ ਭੁੱਖ ਦਾ ਵੀ ਨਹੀਂ ਪਤਾ ਲੱਗਿਆ, ਤੈਨੂੰ ਤੇ ਇਸ ਗੱਲ ਦਾ ਅਹਿਸਾਸ ਹੀ ਨਹੀਂ। ਇੱਕ ਦਿਨ ਭੋਜਨ ਨਾ ਖਾਵੇ ਤੂੰ ਕਹਿਰ ਕਰ ਦਿੰਦਾ, ਇੱਕ ਦਿਨ ਰਾਤ ਨੂੰ ਨਾ ਸੌਵੇਂ ਤੂੰ ਕਹਿਰ ਕਰ ਦਿੰਦਾ, ਮੈਂ ਸੁੱਤਾ ਨਹੀਂ ਅੱਜ ਸਾਰੀ ਰਾਤ, ਅੱਜ ਸਾਰੀ ਰਾਤ ਨਹੀਂ ਮੈਂ ਸੌਂ ਸਕਿਆ, ਅੱਜ ਮੈਨੂੰ ਭੋਜਨ ਨਹੀਂ ਮਿਲਿਆ। ਸਾਹਿਬ ਕਹਿੰਦੇ ਕਦੇ ਕੋਈ ਤੜਫਦਾ ਨਹੀਂ ਵੇਖਿਆ ਭਈ ਅੱਜ ਮੈਂ ਨਿਤਨੇਮ ਨਹੀਂ ਕੀਤਾ, ਕਦੇ ਕੋਈ ਤੜਫਦਾ ਨਹੀਂ ਵੇਖਿਆ ਅੱਜ ਮੈਂ ਗੁਰਦੁਆਰਾ ਸਾਹਿਬ ਨਹੀਂ ਆਇਆ, ਕਦੇ ਕੋਈ ਤੜਫਦਾ ਨਹੀਂ ਵੇਖਿਆ ਅੱਜ ਮੈਂ ਆਪਣੇ ਗੁਰੂ ਦੇ ਦਰਸ਼ਨ ਨਹੀਂ ਕੀਤੇ, ਕਦੇ ਕੋਈ ਤੜਫਦਾ ਨਹੀਂ ਵੇਖਿਆ ਮੈਂ ਤੇ ਆਸ ਰੱਖੀ ਸੀ ਝੱਖੜ ਝਾਂਗੀ ਮੀਂਹ ਵਰਸੈ ਭੀ ਗੁਰ ਦੇਖਣ ਜਾਈ, ਤੂੰ ਤੇ ਸੁੱਕੇ ਪੱਕੇ 'ਚ ਗੁਰੂ ਚਰਨਾਂ ਵਿੱਚ ਨਹੀਂ ਆਉਂਦਾ ਤੇ ਤੂੰ ਸ਼ੇਖ ਫਰੀਦ ਦੀਆਂ ਗੱਲਾਂ ਕਰਦਾ। ਫਰੀਦਾ ਗਲੀਆਂ ਚਿੱਕੜ ਦੂਰ ਕਰ, ਨਾਲ ਪਿਆਰੇ ਨੇ ਚੱਲਾਂ ਤਾਂ ਭਿੱਜੈ ਕੰਬਲੀ, ਰਹਾਂ ਤਾਂ ਟੁੱਟੇ ਨੇ। ਪਹਿਲਾਂ ਭੁੱਖ ਲੱਗ ਜਾਏ ਫਿਰ ਅਹਿਸਾਸ ਹੋਵੇਗਾ। ਫਰੀਦਾ ਭਿੱਜੋ ਸਿੱਜੋ ਕੰਬਲੀ, ਅੱਲੇ ਵਰਸੇ ਮੇਓ, ਜਾਏ ਮੇਰਾ ਤੈਨ ਸੱਜਣਾ ਟੁੱਟੇ ਨਾਹੀ ਨਿਓ। ਭਿੱਜੋ ਸਿੱਜੋ ਕੰਬਲੀ, ਭਾਵੇਂ ਜੋ ਮਰਜ਼ੀ ਨੁਕਸਾਨ ਹੋ ਜਾਏ ਮੇਰਾ ਦੁਨਿਆਵੀ ਤੌਰ ਤੇ, ਪਰ ਸਾਈਆਂ ਮੈਂ ਤੇਰੇ ਚਰਨਾਂ ਤੋਂ ਵਿਛੜ ਕੇ ਨਹੀਂ ਰਹਿ ਸਕਦਾ। ਕਿਤੇ ਗੁਰੂ ਕਿਰਪਾ ਕਰੇ ਸਾਨੂੰ ਅਧਿਆਤਮਕ ਮੌਤ, ਅਧਿਆਤਮਕ ਭੋਜਨ, ਅਧਿਆਤਮਕ ਜ਼ਿੰਦਗੀ ਦਾ ਵੀ ਗਿਆਨ ਹੋ ਜਾਏ। ਇਹ ਗੁਰੂ ਕੋਲ ਬੈਠਿਆਂ ਨਿਤਨੇਮ ਕਰਦਿਆਂ ਅਹਿਸਾਸ ਹੋਵੇ ਮੈਂ ਇਹਦੇ ਤੋਂ ਆਨੰਦ ਲੈ ਲੈ ਕੇ ਨਿਤਨੇਮ ਕਰਨਾ ਹੈ, ਕਿਉਂਕਿ ਇਹ ਮੇਰਾ ਅਧਿਆਤਮਕ ਜੀਵਨ ਹੈ ਜੀ। ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚਾ ਨਾਏ ਰਹਾਉ। ਰਹਾਉ ਪਹਿਲਾਂ ਵੀ ਇਹ ਬੇਨਤੀ ਕੀਤੀ ਸੀ। ਰਹਾਉ ਦਾ ਮਤਲਬ ਹੈ, ਕੀ ਮਤਲਬ ਹੈ ਬੋਲੋ ਸਾਰੇ, ਰੁਕੋ, ਠਹਿਰੋ, ਸਮਝੋ। ਇਹ ਸੈਂਟਰਲ ਆਈਡੀਆ ਹੈ ਔਰ ਕੀਰਤਨ ਕਰਨ ਵਾਲਿਆਂ ਨੂੰ ਹਦਾਇਤ ਹੈ, ਕਿਉਂਕਿ ਅਸੀਂ ਜਿਹੜੀ ਬਾਣੀ ਵਿਚਾਰ ਰਹੇ ਹਾਂ ਨਾ ਸਾਰਿਆਂ ਵਾਸਤੇ ਹੈ। ਇਹਨੂੰ ਗਾਉਣਾ ਕਿਵੇਂ ਹੈ, ਇਹਨੂੰ ਪੜ੍ਹਨਾ ਕਿਵੇਂ ਹੈ, ਇਹਨੂੰ ਵਿਚਾਰਨਾ ਕਿਵੇਂ ਹੈ, ਸਾਰੀਆਂ ਸਿੱਧਾਂ ਇਹਦੇ ਵਿੱਚ ਨੇ। ਜੋ ਵੀਰ ਕੀਰਤਨ ਕਰਨ ਉਹ ਇਸ ਪੰਕਤੀ ਨੂੰ ਸਥਾਈ ਬਣਾਉਣ। ਰਹਾਉ ਦੀ ਪੰਕਤੀ ਕਹਿ ਰਹੀ ਹੈ ਪਹਿਲੀ ਪੰਕਤੀ ਇਹ ਬਣਾਉਣ, ਇੱਥੋਂ ਸ਼ੁਰੂ ਕਰਨ ਸ਼ਬਦ, ਕਿਉਂਕਿ ਇਸੇ ਦੀ ਵਿਆਖਿਆ ਬਾਕੀ ਪੰਕਤੀਆਂ ਨੇ। ਪਰ ਅੱਜ ਕੀਰਤਨ ਕਰਨ ਵੇਲੇ ਵੀ ਅਸੀਂ ਇਹ ਦੇਖਦੇ ਹਾਂ ਕਿ ਸਾਡਾ ਫਾਇਦਾ ਕਿੱਥੇ। ਮੈਂ ਕਿਸੇ ਤੇ ਉਟੰਕਣ ਨਹੀਂ ਕਰ ਰਿਹਾ, ਆਪਣੀ ਬਿਰਤੀ ਅਸੀਂ ਸਾਰੇ ਵਿੱਚ ਸ਼ਾਮਲ ਹਾਂ ਵੀ ਕਿੱਥੋਂ ਸ਼ਬਦ ਸ਼ੁਰੂ ਕਰਾਂ ਕਿ ਮੇਰਾ ਫਾਇਦਾ ਹੋਵੇ। ਜੇ ਮੈਂ ਲੱਖ ਖੁਸ਼ੀਆਂ ਪਾਤਸ਼ਾਹੀਆਂ ਤੋਂ ਸ਼ਬਦ ਸ਼ੁਰੂ ਕਰਾਂਗਾ ਨਾ ਤੇ ਸੁਣਨ ਵਾਲੇ ਖੁਸ਼ ਹੋ ਜਾਣਗੇ, ਉਹ ਸਮਝਣਗੇ ਵੀ ਸਾਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਨੇ, ਸਾਡਾ ਮਕਾਨ ਬਣਿਆ ਜਾਂ ਖੁਸ਼ੀ ਹੋਈ, ਉਹ ਪੈਸੇ ਦੇਣਗੇ। ਤੁਸੀਂ ਵੇਖ ਲੈਣਾ ਆਮ ਘਰਾਂ ਵਿੱਚ ਸਮਾਗਮ ਅਸੀਂ ਕਰਾਉਂਦੇ ਜਾਂ ਕਰਦੇ ਆ ਨਾ, ਜਿਸ ਵੇਲੇ ਭਾਈ ਸਾਹਿਬ ਇਹ ਸ਼ਬਦ ਪੜ੍ਹਦੇ ਆ ਤੇ ਮਾਮੇ ਚਾਚੇ ਤਾਏ ਉੱਠ ਕੇ ਉਦੋਂ ਜ਼ਰੂਰ ਕੁਛ ਨਾ ਕੁਛ ਦੇ ਵਾਜੇ ਤੇ ਰੱਖਣ ਚਲੇ ਜਾਂਦੇ ਨੇ ਤੇ ਭਾਈ ਸਾਹਿਬ ਜੀ ਪੜ੍ਹ ਦਿੰਦੇ ਫਿਰ ਇੱਥੋਂ ਹੀ। ਪਰ ਇਹਦੀ ਜੋ ਰਹਾਉ ਦੀ ਪੰਕਤੀ ਹੈ ਉਹ ਮੌਤ ਨਾਲ ਸੰਬੰਧਿਤ ਹੈ ਇਸੇ ਸ਼ਬਦ ਵਿੱਚ। ਚਲੋ ਇਹ ਤੁਹਾਡਾ ਹੋਮਵਰਕ ਹੈ, ਜਾ ਕੇ ਦੇਖਣਾ ਕਿਹੜੀ ਰਹਾਉ ਦੀ ਪੰਕਤੀ ਹੈ। ਹੁਣ ਜਿਹਨੂੰ ਤੇ ਚਾਹਨਾ ਹੋਏਗੀ ਉਹ ਤੇ ਵੇਖੇਗਾ ਜਾ ਕੇ। ਜੇ ਉੱਤੇ ਤੁਸੀਂ ਵਰਕ ਕਰੋਗੇ ਨਾ ਜਾ ਕੇ ਆਪਣੇ ਆਪ ਨੂੰ ਸਮਝ ਆਏਗਾ। ਹੁਣ ਦੇਖਣਾ ਜਾ ਕੇ ਰਹਾਉ ਦੀ ਪੰਕਤੀ ਕਿਹੜੀ ਹੈ, ਉੱਥੋਂ ਸ਼ਬਦ ਸ਼ੁਰੂ ਕਰਨਾ ਚਾਹੀਦਾ ਸੀ ਤਾਂ ਕਿ ਸਾਨੂੰ ਜ਼ਿੰਦਗੀ ਦੀ ਚੰਗੀ ਤਰ੍ਹਾਂ ਸਮਝ ਪੈ ਸਕੇ। ਖੈਰ, ਰਹਾਉ ਦੀ ਪੰਕਤੀ ਤੋਂ ਹੀ ਸਥਾਈ ਬਣਾਉਣੀ ਹੈ ਕੀਰਤਨ ਕਰਨ ਵਾਲੇ ਨੇ। ਰਹਾਉ ਦੀ ਪੰਕਤੀ ਨੂੰ ਚੰਗੀ ਤਰ੍ਹਾਂ ਅਸੀਂ ਸਮਝਣਾ ਹੈ ਤੇ ਅਸੀਂ ਜੋ ਗੁਰਬਾਣੀ ਲਿਖਤ ਹੈ ਨਾ ਉਹਨੂੰ ਵੀ ਥੋੜ੍ਹਾ ਸਮਝੀਏ। ਹੁਣ ਸਾਹਮਣੇ ਸਕਰੀਨ ਲੱਗੀ, ਤੁਸੀਂ ਵੇਖੋ ਰਹਾਉ ਦੇ ਨਾਲ ਇੱਕ ਅੰਗ ਪਿਆ ਹੋਇਆ, ਇੱਕ। ਜਦੋਂ ਕਿ ਉੱਪਰ ਜਿਹੜੀ ਪੰਕਤੀ ਸਮਾਪਤ ਹੋਈ, ਉਤ ਭੁੱਖੈ ਖਾਏ ਚਲੀ ਹੈ ਦੁੱਖ, ਉਹਦੇ ਨਾਲ ਵੀ ਇੱਕ ਪਿਆ। ਇੱਕ ਤੋਂ ਬਾਅਦ ਤੇ ਦੋ ਹੋਣਾ ਚਾਹੀਦਾ ਸੀ, ਇੱਕ ਤੋਂ ਬਾਅਦ ਇੱਕ ਕਿਉਂ ਆ ਗਿਆ? ਇਹਦੀ ਵਿਚਾਰ ਰਹਾਉ ਦੀ ਪੰਕਤੀ ਨਾਲ ਹਮੇਸ਼ਾ ਇੱਕ ਹੀ ਆਏਗਾ।
ਇਸ ਨੋਟ ਕਰ ਲਈਏ ਗੱਲ। ਰਹਾਉ ਦੀ ਪੰਕਤੀ ਨਾਲ ਜੇ ਅੰਗ ਆਏਗਾ ਤੇ ਕੀ ਆਏਗਾ? ਇੱਕ ਹੀ ਆਏਗਾ। ਹਾਂ ਜੇ ਕਿਸੇ ਇੱਕ ਸ਼ਬਦ ਵਿੱਚ ਰਹਾਉ ਦੋ ਨੇ ਤੇ ਉਹਦੀ ਗੱਲ ਵੱਖਰੀ ਹੈ। ਇਹ ਇੱਕ ਪੰਕਤੀ ਆਪਣੇ ਆਪ 'ਚ ਨਿਰਾਲੀ ਹੈ, ਇਹ ਪਹਿਲੇ ਨੰਬਰ ਤੇ ਹੈ। ਬਾਕੀ ਜਿਹੜੇ ਪਦ ਨੇ ਉਹ ਗਿਣਤੀ ਵਾਈਜ਼ ਆਉਣਗੇ। ਜਿਵੇਂ ਦੇਖੋ, ਚਲੀਏ ਦੂਖ ਤੋਂ ਬਾਅਦ ਇੱਕ, ਜਿਹੜਾ ਅਗਲਾ ਹੈ, ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ, ਵੀਰ ਜੀ ਪੜ੍ਹਨਗੇ, ਉਦੋਂ ਦੋ ਆਏਗਾ। ਜਦੋਂ ਉਹ ਅੱਗੇ ਗੱਲ ਆਏਗੀ ਤੇ ਉੱਥੇ ਵਿਚਾਰ ਕਰਾਂਗੇ। ਰਹਾਉ ਦੇ ਨਾਲ ਹਮੇਸ਼ਾ ਇੱਕ ਆਏਗਾ। ਇਸ ਪਾਵਨ ਪੰਕਤੀ 'ਚ ਮਾਲਕ ਕਹਿੰਦੇ ਨੇ ਸੋ, ਉਹ ਕਿਹਦੇ ਵਾਸਤੇ ਵਰਤਿਆ? ਰੱਬ ਵਾਸਤੇ। ਉਹ ਰੱਬ, ਇਹਦੀ ਵਿਆਖਿਆ ਕਰਨ ਬਹਿ ਜੀ ਅਸੀਂ ਸਾਰੀ ਜ਼ਿੰਦਗੀ ਨਿਕਲ ਜਾਏਗੀ, ਇਹਦੀ ਵਿਆਖਿਆ ਪੂਰੀ ਨਹੀਂ ਹੋਏਗੀ। ਉਹ ਰੱਬ ਕਿਹੜਾ ਰੱਬ? ਜਿਹਦੇ ਬਾਰੇ ਗੱਲ ਕੀਤੀ, ਜਿਹਦੇ ਆਖਣ ਨਾਲ ਹੀ ਜੀਵਨ ਹੈ, ਜਿਹਨੂੰ ਵਿਸਰਨ ਦੇ ਨਾਲ ਹੀ ਮੌਤ ਹੈ, ਜਿਹਦੇ ਨਾਮ ਦੀ ਲੱਗੀ ਹੋਈ ਭੁੱਖ ਜਿਹੜੀ ਹੈ ਉਹਦੇ ਕਰਕੇ ਅਸੀਂ ਉਹਨੂੰ ਪ੍ਰਾਪਤ ਕਰਦੇ ਹਾਂ ਤੇ ਜੀਵਨ 'ਚ ਦੁੱਖ ਚਲੇ ਜਾਂਦੇ ਹਨ। ਉਹ ਰੱਬ ਜਿਹਦੀ ਤਿਲ ਮਾਤਰ ਵੀ ਵਡਿਆਈ ਨਹੀਂ ਕੀਤੀ ਜਾ ਸਕਦੀ। ਉਹ ਰੱਬ ਜੋ ਸਭ ਕੁਝ ਦੇਣ ਵਾਲਾ ਹੈ। ਸੋ ਸ਼ਬਦ ਵਿੱਚ ਰੱਬ ਦੀਆਂ ਸਾਰੀਆਂ ਦਾਤਾਂ, ਰੱਬ ਦੀ ਸਾਰੀ ਬਖਸ਼ਿਸ਼ ਹੈ। ਉਹ ਰੱਬ ਕਿਉਂ ਵਿਸਰ ਜਾਏ? ਐ ਮੇਰੀ ਮਾਂ, ਕਿਉਂ ਮੈਨੂੰ ਐਸਾ ਰੱਬ ਵਿਸਰੇ? ਅਰਦਾਸ ਕਰ ਕਿ ਮੈਨੂੰ ਉਹ ਵਿਸਰੇ ਕੋਈ ਨਾ। ਪਹਿਲਾ ਜਿਹੜਾ ਸ਼ਬਦ ਅਸੀਂ ਕਰਕੇ ਹਟੇ ਹਾਂ ਰਾਤ ਨੂੰ, ਉਹਦੇ ਵਿੱਚ ਵੀ ਇਹ ਗੱਲ ਕਹੀ ਸੀ ਨਾ, ਅਸੀਂ ਸੁਣ ਕੇ ਕਹੀ ਜਾਂਦੇ ਕਿ ਰੱਬ ਵੱਡਾ ਹੈ ਪਰ ਮਹਿਸੂਸ ਨਹੀਂ ਕਰਦੇ। ਹੁਣ ਇਹ ਪੰਕਤੀ ਵੀ ਤਾਂ ਹੀ ਸਾਨੂੰ ਸਮਝ ਪਏਗੀ ਜੇ ਮਹਿਸੂਸ ਕਰਾਂਗੇ। ਮਹਿਸੂਸ ਕਰਨ ਦਾ ਕੀ ਮਤਲਬ ਹੁੰਦਾ ਹੈ? ਅਸੀਂ ਰੱਬ ਬਾਰੇ ਕਹਿੰਦੇ ਰੱਬ ਦਾਤਾ ਹੈ, ਇਹ ਸੁਣ ਲਿਆ, ਕਹਿ ਵੀ ਦਿੱਤਾ ਰੱਬ ਦਾਤਾ ਹੈ, ਪਰ ਕਦੇ ਮਹਿਸੂਸ ਕੀਤਾ ਕਿ ਰੱਬ ਵਾਕਈ ਦਾਤਾ ਹੈ? ਕੀ ਕੁਛ ਰੱਬ ਜੀ ਨੇ ਦਿੱਤਾ ਹੈ, ਕਦੇ ਮਹਿਸੂਸ ਕੀਤਾ ਅਸੀਂ? ਆ ਬੱਚੇ ਬੈਠੇ ਨੇ, ਬੱਚਿਆਂ ਨੂੰ ਸਮਝ ਆ ਜਾਏਗੀ ਕੀ ਕੁਛ ਦਿੱਤਾ ਰੱਬ ਨੇ ਸਾਨੂੰ। ਇਹ ਬਾਂਹ ਹੈ ਨਾ, ਬਾਂਹ ਇੱਕ, ਇਸ ਬਾਂਹ ਵਿੱਚ ਇਸ ਥਾਂ ਤੋਂ ਇੱਕ ਬੈਂਡ ਹੈ, ਇੱਥੋਂ ਬਾਂਹ ਮੁੜਦੀ ਹੈ। ਇਹ ਰੱਬ ਦੀ ਇੱਕ ਬਹੁਤ ਕੀਮਤੀ ਦਾਤ ਹੈ। ਸੋਚੋ ਕਿ ਮੇਰੀ ਬਾਂਹ ਇੱਥੇ ਮੁੜਨੀ ਬੰਦ ਹੋ ਜਾਏ, ਰੱਬ ਇਹ ਦਾਤ ਖੋਲੇ, ਮੇਰੀ ਬਾਂਹ ਇੱਥੋਂ ਮੁੜੇ ਨਾ, ਕੀ ਮੇਰੇ ਜੀਵਨ 'ਚ ਕੀ ਘਾਟ ਪਏਗੀ? ਅਸੀਂ ਰੋਟੀ ਤਿਆਰ ਕਰ ਸਕਦੇ ਹਾਂ, ਪਲੇਟ ਵਿੱਚ ਪਾ ਸਕਦੇ ਹਾਂ, ਹੁਣ ਖਾਣ ਦੀ ਵਾਰੀ ਹੈ। ਇੱਦਾਂ ਮੈਂ ਬੈਠਾ, ਮੈਂ ਬੁਰਕੀ ਐਵੇਂ ਤੋੜਾਂਗਾ, ਹੁਣ ਮੇਰੀ ਬਾਂਹ ਮੁੜਨੀ ਨਹੀਂ। ਜਾਂ ਤਾਂ ਉਹ ਰੋਟੀ ਮੇਰੇ ਸਿਰ ਤੇ ਉੱਪਰ ਚਲੀ ਜਾਏਗੀ, ਜਾਂ ਉਹ ਰੋਟੀ ਮੈਂ ਖੱਬੇ ਪਾਸੇ ਲੈ ਜਾਵਾਂਗਾ, ਜਾਂ ਸੱਜੇ ਪਾਸੇ ਲੈ ਜਾਵਾਂਗਾ, ਆਪਣੇ ਮੂੰਹ ਤੱਕ ਨਹੀਂ ਲੈ ਕੇ ਜਾ ਸਕਾਂਗਾ। ਇੱਕ ਬੈਂਡ ਦੀ ਕੀਮਤ ਸਾਡੀ ਖੁਰਾਕ ਹੈ। ਜੇ ਕੋਈ ਕਵੇ ਕੋਈ ਗੱਲ ਨਹੀਂ, ਜੇ ਬਾਂਹ ਨਹੀਂ ਮੁੜਦੀ ਤੇ ਮੈਂ ਬਾਹਾਂ ਦੇ ਸਹਾਰੇ ਖੜਾ ਹੋ ਕੇ ਥੱਲੋਂ ਚੱਕ ਲਾਂਗਾ, ਨਹੀਂ ਚੱਕ ਸਕਾਂਗੇ, ਕਿਉਂਕਿ ਬਾਹਾਂ ਆਕੜੀਆਂ ਹੋਣਗੀਆਂ। ਕਿੰਨਾ ਕੁ ਸਿਰ ਥੱਲੇ ਝੁਕਾ ਲੇਗਾ ਤੂੰ? ਕੁੱਤਿਆਂ ਵਾਂਗੂ ਵੀ ਨਹੀਂ ਖਾ ਪਾਵਾਂਗੇ ਅਸੀਂ। ਫਿਰ ਤੇ ਬਾਹਾਂ ਪਿੱਛੇ ਕਰਕੇ, ਮੂੰਹ ਥੱਲੇ ਕਰਕੇ ਸਾਨੂੰ ਪਾਣੀ ਪੀਣਾ ਹੋਏਗਾ। ਅਸੀਂ ਤਾਂ ਜੀਭ ਨਾਲ ਪਾਣੀ ਵੀ ਨਹੀਂ ਪੀ ਸਕਦੇ। ਸੋਚੋ ਗਲਾਸ ਨਾਲ ਮੂੰਹ ਕਿਵੇਂ ਲਗਾਵਾਂਗੇ, ਕਿਵੇਂ ਗਲਾਸ ਚੁੱਕਾਂਗੇ ਤੇ ਕਿਵੇਂ ਅੰਦਰ ਪਾਣੀ ਜਾਏਗਾ? ਸਾਡਾ ਭੋਜਨ, ਸਾਡਾ ਖਾਣਾ ਪਾਣਾ ਸਭ ਬੰਦ ਹੋ ਜਾਏਗਾ ਜੇ ਰੱਬ ਇੱਕ ਬੈਂਡ ਦੀ ਦਾਤ ਸਾਡੇ ਕੋਲ ਖੋਹ ਲਵੇ। ਕਹਿਣਾ ਕਿੰਨਾ ਸੌਖਾ ਹੈ ਨਾ, ਰੱਬ ਦਾਤਾ ਹੈ, ਪਰ ਮਹਿਸੂਸ ਨਹੀਂ ਅਸੀਂ ਕਰਦੇ। ਕਦੇ ਸੋਚੋ, ਮੈਂ ਤੇ ਹੈਰਾਨ ਹੋ ਗਿਆ, ਸਾਰੇ ਇਕੱਠੇ ਹੋ ਕੇ ਤੇ ਸੋਚਿਆ ਸਾਰਿਆਂ ਨੇ ਵੀ ਇੱਕ ਐਸਾ ਕੰਪਿਊਟਰ ਬਣਾਈਏ ਜੋ ਮਨੁੱਖੀ ਦਿਮਾਗ ਵਰਗਾ ਹੋਵੇ। ਸਾਰੇ ਸਾਇੰਟਿਸਟ ਵੱਡੇ ਵੱਡੇ ਇਕੱਠੇ ਹੋਏ, ਸਲਾਹ ਕੀਤੀ, ਕਈ ਮਹੀਨੇ ਚਰਚਾ ਕਰਨ ਤੋਂ ਬਾਅਦ ਕਹਿਣ ਲੱਗੇ ਨਹੀਂ ਬਣ ਸਕਦਾ, ਨਹੀਂ ਬਣ ਸਕਦਾ। ਹੱਥ ਖੜੇ ਕਰ ਦਿੱਤੇ, ਨਹੀਂ ਬਣ ਸਕਦਾ। ਫਿਰ ਵਿਚਾਰ ਕੀਤੀ ਸੈਕਿੰਡ ਬੈਸਟ, ਜਿਹੜਾ ਦੂਜੇ ਨੰਬਰ ਦਾ ਹੋਵੇ, ਉਹ ਤੇ ਬਣਾਈਏ। ਫਿਰ ਚਰਚਾ ਕੀਤੀ ਤੇ ਜੋ ਸਿੱਟੇ ਨਿਕਲੇ, ਕਹਿੰਦੇ ਪਹਿਲੀ ਗੱਲ ਤੇ ਜਿਹੜਾ ਸੈਕਿੰਡ ਬੈਸਟ ਵੀ ਹੋਏਗਾ ਨਾ, ਉਹ ਵੀ ਤੋਂ ਅਤ ਘਟੀਆ ਦਰਜੇ ਦਾ ਹੋਏਗਾ ਤੇ ਉਹਦੇ ਵਾਸਤੇ ਖਰਚਾ ਇੰਨਾ ਹੋਏਗਾ ਕਿ ਜੇ ਇੰਡੀਆ ਵੇਚ ਦਈਏ ਸਾਰੇ ਦਾ ਸਾਰਾ ਤੇ ਹੋ ਸਕਦਾ ਉਹਦਾ ਖਰਚਾ ਪੂਰਾ ਹੋ ਜਾਏ। ਜਗ੍ਹਾ ਵਰਲਡ ਦਾ ਸਭ ਤੋਂ ਵੱਡਾ ਜਿਹੜਾ ਏਅਰਪੋਰਟ ਹੈ, ਓਨੀ ਜਗ੍ਹਾ ਲਗਭਗ ਚਾਹੀਦੀ ਹੈ। ਪੂਰਾ ਇੰਡੀਆ ਵਿਕ ਜਾਏ ਤਾਂ ਵੀ ਸਾਡੇ ਦਿਮਾਗ ਵਰਗਾ ਕੰਪਿਊਟਰ ਨਹੀਂ ਬਣ ਸਕਦਾ। ਰੱਬ ਨੇ ਬਿਲਕੁਲ ਫ੍ਰੀ 'ਚ ਦਿੱਤਾ ਹੈ ਸਾਨੂੰ, ਬਿਲਕੁਲ ਫ੍ਰੀ 'ਚ ਦਿੱਤਾ ਹੈ। ਅਸੀਂ ਸੈਂਕੜੇ, ਹਜ਼ਾਰਾਂ, ਲੱਖਾਂ ਰੋਜ਼ ਸਾੜ ਕੇ ਆਉਂਦੇ ਹਾਂ ਸ਼ਮਸ਼ਾਨ ਘਾਟ ਵਿੱਚ, ਰੱਬ ਫਿਰ ਨਵੇਂ ਬਣਾ ਕੇ ਭੇਜ ਦਿੰਦਾ ਹੈ।
ਕਦੇ ਉਹਦੀ ਦਾਤ ਨੂੰ ਮਹਿਸੂਸ ਕਰੀਏ, ਫਿਰ ਹੋਏਗਾ ਸੋ ਐਸਾ ਰੱਬ ਜਿਹੜਾ ਇੰਨੇ ਕਮਾਲ ਦਾ ਹੈ ਕਿ ਇਹ ਮੇਰੀ ਮਾਂ ਕਿਉਂ ਵਿਸਰੇ, ਮੇਰੇ ਜੀਵਨ ਵਿੱਚ ਕਿਉਂ ਵਿਸਰ ਜਾਏ। ਸਾਚਾ ਸਾਹਿਬ ਸਾਚੈ ਨਾਏ, ਕਿਉਂਕਿ ਮੇਰੇ ਜੀਵਨ ਦਾ ਮਨੋਰਥ ਹੈ ਪ੍ਰਭੂ ਨਾਲ ਮਿਲਾਪ, ਪਰ ਪ੍ਰਭੂ ਸੱਚਾ ਸਾਹਿਬ ਹਮੇਸ਼ਾ ਕਾਇਮ ਰਹਿਣ ਵਾਲਾ ਸਾਹਿਬ ਆਉਂਦਾ ਕਿਵੇਂ ਹੈ? ਉਹਦੇ ਨਾਮ ਦੇ ਰਾਹੀਂ ਹੀ ਮੇਰੇ ਅੰਦਰ ਜਾ ਕੇ ਵਸਦਾ ਹੈ। ਸਾਚੈ ਨਾਏ ਦਾ ਅਰਥ ਹੈ ਸੱਚੇ ਨਾਮ ਦੀ ਰਾਹੀਂ ਸੱਚਾ ਸਾਹਿਬ ਮਿਲਦਾ ਹੈ। ਸਾਨੂੰ ਪ੍ਰਭੂ ਦਾ ਸਿਮਰਨ ਭੁੱਲ ਗਿਆ, ਫਿਰ ਪ੍ਰਭੂ ਵੀ ਭੁੱਲ ਗਿਆ, ਪ੍ਰਭੂ ਨਾਲ ਸਾਂਝ ਵੀ ਟੁੱਟ ਗਈ। ਇਸ ਕਰਕੇ ਮਾਲਕ ਪ੍ਰਭੂ ਦੇ ਨਾਮ ਦੀ ਵਡਿਆਈ ਕਰਦੇ ਹੋਏ ਵੀ ਬਹੁਤ ਥਾਵਾਂ ਤੇ ਕਹਿੰਦੇ ਨੇ ਐਸਾ ਨਾਮ ਨਿਰੰਜਨ ਹੋਏ, ਅਸੀਂ ਪੜ੍ਹਦੇ ਹਾਂ ਉੱਥੇ ਨਾਮ ਦੀ ਮਹਿਮਾ ਹੈ। ਉੱਚੇ ਉੱਪਰ ਉੱਚਾ ਨਾਮ ਦੀ ਗੱਲ ਹੈ, ਪ੍ਰਭੂ ਦੇ ਨਾਮ ਦੀ ਮਹਿਮਾ ਹੈ, ਕਿਉਂਕਿ ਜੇ ਨਾਮ ਨਾਲ ਜੁੜ ਜਾਏਗਾ ਨਾ ਤੇ ਪ੍ਰਭੂ ਤੇ ਆਪਣੇ ਆਪ ਹੀ ਉਹ ਨਾਮ ਵਾਲਾ ਆਪਣੇ ਆਪ ਹੀ ਤੇਰੇ ਅੰਦਰ ਜਿਹੜਾ ਹੈ ਆ ਕੇ ਬੈਠ ਜਾਏਗਾ। ਤੋ ਸੋ ਹਜ਼ੂਰ ਇਸ ਰਹਾਉ ਦੀ ਪੰਕਤੀ ਵਿੱਚ ਕਹਿੰਦੇ ਨੇ ਰੱਬ ਨੂੰ ਭੁਲਾਉਣਾ ਨਹੀਂ ਚਾਹੀਦਾ, ਪ੍ਰਭੂ ਨੂੰ ਯਾਦ ਕਰਨਾ ਚਾਹੀਦਾ। ਯਾਦ ਸਦਕਾ ਹੀ ਰੱਬ ਦੇ ਨਾਲ ਸਾਡਾ ਮਿਲਾਪ ਹੋ ਸਕਦਾ ਹੈ ਜੀ। ਸ਼ਬਦ ਵਿੱਚ ਤੁਸੀਂ ਇੱਕ ਗੱਲ ਬੜੀ ਅਜੀਬ ਦੇਖੀ ਹੋਵੇਗੀ ਵੀ ਇੱਥੇ ਬਹੁਤੀ ਵਾਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਵਿੱਚ ਗੱਲ ਮਾਂ ਨਾਲ ਕੀਤੀ ਜਾਂਦੀ ਹੈ। ਅਸਲ ਵਿੱਚ ਉਹਦਾ ਕਾਰਨ ਹੈ, ਰੱਬ ਜਦੋਂ ਆਪਣਾ ਕੁਦਰਤ ਦਾ ਮਹਿਮਾਨ ਦੁਨੀਆ ਵਿੱਚ ਭੇਜਦਾ ਹੈ ਤਾਂ ਸਭ ਤੋਂ ਪਹਿਲਾਂ ਰੱਬ ਵਿਸ਼ਵਾਸ ਕਰਦਾ ਮਾਂ ਦੀ ਕੁੱਖ ਦੇ ਉੱਤੇ। ਮਾਂ ਇੱਕ ਇਹੋ ਜਿਹਾ ਪਿਆਰਾ ਸ਼ਬਦ ਹੈ, ਜਿਸ ਦਿਨ ਤੋਂ ਰੱਬ ਆਪਣਾ ਮਹਿਮਾਨ ਮਾਂ ਦੀ ਕੁੱਖ ਵਿੱਚ ਭੇਜ ਦਿੰਦਾ ਹੈ, ਉਸ ਦਿਨ ਤੋਂ ਮਾਂ ਦੁੱਖ ਝੱਲਦੀ ਹੈ। ਉਸ ਦਿਨ ਤੋਂ ਮਾਂ ਆਪਣੀ ਜ਼ਿੰਦਗੀ ਦੇ ਸਵਾਦ ਰਸ ਸਭ ਕੁਝ ਛੱਡਦੀ ਹੈ, ਆਪਣੀ ਜ਼ਿੰਦਗੀ ਦੇ ਸੁੱਖਾਂ ਦੀ ਕੁਰਬਾਨੀ ਦੇ ਕੇ ਇੱਕ ਬੱਚੇ ਦਾ ਜਨਮ ਦਿੰਦੀ ਹੈ। ਫਿਰ ਅੱਗੇ ਜ਼ਿੰਦਗੀ ਆਉਂਦੀ ਹੈ। ਤੁਸੀਂ ਅੱਗੇ ਦੇਖਿਓ ਕਦੇ ਜਦੋਂ ਬੱਚਾ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਵਿੱਚ ਜਾਂ ਧਾਰਮਿਕ ਗ੍ਰੰਥਾਂ ਵਿੱਚ ਘਰ ਵਿੱਚ ਬੱਚਾ ਪੰਗੂੜੇ 'ਚ ਪਿਆ, ਉਹ ਪੰਗੂੜੇ 'ਚੋਂ ਬੱਚਾ ਰੋਇਆ, ਹੈਰਾਨੀ ਦੀ ਗੱਲ ਸੁਣਿਆ ਭੈਣ ਨੇ ਵੀ ਹੋਵੇਗਾ, ਉਹ ਸੁਣਿਆ ਭਰਾ ਨੇ ਵੀ ਹੋਵੇਗਾ, ਸੁਣਿਆ ਪਿਤਾ ਨੇ ਵੀ ਹੋਵੇਗਾ, ਸੁਣਿਆ ਹੋਰ ਨੇ ਵੀ ਹੋਵੇਗਾ, ਪਰ ਜਦੋਂ ਮਾਂ ਨੇ ਸੁਣਿਆ ਤੇ ਉਹ ਭੱਜ ਕੇ ਪੰਗੂੜੇ ਵੱਲ ਗਈ। ਪਾਲਣਾ ਸੁਆਏ ਮਾਏ ਗ੍ਰਹਿ ਕਾਜ ਲੱਗੇ ਜਾਏ, ਸੁਣ ਸੁਤ ਰੁਦਨ ਪੈ ਪਿਆਵੇ ਮਨ ਮੋਦ ਕੋ। ਭਾਈ ਗੁਰਦਾਸ ਜੀ ਆਖਦੇ ਨੇ, ਕਹਿੰਦੇ ਮਾਂ ਭੱਜੀ ਗਈ, ਮਾਂ ਦੇ ਕੋਲ ਰੁਕਿਆ ਨਹੀਂ ਗਿਆ। ਬੱਚੇ ਦੀ ਗੱਲ ਸੀ ਜਦੋਂ, ਇਤਨਾ ਪਿਆਰਾ ਸ਼ਬਦ ਹੈ। ਫਿਰ ਹੈਰਾਨੀ ਦੀ ਗੱਲ ਹੈ, ਮਾਂ ਇਤਨੀ ਕੁਰਬਾਨੀ ਦਿੰਦੀ ਆਪਣੀ ਜ਼ਿੰਦਗੀ ਦੇ ਅੰਦਰ, ਹਰ ਗੱਲ ਉਹ ਆਪਣੇ ਵੱਲੋਂ ਸੋਚ ਵਿਚਾਰ ਕੇ ਆਪਣੇ ਬੱਚੇ ਨੂੰ ਸੰਭਾਲਦੀ ਹੈ। ਹਰ ਪਲ ਉਹ ਆਪਣੇ ਜੋਬਨ ਨੂੰ ਦੁੱਧ ਅੰਮ੍ਰਿਤ ਬਣਾ ਕੇ ਆਪਣੇ ਬੱਚੇ ਦੀ ਜ਼ਿੰਦਗੀ ਦੇ ਮੁੱਖ ਵਿੱਚ ਅੰਮ੍ਰਿਤ ਪਾਉਂਦੀ ਹੈ। ਇਤਨੀ ਕੁਰਬਾਨੀ ਮਾਂ ਦਿੰਦੀ ਹੈ। ਇੱਥੇ ਬਸ ਨਹੀਂ, ਮਾਂ ਦੀਆਂ ਜ਼ਿੰਦਗੀ ਦੀਆਂ ਗੱਲਾਂ ਇਹ ਵੀ ਬੜੀਆਂ ਅਜੀਬ ਨੇ। ਇਹਨਾਂ ਕੁਝ ਹੋਣ ਦੇ ਬਾਵਜੂਦ ਵੀ ਉਹ ਕਦੇ ਆਪਣੇ ਬੱਚੇ ਤੋਂ ਦੁਖੀ ਹੋ ਕੇ, ਕਦੇ ਆਪਣੇ ਬੱਚੇ ਤੋਂ ਦੁਖੀ ਹੋ ਕੇ ਆਪਣੇ ਜੀਵਨ ਵਿੱਚ ਉਹਨੂੰ ਆਪਣੇ ਤੋਂ ਦੁਰਕਾਰਦੀ ਨਹੀਂ ਹੈ। ਆਹ ਸ਼ਬਦ ਆਉਂਦਾ ਹੈ, ਕਈ ਵਾਰੀ ਆਪਾਂ ਵਿਚਾਰ ਕਰਨੇ ਪੂਤਾ, ਹੁਣ ਕੋਈ ਪਿਓ ਨਾਰਾਜ਼ ਹੋਵੇ ਵੀ ਮੇਰਾ ਜ਼ਿਕਰ ਕਦੇ ਵੀ ਨਹੀਂ ਆਉਂਦਾ, ਮੈਂ ਵੀ ਤੇ ਪਾਲਦਾ, ਮੈਂ ਕਮਾਈ ਕਰਨਾ, ਮੈਂ ਸਾਰੀ ਦਿਹਾੜੀ ਘਰ ਨੂੰ ਛੱਡਣਾ, ਸਾਰੀ ਦਿਹਾੜੀ ਦੁੱਖ ਝੱਲਣਾ, ਤੇ ਜੇ ਮੈਂ 2 ਪੈਸੇ ਨਾ ਲੈ ਕੇ ਘਰੇ ਆਵਾਂ ਤੇ ਕਿਵੇਂ ਹੋ ਸਕਦਾ? ਇੱਥੇ ਕਿੰਨਾ ਚੰਗਾ ਹੁੰਦਾ ਜੇ ਪਿਤਾ ਦੀ ਅਸੀਸ ਦਾ ਵੀ ਜ਼ਿਕਰ ਹੁੰਦਾ, ਪਰ ਇੱਥੇ ਗੱਲ ਕੱਲੀ ਮਾਂ ਦਾ ਜ਼ਿਕਰ ਹੈ। ਉਹਦਾ ਕਾਰਨ ਹੈ ਕਿਉਂਕਿ ਜਿਹੜੇ ਸ਼ਬਦ ਨੇ ਨਾ ਕੁਝ ਉਹ ਮਾਂ ਨਾਲ ਹੀ ਜੁੜੇ ਹੁੰਦੇ ਨੇ, ਉਹ ਪਿਤਾ ਨਾਲ ਜੁੜ ਹੀ ਨਹੀਂ ਸਕਦੇ। ਤੁਸੀਂ ਦੇਖਿਓ ਕਦੇ, ਮੰਨ ਲਓ ਮੇਰਾ ਪਿਤਾ ਹੈ, ਮੇਰੇ ਘਰ ਵਿੱਚ ਰਹਿੰਦੇ ਆ, ਉਹ 26-27 ਸਾਲਾਂ ਦੇ ਹੋ ਗਏ, ਤੇ ਉਸ ਤੋਂ ਬਾਅਦ ਵਿੱਚ ਮੇਰੀ ਮਾਂ ਆਈ ਹੈ ਨਾ ਸਾਡੇ ਘਰ ਵਿੱਚ। ਪਹਿਲਾਂ ਤੇ ਮੇਰਾ ਪਿਤਾ 27 ਸਾਲ 25 ਸਾਲ ਉੱਥੇ ਜੀਵਿਆ ਹੋਵੇਗਾ, ਮੁੜ ਕੇ ਉਹਦੀ ਸ਼ਾਦੀ ਹੋਈ ਤੇ ਮਾਂ ਆਈ। ਲੇਕਿਨ ਹੈਰਾਨੀ ਦੀ ਗੱਲ ਹੈ, ਉਸ ਘਰ ਨੂੰ ਸ਼ਬਦ ਕਹਿੰਦੇ ਆ ਮਾਤ ਭੂਮੀ, ਪਿਤਾ ਭੂਮੀ ਕਿਉਂ ਨਹੀਂ ਕਹਿੰਦੇ? 27 ਸਾਲ ਪਹਿਲਾਂ ਪਿਤਾ ਉੱਥੇ ਰਹਿੰਦਾ, ਤੇ 27 ਸਾਲ ਰਹਿਣ ਦੇ ਬਾਵਜੂਦ ਵੀ ਉਹ ਪਿਤਾ ਭੂਮੀ ਨਹੀਂ ਬਣ ਸਕੀ, ਉਹ ਮਾਤ ਭੂਮੀ ਹੈ। ਜਿਹੜੇ ਵੀ ਸ਼ਬਦ, ਹਾਲਾਂਕਿ ਪਿਤਾ ਛੱਡ ਕੇ ਆਉਂਦਾ, ਸਕੂਲ ਪਿਤਾ ਲੈ ਕੇ ਆਉਂਦਾ, ਸਕੂਲ ਚੰਗੇ ਵਿੱਚ ਪੜ੍ਹਾਉਣਾ ਇਹ ਪਿਤਾ ਦਾ ਫਰਜ਼ ਬਣਦਾ ਹੈ, ਪਿਤਾ ਪੜ੍ਹਾਉਂਦਾ ਹੈ, ਮਾਂ ਉਨੀ ਕੁਰਬਾਨੀ ਨਹੀਂ ਦਿੰਦੀ। ਪਰ ਤੁਸੀਂ ਸ਼ਬਦ ਪੜ੍ਹੇ ਹੋ ਜੇ ਕਦੇ, ਇਹ ਮਾਤ ਭਾਸ਼ਾ, ਪਿਤਾ ਭਾਸ਼ਾ ਕਦੇ ਵੀ ਕਦੇ ਕੋਈ ਨਹੀਂ ਕਹਿੰਦਾ, ਕਿਉਂਕਿ ਉਹਨੇ ਮਾਤਾ ਦੇ ਕੋਲੋਂ ਜਿਹੜੀਆਂ ਗੱਲਾਂ ਮਾਂ ਮਮਤਾ ਦੇ ਵਿੱਚ ਦੇ ਕੇ ਦਿੰਦੀ ਹੈ ਨਾ, ਉਹ ਹੋਰ ਕੋਈ ਨਹੀਂ ਕਰ ਸਕਦਾ। ਹੁਣ ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਮਾਤਾ ਸ਼ਬਦ ਵਰਤੇ ਹੈ ਮਤ ਲਈ।
जितना मनुख अपनी मां कोलों सिखदा है, जितनी ममता मां दे कोल हुंदी है, जितना प्यार सत्कार मां दे कोल हुंदा है, जितनी प्रतिपालना मां कर सकदी है, मां कदे नाराज नहीं हुंदी। कहन लगे इसे तरह प्रतिपालना साडी मत करदी है। हे रब्बा एक किरपा कर, एक बख्शिश कर। मैं तेनू मां बना के एक गल पुछण लगा, मैं तेनू अज मां बना के एक गल पुछण लगा, क्योंकि हर जी माता हर जी पिता, ਜਾਂ ਦੋਨਾਂ ਵਿੱਚ ਕੋਈ ਅੰਤਰ ਨਹੀਂ। ਗੁਰਦੇਵ ਮਾਤਾ ਗੁਰਦੇਵ ਪਿਤਾ, ਤੇਰੇ ਨਾਲ ਮੇਰੇ ਦੋਵੇਂ ਰਿਸ਼ਤੇ ਨੇ। ਜਿਹੜੇ ਮਾਂ ਵਰਗਾ ਰਿਸ਼ਤਾ ਹੈ, ਪਿਓ ਵਰਗਾ ਰਿਸ਼ਤਾ ਹੈ, ਇਹ ਦੋਵੇਂ ਜ਼ਿੰਮੇਵਾਰੀਆਂ ਨੇ, ਪਰ ਤੂੰ ਦੋਵੇਂ ਇੱਕੋ ਪੂਰੀਆਂ ਕਰਦਾ ਹੈ। ਇਸ ਲਈ ਮੈਂ ਤੇਰੇ ਇੱਕ ਨਾਲ ਹੀ ਦੋਵੇਂ ਰਿਸ਼ਤੇ ਜੋੜ ਲਏ। ਤੂੰ ਹੀ ਮੇਰਾ ਪਿਤਾ ਹੈ, ਤੂੰ ਹੀ ਮੇਰਾ ਮਾਤਾ ਹੈ। ਮੈਂ ਤੇਰੇ ਕੋਲ ਇੱਕ ਗੱਲ ਪੁੱਛਣਾ ਹੈ, ਇੱਕ ਕਿਰਪਾ ਕਰ ਰੱਬਾ। ਜਿਵੇਂ ਮਾਂ ਪ੍ਰਤਪਾਲਣਾ ਕਰਦੀ ਹੈ ਨਾ, ਉਹ ਆਪਣੇ ਬੱਚੇ ਦੇ ਔਗਣ ਨਹੀਂ ਵੇਖਦੀ। ਮੈਂ ਇੱਕ ਫਿਰ ਬੇਨਤੀ ਕਰਾਂ, ਬੱਚਾ ਮਲ ਮੂਤਰ ਨਾਲ ਗੰਦਾ ਹੋ ਜਾਏ, ਮਾਂ ਇਹ ਤੇ ਨਹੀਂ ਨਾ ਉਹਨੂੰ ਝਟਕਾ ਮਾਰਦੀ ਵੀ ਤੈਨੂੰ ਪਤਾ ਨਹੀਂ ਸੀ ਤੂੰ ਕਿਉਂ ਗੰਦਾ ਹੋਇਆ। ਨਹੀਂ, ਮਾਂ ਚੁੱਕ ਲੈਂਦੀ ਹੈ। ਚੁੱਕ ਕੇ ਉਹਨੂੰ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕੋਲ ਕੁਝ ਜੋਗੀ ਆਏ। ਜੋਗੀ ਆ ਕੇ ਇੱਕ ਬਚਨ ਕਰਨ ਲੱਗੇ ਵੀ ਸਤਿਗੁਰੂ ਅਸੀਂ ਤੁਹਾਡੇ ਕੋਲ ਇੱਕ ਸਵਾਲ ਪੁੱਛਣਾ ਹੈ। ਹਜ਼ੂਰ ਕਹਿਣ ਲੱਗੇ ਪੁੱਛੋ। ਕਹਿਣ ਲੱਗੇ ਹੁਣ ਚਰਚਾ ਨਹੀਂ ਕਰਨੀ, ਚਰਚਾ ਗੁਰੂ ਨਾਨਕ ਸਾਹਿਬ ਨਾਲ ਬੜੀ ਕਰ ਲਈ ਹੈ, ਪਰ ਅਸੀਂ ਹਾਰੇ ਹੀ ਹਾਂ, ਹੁਣ ਚਰਚਾ ਨਹੀਂ ਕਰਨਾ ਹੈ, ਇੱਕ ਸਵਾਲ ਪੁੱਛਣ ਆਏ ਹਾਂ। ਕਹਿਣ ਲੱਗੇ ਕੀ? ਕਹਿਣ ਲੱਗੇ ਸਵਾਲ ਇਹ ਹੈ, ਜਿਹੜੇ ਗੁਰੂ ਨਾਨਕ ਸਾਹਿਬ ਦਾ ਸੀਸ ਝੁਕਾਉਣ ਵਾਸਤੇ ਬਾਬਰ ਨੇ ਜ਼ੋਰ ਲਾ ਲਿਆ, ਜਿਹੜੇ ਗੁਰੂ ਨਾਨਕ ਸਾਹਿਬ ਦਾ ਸੀਸ ਝੁਕਾਉਣ ਵਾਸਤੇ ਸਿੱਧਾਂ ਨੇ ਜ਼ੋਰ ਲਾ ਲਿਆ, ਜੋਗੀਆਂ ਨੇ ਜ਼ੋਰ ਲਾ ਲਿਆ, ਉਸ ਵਲੀ ਕੰਧਾਰੀ ਵਰਗਿਆਂ ਨੇ ਜ਼ੋਰ ਲਾ ਲਿਆ, ਉਸ ਮਲਕ ਭਾਗੋ ਵਰਗਿਆਂ ਨੇ ਜ਼ੋਰ ਲਾ ਲਿਆ, ਬਾਬਰ ਵਰਗਿਆਂ ਨੇ ਜ਼ੋਰ ਲਾ ਲਿਆ, ਮੌਲਾਣਿਆਂ ਨੇ ਜ਼ੋਰ ਲਾ ਲਿਆ, ਮੱਕੇ ਦੇ ਹਾਜੀ ਕਾਜ਼ੀਆਂ ਨੇ ਜ਼ੋਰ ਲਾ ਲਿਆ, ਪਰ ਉਹ ਸਿਰ ਕਿਸੇ ਅੱਗੇ ਵੀ ਨਹੀਂ ਝੁਕਿਆ। ਸਾਨੂੰ ਪਤਾ ਲੱਗਿਆ ਧੰਨ ਗੁਰੂ ਅੰਗਦ ਸਾਹਿਬ ਜੀ ਉਹ ਸੀਸ ਤੁਹਾਡੇ ਅੱਗੇ ਝੁਕਿਆ ਹੀ ਨਹੀਂ, ਬਲਕਿ ਤੁਹਾਨੂੰ ਮੱਥਾ ਟੇਕ ਦਿੱਤਾ ਉਸ ਧੰਨ ਗੁਰੂ ਨਾਨਕ ਸਾਹਿਬ ਜੀ ਨੇ। ਤੁਸੀਂ ਐਸਾ ਕੀ ਕੀਤਾ ਜਿਹਦੇ ਕਰਕੇ ਸਿਰ ਝੁਕ ਗਿਆ? ਤੇ ਸਾਨੂੰ ਤੇ ਦੁਨੀਆ ਵਿੱਚ ਅਸੀਂ ਬੜਾ ਕੁਝ ਕਰਕੇ ਵੇਖ ਲਿਆ, ਸਿਰ ਨਹੀਂ ਝੁਕਿਆ। ਗੁਰੂ ਅੰਗਦ ਸਾਹਿਬ ਮਹਾਰਾਜ ਜੀ ਹੱਸ ਕੇ ਕਹਿਣ ਲੱਗੇ, ਕਹਿੰਦੇ ਭਲੀ ਉਹ ਨਹੀਂ, ਤੁਹਾਨੂੰ ਭੁਲੇਖਾ ਹੈ, ਨਹੀਂ ਤੁਹਾਨੂੰ ਭੁਲੇਖਾ ਹੈ। ਕਹਿਣ ਲੱਗੇ ਉਹ ਕਿਵੇਂ? ਕਹਿਣ ਲੱਗੇ ਸਿਰ ਨਹੀਂ ਝੁਕਿਆ, ਹਕੀਕਤ ਇਹ ਹੈ ਜਿਵੇਂ ਇੱਕ ਬੱਚਾ ਕਿਸੇ ਥਾਂ ਦੇ ਮਿੱਟੀ ਵਿੱਚ ਖੇਡਦਿਆਂ ਆਪਣੇ ਕੱਪੜੇ ਵੀ ਮੈਲੇ ਕਰ ਲੈਂਦਾ, ਮੈਲਾ ਹੋ ਜਾਂਦਾ, ਮਲ ਮੂਤਰ ਵੀ ਕਰ ਲੈਂਦਾ, ਪਰ ਜਦੋਂ ਉਹਦੀ ਮਾਂ ਆਉਂਦੀ ਹੈ ਨਾ ਤੇ ਉਹ ਸਿਰਫ ਆਪਣੀ ਮਾਂ ਵੱਲ ਪਿਆਰ ਨਾਲ ਵੇਖ ਕੇ ਨਿੱਕਾ ਜਿਹਾ ਹਾਸਾ ਤੇ ਰੋਣਾ ਦੋਨਾਂ ਦਾ ਸਾਂਝਾ ਜਿਹਾ ਕਰਕੇ ਉਹ ਆਪਣੀ ਮਾਂ ਨੂੰ ਪੁਕਾਰਦਾ ਹੈ। ਤੇ ਮਾਂ ਕਦੇ ਵੀ ਨਹੀਂ ਕਹਿੰਦੀ ਹੁਣ ਤੂੰ ਇੰਨਾ ਗੰਦਾ ਹੋ ਗਿਆ, ਹੁਣ ਮੈਂ ਤੈਨੂੰ ਮੁੜ ਨਹੀਂ ਸਵਾਰਨਾ, ਮੈਂ ਤੈਨੂੰ ਨਹੀਂ ਚੁੱਕਣਾ। ਕਿੰਨਾ ਵੀ ਗੰਦਾ ਹੋਇਆ ਹੋਵੇ ਉਹ ਬੱਚੇ ਨੂੰ ਚੁੱਕ ਕੇ ਮਾਂ ਲੈ ਜਾਂਦੀ ਹੈ, ਨਵਾ ਧਵਾ ਕੇ ਨਵੇਂ ਕੱਪੜੇ ਪਾ ਕੇ ਸੰਸਾਰ ਵਿੱਚ ਉਹਦਾ ਉਵੇਂ ਦਾ ਅਦਬ ਸਤਿਕਾਰ ਬਣਾ ਦਿੰਦੀ ਹੈ। ਕਹਿਣ ਲੱਗੇ ਇਸੇ ਤਰ੍ਹਾਂ ਅਸੀਂ ਤੇ ਲੋਕ ਜ਼ਿੰਦਗੀ ਦੇ ਅੰਦਰ ਵਿਸ਼ੇ ਵਿਕਾਰਾਂ ਦੀ ਗੰਦਗੀ ਵਿੱਚ ਇਤਨੇ ਗੰਦੇ ਹੋ ਜਾਂਦੇ ਆ, ਪਰ ਜਦੋਂ ਕਦੇ ਗੁਰੂ ਸਾਡੇ ਕੋਲ ਦੀ ਲੰਘੇ, ਉਹ ਸਿੱਖਾ ਇੱਕ ਵਾਰੀ ਗੁਰੂ ਨੂੰ ਪੁਕਾਰ ਕੇ ਵੇਖੀ, ਉਹ ਉਸੇ ਵੇਲੇ ਚੁੱਕ ਕੇ ਇਹ ਨਹੀਂ ਗੁਰੂ ਕਵੇਗਾ ਤੂੰ ਇਤਨਾ ਗੰਦਗੀ ਦਾ ਭਰਿਆ, ਹੁਣ ਮੈਂ ਨਹੀਂ ਤੈਨੂੰ ਚੁੱਕਣਾ। ਗੁਰੂ ਤੂੰ ਲੱਖ ਅਪਰਾਧ ਕਰਨ ਵਾਲਾ ਬੰਦਾ ਵੀ ਹੋਵੇ, ਗੁਰੂ ਤੂੰ ਕਿੱਡਾ ਦਿਆਲੂ ਹੈ, ਚੁੱਕ ਕੇ ਸਾਨੂੰ ਗਲਵਕੜੀ 'ਚ ਲੈ ਲੈਣਾ। ਸਾਡੀ ਖਾਤਰ ਤੂੰ ਝੁੱਕ ਕੇ ਆਪਣੇ ਆਪ ਨੂੰ ਵੀ ਝੁਕਾ ਕੇ ਸਾਨੂੰ ਆਪਣੀ ਗੋਦ ਵਿੱਚ ਲੈ ਲੈਣਾ। ਮਾਂ ਸ਼ਬਦ ਉਹ ਹੈ ਜਿਹੜੀ ਕਦੇ ਔਗਣ ਨਹੀਂ ਚਤਾਰਦੀ। ਅੱਜ ਮੈਂ ਤੇਰੇ ਕੋਲ ਆਇਆ, ਤੈਨੂੰ ਪੁੱਛਣਾ ਮੇਰੇ ਮਾਲਕਾ, ਮੇਰੇ ਤੇ ਇੱਕ ਕਿਰਪਾ ਕਰ, ਸੋ ਕਿਉਂ ਵਿਸਰੈ ਮੇਰੀ ਮਾਏ, ਮੈਨੂੰ ਰੱਬ ਕਿਉਂ ਭੁੱਲੇ? ਜਿਹੜਾ ਏਡੀਆਂ ਬਖਸ਼ਾਂ ਕਰਨ ਵਾਲਾ ਹੈ, ਸਾਚਾ ਸਾਹਿਬ ਸਾਚੇ ਨਾਏ, ਉਹ ਨਿਰੰਕਾਰ ਵਾਹਿਗੁਰੂ ਜੀ ਪਰਮੇਸ਼ਰ ਵਾਹਿਗੁਰੂ ਜੀ ਜਿਹਦਾ ਸਦੀਵ ਸੱਚਾ ਸਾਹਿਬ ਹੈ, ਉਹਨੇ ਕਦੇ ਨੌਕਰ ਨਹੀਂ ਬਣਨਾ। ਅਸੀਂ ਸਦੀਵ ਮਾਲਕ ਨਹੀਂ ਹੈ, ਅਸੀਂ ਆਪਣੇ ਘਰ ਵਿੱਚ ਮਾਲਕ ਹੈ, ਪਰ ਕਿਸੇ ਕੋਲ ਨੌਕਰੀ ਕਰਨੇ ਹੈ, ਕਿਤੇ ਨੌਕਰ ਵੀ ਹਾਂ। ਉਹ ਹਮੇਸ਼ਾ ਹੀ ਮਾਲਕ ਹੈ, ਉਹ ਕਿਸੇ ਕੋਲ ਨੌਕਰ ਨਹੀਂ ਹੈ। ਉਹ ਜਿੱਥੇ ਵੀ ਕਿਤੇ ਚਲੇ ਜਾਈਏ, ਕਿਸੇ ਵੱਡੇ ਤੋਂ ਵੱਡੇ ਨੂੰ ਵੀ ਵੇਖ ਲਈਏ, ਉਹ ਕਿਸੇ ਨਾ ਕਿਸੇ ਦਾ ਗੁਲਾਮ ਹੋਵੇਗਾ। ਇੱਕ ਰੱਬ ਹੈ ਜਿਹੜਾ ਸਦੀਵ ਸੱਚਾ ਸਾਹਿਬ ਹੈ, ਉਹ ਕਿਸੇ ਦੀ ਗੁਲਾਮੀ ਨਹੀਂ ਕਰਦਾ, ਤੇ ਉਹਦੀ ਵਡਿਆਈ ਵੀ ਸੱਚੀ ਹੈ, ਉਹਨੇ ਨਾਮ ਵੀ ਸੱਚਾ ਹੈ, ਉਹਨੇ ਕਦੇ ਖਤਮ ਨਹੀਂ ਹੋਣਾ, ਉਹਦੇ ਨਾਮ ਵਿੱਚ ਵੀ ਇਹ ਤਾਕਤ ਹੈ ਜੀ। ਸਾਚੇ ਨਾਮ ਕੀ ਤਿਲ ਵਡਿਆਈ, ਆਖ ਥੱਕੇ ਕੀਮਤ ਨਹੀਂ ਪਾਈ। ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ।
ਅਸੀਂ ਆਪਣੀ ਜ਼ਿੰਦਗੀ ਦੇਖੀਏ, ਸਾਡੇ ਕੋਲ ਕਿੰਨੇ ਕੁ ਗੁਣ ਨੇ, ਸਾਡੇ 'ਚ ਕਿੰਨੀ ਕੁ ਕੁਆਲਿਟੀ ਹੈ, ਪਰ ਚਾਹਨਾ ਸਾਡੀ ਇਹ ਹੁੰਦੀ ਕਿ ਹਰ ਕੋਈ ਸਾਡੀ ਵਾਹ ਵਾਹ ਕਰੇ। ਜਿਹਨੂੰ ਗਲਾ ਚੰਗਾ ਮਿਲ ਜਾਏ ਨਾ, ਉਹ ਕਹਿੰਦਾ ਕਿ ਮੇਰਾ ਗਾਉਣ ਲੋਕੀ ਸੁਣ ਤੇ ਕਹਿਣ ਵੀ ਵਾਹ ਕਮਾਲ ਦਾ ਤੂੰ ਗਾਉਣਾ ਹੈ। ਸਾਡੇ ਵਰਗਿਆਂ ਦੀ ਹਾਲਤ ਹੈ, ਅਸੀਂ ਕਥਾ ਕਰਕੇ ਆਵਾਂਗੇ ਨਾ, ਜਿਹੜੇ ਸਾਡੇ ਦੋ ਕੁ ਬੰਦੇ ਨਾਲ ਹੋਣਗੇ, ਕਥਾ ਕਰਕੇ ਪੁੱਛਾਂਗੇ ਉਹਨਾਂ ਨੂੰ ਕਿਉਂ ਠੀਕ ਸੀ। ਆਦਤ ਹੈ ਸਾਡੀ। ਉਹ ਸੱਚ ਜਾਣਨਾ, ਜਿਸ ਦਿਨ ਕਥਾ ਸਾਨੂੰ ਲੱਗੇ ਨਾ ਵਧੀਆ ਹੋਏਗਾ, ਉਸ ਵਿੱਚ 2-4 ਵਾਰੀ ਪੁੱਛਾਂਗੇ ਕਿਉਂ ਠੀਕ ਸੀ, ਕਿਉਂਕਿ ਸਾਡੀ ਚਾਹਨਾ ਹੁੰਦੀ ਵੀ ਅਗਲਾ ਕਿ ਵੀ ਕਮਾਲ ਹੀ ਕਰ ਦਿੱਤੀ ਤੁਸੀਂ। ਸਾਡੇ ਅੰਦਰ ਵੀ ਉਹ ਭੁੱਖ ਹੈ। ਸਾਡੀ ਕੋਈ ਗੱਲ ਨਹੀਂ, ਗੁਰੂ ਸਾਹਿਬ ਦੀ ਗੱਲ ਹੈ। ਅਸੀਂ ਪਰ ਅਸੀਂ ਇਹ ਚਾਹੁੰਦੇ ਹਾਂ ਕਿ ਕੋਈ ਕਵੇ ਕਿ ਤੁਸੀਂ ਕਮਾਲ ਕਰ ਦਿੱਤੀ ਅੱਜ। ਕਮਾਲ ਤੇ ਗੁਰੂ ਸਾਹਿਬ ਨੇ ਕੀਤੀ ਹੈ। ਮਨੁੱਖ ਦੇ ਅੰਦਰ ਇਹ ਚਾਹਨਾ ਹੁੰਦੀ ਹੈ ਆਪਣੀ ਵਾਹ ਵਾਹ ਕਰਵਾਉਣ ਦੀ। ਹਾਲਾਂਕਿ ਗੁਣ ਕੋਈ ਬਹੁਤੇ ਪੱਲੇ ਹੁੰਦਾ ਨਹੀਂ। ਹਰ ਕੋਈ ਚਾਹੁੰਦਾ ਕਿ ਮੇਰੇ ਗਲ ਵਿੱਚ ਹਾਰ ਪਾਇਆ ਜਾਏ। ਸ਼ਾਇਦ ਮੇਰੇ ਬਚਨ ਕਈਆਂ ਨੂੰ ਥੋੜੇ ਕੌੜੇ ਲੱਗ ਜਾਣ, ਪਰ ਇਹ ਵੀ ਸੱਚਾਈ ਹੈ। ਕਈ ਵਾਰੀ ਅਸੀਂ ਧਾਰਮਿਕ ਅਸਥਾਨਾਂ ਦਾ ਅਹੁਦਾ ਵੀ ਇਸ ਕਰਕੇ ਚਾਹੁੰਦੇ ਹਾਂ ਕਿ ਸਾਡੀ ਵਾਹ ਵਾਹ ਹੋਏਗੀ। ਗੁਰਦੁਆਰਾ ਸਾਹਿਬ ਦੀ ਸੇਵਾ ਪਿੱਛੇ 2-3 ਪਾਰਟੀਆਂ ਬਣ ਜਾਣ, ਫਿਰ ਆਪਸ 'ਚ ਯੁੱਧ ਵਰਗਾ ਮਾਹੌਲ ਬਣ ਜਾਏ, ਇੱਕ ਦੂਏ ਉੱਤੇ ਅਸੀਂ ਇੱਦਾਂ ਦੀਆਂ ਕਟਾਕਸ਼ ਭਰੀਆਂ ਗੱਲਾਂ ਕਰੀਏ। ਉਹਦਾ ਕਾਰਨ ਕੀ ਹੈ ਕਿ ਸਾਡੇ ਕੋਲ ਕਬਜ਼ਾ ਆ ਜਾਏ, ਸਾਡੀ ਵਾਹ ਵਾਹ ਹੋ ਜਾਏ। ਗੁਣ ਬਹੁਤਾ ਨਹੀਂ ਪੱਲੇ ਹੁੰਦਾ, ਪਰ ਇਹ ਚਾਹਨਾ ਹੁੰਦੀ ਕਿ ਸਾਡੀ ਲੋਕ ਵਾਹ ਵਾਹ ਕਰਨ। ਪਰ ਹਜ਼ੂਰ ਕਹਿੰਦੇ ਉਹ ਰੱਬ, ਐਸਾ ਰੱਬ ਕਿਉਂ ਭੁੱਲ ਜਾਏ ਜਿਹਦੇ ਵਿੱਚ ਤੇ ਗੁਣ ਇੰਨੇ ਜ਼ਿਆਦਾ ਨੇ ਕਿ ਕੋਈ ਰੱਤਾ ਜਿੰਨਾ ਤਿਲ ਮਾਤਰ ਵੀ ਉਹਦੇ ਗੁਣ ਗਾਣ ਦੀ ਕੋਸ਼ਿਸ਼ ਕਰੇ ਤੇ ਨਹੀਂ ਗਾ ਪਾਏਗਾ। ਕੱਲੇ ਦੀ ਗੱਲ ਛੱਡੋ, ਜੇ ਸਾਰੀ ਰਲ ਮਿਲ ਜਾਣ। ਹਜ਼ੂਰ ਕਹਿੰਦੇ ਨੇ ਸਾਚੇ ਨਾਮ ਕੀ ਤਿਲ ਵਡਿਆਈ, ਸਦਾ ਥਿਰ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੀ ਰਤਾ ਜਿੰਨੀ ਵੀ ਵਡਿਆਈ। ਆਖ ਥੱਕੇ, ਆਖ ਆ ਕੇ ਥੱਕ ਗਏ, ਕਲਮ ਸਿੱਟ ਦਿੱਤੀ ਵੀ ਮੈਂ ਤਾਂ ਐਡੇ ਗ੍ਰੰਥ ਭਰ ਦਿੱਤੇ, ਲਿਖੀ ਗਿਆ, ਪਰ ਰੱਬ ਤੇ ਉਨਾ ਵਿਸ਼ਾਲ ਦਾ ਵਿਸ਼ਾਲ ਹੀ ਸਾਹਮਣੇ ਖੜਾ ਹੋਇਆ ਹੈ। ਸਮੁੰਦਰ ਹੈ ਨਾ, ਤੇ ਮੇਰੇ ਵਰਗਾ ਬੰਦਾ ਮੇਰੇ ਕੋਲ ਤਾਕਤ ਆ ਗਈ, ਮੈਂ ਚੱਲਿਆ ਸਮੁੰਦਰ ਖਾਲੀ ਕਰਨ। ਤੇ ਕੋਈ ਪੁੱਛੇ ਕਿਹੜੀ ਤਾਕਤ ਆ ਗਈ, ਤੇ ਜੇਬ ਚੋਂ ਕੱਢੇ ਚਮਚਾ, ਕਹਿੰਦਾ ਆ ਵੇਖ, ਮੈਂ ਚਮਚਾ ਭਰਾਂਗਾ ਬਾਹਰ ਸਿੱਟਾਂਗਾ, ਚਮਚਾ ਭਰਾਂਗਾ ਬਾਹਰ ਸਿੱਟਾਂਗਾ ਤੇ ਸਮੁੰਦਰ ਖਾਲੀ ਕਰ ਦੇਵਾਂਗਾ। ਤੇ ਦੂਜਾ ਕਹੇਗਾ ਤੇਰਾ ਦਿਮਾਗ ਸਹੀ ਹੈ, ਤੂੰ ਚਮਚਿਆਂ ਦੇ ਨਾਲ ਸਮੁੰਦਰ ਨਹੀਂ ਖਾਲੀ ਕਰ ਸਕਦਾ। ਫਿਰ ਵੀ ਹੋਰ ਤਰਕ 'ਚ ਚਲੇ ਜਾਈਏ, ਹੋ ਸਕਦਾ ਇੰਨੀ ਲੰਮੀ ਉਮਰ ਹੋ ਜਾਏ ਕਿ ਚਮਚ ਕਰਦਾ ਉਹ ਸਮੁੰਦਰ ਨੂੰ ਖਾਲੀ ਕਰ ਦੇਵੇ। ਪਰ ਜੇ ਰੱਬ ਦੀ ਗੱਲ ਕਰੀਏ ਨਾ, ਚਮਚ ਦੀ ਥਾਂ ਉੱਤੇ ਭਾਵੇਂ ਆ ਪ੍ਰਿਥਵੀਆਂ ਵਰਗੇ ਵੱਡੇ ਵੱਡੇ ਬਰਤਨ ਵੀ ਚੁੱਕ ਕੇ ਅਸੀਂ ਉਹਦੇ ਗੁਣਾਂ ਦੇ ਸਮੁੰਦਰ ਪਾਣੀ ਨੂੰ ਭਰ ਕੇ ਪਾਸੇ ਕਰੀਏ, ਤਾਂ ਵੀ ਉਹਦਾ ਪਾਣੀ ਖਤਮ ਨਹੀਂ ਜੀ ਹੁੰਦਾ। ਤੇਰੇ ਕਵਣ ਗੁਣ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਸਾਡਾ ਅੰਤ ਹੋ ਜਾਏਗਾ। ਅਸੀਂ ਜਾਪ ਸਾਹਿਬ ਵਿੱਚ ਪੜ੍ਹਦੇ ਹਾਂ, ਇਸੇ ਕਰਕੇ ਮਾਲਕ ਨੇ ਇਹ ਸਮਝਾ ਦਿੱਤਾ, ਉਹ ਦੁਨੀਆ ਦੇ ਲੋਕੋ ਐਵੇਂ ਗਿਣਤੀਆਂ ਮਿਣਤੀਆਂ ਨਾ ਲਾਓ ਰੱਬ ਦੇ ਲਈ। ਅਸੀਂ ਪੜ੍ਹਦੇ ਹਾਂ ਨਾ, ਪਾਤਾਲਾਂ ਪਾਤਾਲ, ਲੱਖ ਆਗਾਸਾਂ ਆਗਾਸ, ਓੜਕ ਭਾਲ ਥੱਕੇ, ਵੇਦ ਕਹਿਣ ਇੱਕ ਬਾਤ। ਇਹ ਵੇਦ ਇੱਕ ਜ਼ੁਬਾਨ ਹੋ ਕੇ ਕਹਿੰਦੇ ਨੇ ਕਿ ਲੱਖਾਂ ਪਤਾਲ ਨੇ। ਤੇ ਕਤੇਬਾਂ ਦੀ ਗੱਲ ਕੀਤੀ, ਸਹਿਸ 18 ਕਹਿਣ ਕਤੇਬਾਂ। ਇਹ ਕਤੇਬਾਂ ਕਹਿੰਦੀਆਂ ਨੇ 18,000 ਆਲਮ ਨੇ। ਮੇਰੇ ਮਾਲਕ ਕਹਿੰਦੇ ਇਹ ਲੱਖਾਂ ਤੇ ਹਜ਼ਾਰਾਂ ਦੀਆਂ ਗਿਣਤੀਆਂ ਪਾਸੇ ਰੱਖ ਦਿਓ, ਇਹ ਨਾਲ ਲਗਾਓ, ਕਿਉਂਕਿ ਲੇਖਾ ਹੋਏ ਤਾਂ ਲਿਖੀਐ, ਲੇਖਿਆ ਹੋਏ ਵਿਨਾਸ਼। ਜੇ ਲੇਖਾ ਉਹਦਾ ਲਿਖ ਸਕੋ ਤਾਂ ਲਿਖੋ, ਸਗੋਂ ਖੁਦ ਦਾ ਨਾਸ਼ ਹੋ ਜਾਂਦਾ, ਲੇਖਾ ਨਹੀਂ ਲਿਖਿਆ ਜਾ ਸਕਦਾ। ਫਿਰ ਕੀ ਆਖੀਏ? ਨਾਨਕ ਵੱਡਾ ਆਖੀਐ। ਪਰ ਕਿੰਨਾ ਵੱਡਾ ਆਖੀਏ? ਕਹਿੰਦੇ ਬਸ ਇੱਥੇ ਗਲਤ ਹੋ, ਇਹ ਨਾ ਆਖੋ ਤੂੰ ਕਿੰਨਾ ਵੱਡਾ ਹੈ। ਨਾਨਕ ਵੱਡਾ ਆਖੀਐ, ਆਪੇ ਜਾਣੇ, ਆਪ ਹੀ ਜਾਣਦਾ ਤੂੰ ਕਿੰਨਾ ਵੱਡਾ ਹੈ, ਅਸੀਂ ਨਹੀਂ ਕੁਝ ਵੀ ਦੱਸ ਸਕਦੇ। ਹਜ਼ੂਰ ਕਹਿੰਦੇ ਨੇ ਸਾਚੇ ਨਾਮ ਕੀ ਤਿਲ ਵਡਿਆਈ, ਆਖ ਥੱਕੇ ਕੀਮਤ ਨਹੀਂ ਪਾਈ, ਜੇ ਸਭ ਮਿਲ ਕੇ ਆਖਣ ਪਾਹੇ।
ਜੇ ਸਾਰੇ ਰਲ ਮਿਲ ਕੇ ਆਖਣ ਦਾ ਯਤਨ ਕਰੀਏ ਵੀ ਚਲੋ ਮੇਰੇ ਇਕੱਲੇ ਦੀ ਵੱਸ ਦੀ ਗੱਲ ਨਹੀਂ, ਸਾਰੇ ਜੀਵ ਇਕੱਠੇ ਕਰ ਲਈਏ, ਦੁਨੀਆ ਦੇ ਜਾਨਵਰ ਪੰਛੀ ਵੀ ਨਾਲ ਲਾ ਲਈਏ, ਹੁਣ ਅਸੀਂ ਕਰਦੇ ਹਾਂ ਰੱਬ ਦੀ ਉਸਤਤ, ਹੁਣ ਤੇ ਘਟੇਗੀ। ਹਜ਼ੂਰ ਕਹਿੰਦੇ ਨਹੀਂ, ਉਹਨੂੰ ਕੋਈ ਫਰਕ ਨਹੀਂ ਪੈਂਦਾ। ਵੱਡਾ ਨਾ ਹੋਵੇ ਘਾਟ ਨਾ ਜਾਏ। ਸਾਡੇ ਕਹਿਣ ਨਾਲ ਰੱਬ ਨੇ ਵੱਡਾ ਨਹੀਂ ਹੋ ਜਾਣਾ। ਤੇ ਜੇ ਅਸੀਂ ਕਹੀਏ ਜਾਓ ਜੇ ਅਸੀਂ ਰੱਬ ਨੂੰ ਨਹੀਂ ਮੰਨਦੇ ਤੇ ਨਾ ਮੰਨੋ ਰੱਬ ਨੂੰ, ਤਾਂ ਵੀ ਕੋਈ ਫਰਕ ਨਹੀਂ ਜਾਏਗਾ। ਸਾਡੇ ਕਹਿਣ ਕਰਕੇ ਰੱਬ ਵੱਡਾ ਨਹੀਂ ਹੈ। ਜਾਂ ਅਸੀਂ ਜੇ ਰੱਬ ਦੀ ਉਸਤਤ ਕਰਨੀ ਛੱਡ ਦੇਵਾਂਗੇ ਤੇ ਉਹਨੂੰ ਵੀ ਘਾਟਾ ਪੈ ਜਾਏਗਾ। ਸਾਨੂੰ ਘਾਟਾ ਪੈ ਸਕਦਾ, ਚਾਰ ਬੰਦੇ ਗਾਲਾਂ ਕੱਢਣੀਆਂ ਸ਼ੁਰੂ ਕਰ ਦੇਣ ਨਾ, ਸਾਨੂੰ ਫਿਕਰ ਪੈ ਜਾਏਗਾ ਉਹ ਮੇਰੇ ਤੇ ਬੇਇੱਜ਼ਤੀ ਹੋ ਗਈ, ਹੁਣ ਤੇ ਮੈਂ ਲੋਕਾਂ 'ਚ ਮੂੰਹ ਵਿਖਾਉਣ ਜੋਗਾ ਨਹੀਂ ਰਹਿਣਾ। ਪਰ ਰੱਬ ਜੀ ਤੇ ਇਤਨੇ ਬੇਅੰਤ ਨੇ। ਉਹਦੇ 'ਚ ਇੱਕ ਹੋਰ ਗੱਲ ਛੁਪੀ ਹੈ, ਰੱਬ ਚਾਪਲੂਸੀ ਨਹੀਂ ਪਸੰਦ ਕਰਦਾ। ਰੱਬ ਨਹੀਂ ਕਹਿੰਦਾ ਕਿ ਮੇਰੀ ਵਾਹ ਵਾਹ ਕਰੋ, ਵੀ ਜੇ ਵਾਹ ਵਾਹ ਕਰੋਗੇ ਤੇ ਤਾਂ ਹੀ ਮੈਂ ਵੱਡਾ ਹੋਵਾਂਗਾ, ਜੇ ਨਹੀਂ ਕਰੋਗੇ ਤੇ ਮੈਨੂੰ ਕੁਝ ਘਾਟਾ ਪਏਗਾ, ਨਹੀਂ। ਸੋ ਇਸ ਪੰਕਤੀ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਕੀਤੀ ਗਈ ਕਿ ਬੇਅੰਤ ਹੈ, ਬੇਅੰਤ ਹੈ। ਸਾਰੇ ਜੀਵ ਜੇ ਉਹਨੂੰ ਰਲ ਮਿਲ ਕੇ ਕਹਿਣ ਦਾ ਯਤਨ ਵੀ ਕਰਨ ਤਾਂ ਵੀ ਉਸ ਨੂੰ ਕੋਈ ਫਰਕ ਨਹੀਂ ਪੈਂਦਾ। ਰੱਬ ਦੀ ਬੇਅੰਤਤਾ ਨੂੰ ਮਹਿਸੂਸ ਕਰੀਏ ਜੀ। ਮਨੁੱਖੀ ਸੁਭਾਅ ਦੇ ਵਿੱਚ ਇੱਕ ਗੱਲ ਸ਼ਾਮਲ ਹੈ, ਇਹ ਹਰ ਗੱਲ ਆਪਣੀ ਜ਼ਿੰਦਗੀ ਦੀ ਕੈਸ਼ ਕਰਵਾਉਣੀ ਚਾਹੁੰਦਾ ਹੈ। ਹਰ ਗੱਲ, ਹਰ ਪਲ ਇਹ ਉਹਦਾ ਕੋਈ ਮੁੱਲ ਚਾਹੁੰਦਾ ਹੈ। ਜਿਹੜਾ ਵੀ ਮੈਂ ਕੰਮ ਕਰਾਂ ਉਹਦਾ ਮੈਨੂੰ ਕੁਛ ਨਾ ਕੁਛ ਮਿਲੇ। ਹੁਣ ਜੇ ਇਹ ਰੱਬ ਦੀ ਉਸਤਤ ਵੀ ਕਰਦਾ ਹੈ ਨਾ, ਤਾਂ ਉਹਦੇ ਵਿੱਚੋਂ ਵੀ ਇਹ ਗੱਲ ਚਾਹੁੰਦਾ ਹੈ, ਉਹਦੇ ਵਿੱਚੋਂ ਵੀ ਇਹ ਗੱਲ ਚਾਹਤ ਰੱਖਦਾ ਹੈ ਵੀ ਮੈਂ ਰੱਬ ਤੇ ਕੋਈ ਅਹਿਸਾਨ ਕੀਤਾ, ਮੈਂ ਤੇਰਾ ਇੰਨਾ ਸਿਮਰਨ ਕੀਤਾ, ਤੇਰੀ ਇੰਨੀ ਬੰਦਗੀ ਕੀਤੀ, ਤੇਰਾ ਇੰਨੀ ਬਾਣੀ ਪੜ੍ਹੀ, ਤੇ ਮੈਂ ਅਹਿਸਾਨ ਕਰਨਾ ਚਾਹੁੰਦਾ ਰੱਬ ਦੇ ਉੱਤੇ। ਸਾਹਿਬ ਕਹਿਣ ਲੱਗੇ ਪੁੱਤਰ ਇਸ ਗੱਲ ਨੂੰ ਤਾਂ ਛੱਡ ਕੇ ਤੁਰੀ, ਇਸ ਗੱਲ ਨੂੰ ਛੱਡ ਕੇ ਤੁਰੀ। ਮਤ ਮਨ ਵਿੱਚ ਕਿਤੇ ਸੋਚਿਓ ਭਈ ਮੇਰੀ ਵਡਿਆਈ ਦਾ ਕੋਈ ਰੱਬ ਭੁੱਖਾ ਹੈ। ਰੱਬ ਮੇਰੀ ਵਡਿਆਈ ਦਾ ਭੁੱਖਾ ਨਹੀਂ। ਜੋ ਕੁਝ ਮੈਂ ਕਰਨਾ ਉਹ ਆਪਣੇ ਲਈ ਕਰਨਾ ਹੈ, ਰੱਬ ਨੂੰ ਕੋਈ ਫਰਕ ਨਹੀਂ ਪੈਣ ਲੱਗਾ ਇਸ ਗੱਲ ਨਾਲ। ਥੋੜ੍ਹਾ ਜਿਹਾ ਗੱਲ ਨੂੰ ਫਿਰ ਵਿਚਾਰਿਓ ਚੰਗੀ ਤਰ੍ਹਾਂ ਧਿਆਨ ਨਾਲ। ਜੇ ਆਪਾਂ ਕਹੀਏ ਵੀ ਰੱਬ ਆਪਣੀ ਖੁਸ਼ਾਮਦ ਦਾ ਭੁੱਖਾ ਹੈ, ਕਿਉਂਕਿ ਅਸੀਂ ਸੰਸਾਰੀ ਤੌਰ ਤੇ ਵੇਖਦੇ ਹਾਂ ਜਿਹਦੇ ਕੋਲ ਕੋਈ ਕੰਮ ਕਰਵਾਉਣਾ ਹੁੰਦਾ ਨਾ, ਪਹਿਲਾਂ ਅਸੀਂ ਗਰਾਊਂਡ ਤਿਆਰ ਕਰਨੇ। ਕਈ ਗੱਲਾਂ ਅਸੀਂ ਆਪ ਜ਼ਿੰਦਗੀ 'ਚ ਕਰਦੇ ਪਰ ਸਾਨੂੰ ਪਤਾ ਨਹੀਂ ਲੱਗਦਾ। ਪਹਿਲਾਂ ਅਸੀਂ ਗਰਾਊਂਡ ਤਿਆਰ ਕਰਨੇ ਵੀ ਤੁਸੀਂ ਮੰਨ ਲਓ ਸਾਡੇ ਹੀ ਕਿਸੇ ਨੇ ਕੋਈ ਨੁਕਸ ਕੱਢਣਾ ਹੋਵੇ ਕਥਾ ਦਾ, ਤੇ ਉਹ ਪਹਿਲਾਂ ਕਹੇਗਾ ਵੀ ਭਾਈ ਸਾਹਿਬ ਬੜੀ ਸੋਹਣੀ ਕਥਾ ਕਰਦੇ ਹੋ, ਬੜਾ ਆਨੰਦ ਆਉਂਦਾ ਹੈ। 2 4 6 ਗੱਲਾਂ ਕਰਕੇ ਉਹ ਗਰਾਊਂਡ ਤਿਆਰ ਕਰ ਲੈਂਦਾ, ਫਿਰ ਗੱਲ ਜਾ ਕੇ ਪੁੱਛਦਾ ਭਈ ਆਹ ਗੱਲ ਤੁਸੀਂ ਗਲਤ ਕਹੀ ਸੀ। ਇਹਦਾ ਮਤਲਬ ਉਹਨੇ ਪਹਿਲਾਂ ਹੰਕਾਰ ਦਾ ਬਿਸਤਰਾ ਵਿਛਾਇਆ, ਫਿਰ ਉਹਦੇ ਉੱਤੇ ਮੈਨੂੰ ਬਿਠਾਇਆ, ਫਿਰ ਮੈਨੂੰ ਪੁੱਛਿਆ ਵੀ ਹੁਣ ਇਹ ਬੰਦਾ ਤਕਲੀਫ ਨਹੀਂ ਮੰਨੇਗਾ ਕਿਉਂਕਿ ਹੰਕਾਰ ਦੀ ਭੁੱਖ ਹੀ ਇੰਨੀ ਹੈ। ਫਿਰ ਬੰਦਾ ਤਕਲੀਫ ਹੀ ਨਹੀਂ ਮੰਨਦਾ। ਕਿਸੇ ਕੋਲੋਂ ਕੁਝ ਮੰਗਣਾ ਹੋਵੇ, ਕਿਸੇ ਨੂੰ ਕੋਈ ਗੱਲ ਕਰਨੀ ਹੋਵੇ, ਤੇ ਕਦੇ ਦੇਖੋ ਅਸੀਂ ਆਮ ਜ਼ਿੰਦਗੀ 'ਚ ਪਹਿਲਾਂ ਹੰਕਾਰ ਦੀ ਗਰਾਊਂਡ ਤਿਆਰ ਕਰਨੇ ਆ, ਫਿਰ ਗੱਲ ਕਰਨੇ। ਇਹੋ ਗੱਲ ਬੰਦੇ ਨੇ ਰੱਬ ਦੇ ਬਾਰੇ ਵਿੱਚ ਸੋਚ ਲਈ, ਸ਼ਾਇਦ ਉਹਨੂੰ ਕੋਈ ਲੋੜ ਹੈ, ਮੈਂ ਉਹਦੀ ਉਸਤਤ ਕਰਾਂਗਾ, ਮੈਂ ਉਹਦੀ ਵਡਿਆਈ ਕਰਾਂਗਾ। ਇੱਕ ਪਲ ਤੁਸੀਂ ਅੱਜ ਹੋਰ ਧਿਆਨ ਦਿਓ, ਮੈਂ ਉਹ ਵੀ ਗੱਲ ਖੋਲ੍ਹ ਹੀ ਦੇਣੀ ਚਾਹੁੰਦਾ। ਜਿਨ੍ਹਾਂ ਲੋਕਾਂ ਦੇ ਮਨਾਂ ਵਿੱਚ ਇਹ ਭਾਵਨਾ ਹੈ ਨਾ, ਸ਼ਾਇਦ ਮੇਰੇ ਭੁੱਖੇ ਰਿਹਾ ਰੱਬ ਬਹੁਤਾ ਖੁਸ਼ ਹੋ ਜਾਏਗਾ, ਸ਼ਾਇਦ ਮੇਰੇ ਨੰਗੇ ਪੈਰੀਂ ਤੁਰਿਆਂ ਰੱਬ ਬਹੁਤਾ ਖੁਸ਼ ਹੋ ਜਾਏਗਾ, ਸ਼ਾਇਦ ਮੇਰੇ ਗਲਤ ਤਰੀਕੇ ਨਾਲ ਮੱਥਾ ਟੇਕਿਆ, ਬਹੁਤਾ ਔਖਾ ਹੋ ਕੇ ਮੱਥਾ ਟੇਕਿਆ ਰੱਬ ਖੁਸ਼ ਹੋ ਜਾਏਗਾ। ਇਹ ਸਾਰੇ ਮੇਰੇ ਭਰਮ ਨੇ, ਇਹ ਧਰਮ ਨਹੀਂ ਹੋ ਸਕਦਾ। ਉਹ ਤੇ ਸੁੱਖਾਂ ਦਾ ਦਾਤਾ ਹੈ। ਕੌਣ ਕਹੇਗੀ, ਕਿਹੜੀ ਮਾਂ ਕਿਹੜਾ ਪਿਓ ਕਹੇਗਾ ਭਈ ਤੂੰ ਮੇਰਾ ਨਾਂ ਲੈਣ ਲੱਗਿਆ ਇਵੇਂ ਇੱਕ ਲੱਤ ਭਾਰ ਖਲੋ ਕੇ ਮੈਨੂੰ ਪਿਤਾ ਕਹੇ ਤੇ ਮੈਂ ਬਹੁਤਾ ਖੁਸ਼ ਹੋਵਾਂਗਾ। ਉਹ ਤੇ ਭਾਵੇਂ ਬਿਸਤਰੇ 'ਚ ਪਿਆ ਪਿਤਾ ਕਹਿ ਦੇਵੇ, ਉਹਦੇ ਭਾਵੇਂ ਪਾਣੀ ਰੋਟੀ ਪ੍ਰਸ਼ਾਦ ਪਾਣੀ ਛਕਦਾ ਪਿਤਾ ਕਹਿ ਦੇਵੇ, ਉਹਦੇ ਭਾਵੇਂ ਸੁੱਤਾ ਪਿਆ ਉੱਠ ਕੇ ਪਿਤਾ ਕਹਿ ਦੇਵੇ, ਉਹਦੇ ਭਾਵੇਂ ਰਾਤ ਨੂੰ ਸੌਣ ਲੱਗਿਆ ਪਿਤਾ ਕਹਿ ਦੇਵੇ। ਜਦੋਂ ਵੀ ਉਹ ਪਿਤਾ ਕਹੇਗਾ ਉਹਨੂੰ ਪਿਤਾ ਨਾਲ ਉਨਾ ਹੀ ਪਿਆਰ ਜਾਗੇਗਾ, ਕਦੇ ਘੱਟ ਵੱਧ ਨਹੀਂ ਹੋ ਸਕਦਾ। ਇਹ ਅਸੀਂ ਲੋਕਾਂ ਨੇ ਵਿਉਂਤਾਂ ਬਣਾਈਆਂ ਨੇ ਭਈ ਤੁਸੀਂ ਇਵੇਂ ਕਹਿ ਕੇ ਵਾਹਿਗੁਰੂ ਕਹੋ ਤੇ ਤੁਹਾਨੂੰ ਬਹੁਤਾ ਸੁੱਖ ਮਿਲੇਗਾ, ਇਸ ਤਰੀਕੇ ਕਹੋ ਤੇ ਰੱਬ ਬਹੁਤਾ ਖੁਸ਼ ਹੋਵੇਗਾ, ਭੁੱਖੇ ਰਹੋ ਤੇ ਰੱਬ ਬਹੁਤਾ ਖੁਸ਼ ਹੋਵੇਗਾ। ਉਹ ਤੇ ਸੁੱਖਾਂ ਦਾ ਦਾਤਾ ਹੈ, ਉਹ ਕਿਵੇਂ ਚਾਹੇਗਾ। ਆਪਣੀ ਗੱਲ ਵੱਲ ਵਾਪਸ ਚੱਲਾਂ, ਜਿਹੜੀ ਬੇਨਤੀ ਕਰਨ ਲੱਗਾ ਸਾਂ। ਰੱਬ ਲਈ ਹੰਕਾਰ ਦੀ ਗਰਾਊਂਡ ਤਿਆਰ ਕਰਨ ਦੀ ਲੋੜ ਨਹੀਂ, ਹੰਕਾਰ ਨੂੰ ਕਰਨ ਦੀ ਲੋੜ ਨਹੀਂ, ਕਿਉਂਕਿ ਉਹਨੂੰ ਲੋੜ ਹੀ ਨਹੀਂ ਹੈ। ਜੇ ਉਹ ਸਾਡੀ ਖੁਸ਼ਾਮਦ ਦਾ ਭੁੱਖਾ ਹੁੰਦਾ ਤੇ ਇੰਨਾ ਕੁਝ ਰੱਬ ਨੇ ਪੈਦਾ ਕੀਤਾ, 4 6 ਬੰਦੇ ਹੋਰ ਪੈਦਾ ਕਰ ਲੈਂਦਾ ਜਿਹੜੇ ਉਹਨੂੰ ਵੱਡਾ ਵੱਡਾ ਕਹਿੰਦੇ। ਉਹ ਸਾਡੇ ਤੇ ਕਿਉਂ ਆਸ ਰੱਖਦਾ? ਸਾਡੇ ਤੇ ਆਸ ਹੀ ਨਾ ਰੱਖਦਾ, 20 50 100 ਬੰਦੇ ਹੋਰ ਪੈਦਾ ਕਰ ਲੈਂਦਾ ਜਿਹੜੇ ਉਹਨੂੰ ਹਰ ਵਕਤ ਵੱਡਾ ਵੱਡਾ ਕਹੀ ਜਾਂਦੇ। ਸਾਡੇ ਤੇ ਉਹ ਲੋੜ ਹੀ ਨਹੀਂ ਸੀ, ਸਾਡਾ ਮੁਹਤਾਜ ਕਿਉਂ ਹੋਇਆ ਰੱਬ? ਨਹੀਂ, ਅਸਲ ਵਿੱਚ ਉਹਨੂੰ ਲੋੜ ਨਹੀਂ ਹੈ। ਇੱਕ 12 ਮਾਹ ਦੀ ਬਾਣੀ ਵਿੱਚ ਇੱਕ ਪੰਕਤੀ ਆਉਂਦੀ ਹੈ ਬੜੀ ਪਿਆਰੀ।
ਹਜ਼ੂਰ ਆਖਦੇ ਨੇ ਜਿਹੜਾ ਪਹਿਲਾ ਮਹੀਨਾ ਨਾ ਉਹ ਚੇਤ ਦਾ ਹੈ। ਮੇਰੇ ਕੋਲ ਇੰਨਾ ਵਕਤ ਨਹੀਂ ਮੈਂ ਸਾਰੀ ਗੱਲ ਕਰਾਂ। ਚੇਤ ਦੇ ਮਹੀਨੇ ਤੋਂ ਗੱਲ ਚੱਲਦੇ ਆ ਅੱਗੇ ਫੱਗਣ ਦੇ ਮਹੀਨਾ ਆਖਰੀ ਮਹੀਨਾ ਹੈ। ਫੱਗਣ ਦੇ ਮਹੀਨੇ ਵਿੱਚ ਆ ਗਏ ਤੇ ਆਖਰੀ ਪੰਕਤੀ ਵਿੱਚ ਹਜ਼ੂਰ ਨੇ ਇੱਕ ਗੱਲ ਬੜੀ ਪੱਲੇ ਬੰਨੀ। ਸਿੱਖ ਦੇ ਜੀਵਨ ਵਿੱਚ ਇੱਕ ਗੱਲ ਬੜੀ ਪਿਆਰੀ ਰੱਖੀ, ਇਹਦੇ ਪੱਲੇ ਵਿੱਚ ਇੱਕ ਬੜੀ ਪਿਆਰੀ ਦਾਤ ਪਾਈ। ਹਜ਼ੂਰ ਕਹਿਣ ਲੱਗੇ ਇੱਕ ਗੱਲ ਚੇਤਾ ਰੱਖੀ, ਫਲਗੁਣ ਨਿਤ ਸਲਾਹੀਏ ਜਿਸ ਨੂੰ ਤਿਲ ਨਾ ਤਮਾਏ। ਕਹਿਣ ਲੱਗੇ 12 ਮਹੀਨੇ ਬੰਦਗੀ ਕਰਦਿਆਂ ਗੁਜ਼ਾਰਨ ਵਾਲਿਆ, ਕਿਤੇ ਆਖਰ ਵਿੱਚ ਆ ਕੇ ਇਹ ਆਪਣੇ ਮਨ ਵਿੱਚ ਇੱਕ ਕਣਕਾ ਮਾਤਰ ਵੀ ਅੰਸ਼ ਪੈਦਾ ਨਾ ਹੋਣ ਦਵੀਂ ਭਈ ਰੱਬਾ ਮੈਂ ਤੇਰੇ ਤੇ ਅਹਿਸਾਨ ਕੀਤਾ, ਕੋਈ ਤੇਰੀ ਬੰਦਗੀ ਕੀਤੀ ਹੈ ਨਹੀਂ, ਉਹਦੀ ਤੂੰ ਕੀ ਕਰ ਸਕਣਾ, ਉਹਦੀ ਤੇ ਇੱਕ ਤਿਲ ਮਾਤਰ ਵੀ ਕੋਈ ਵਡਿਆਈ ਉਹਦੀ ਕੀਮਤ ਨਹੀਂ ਪਾ ਸਕਦਾ। ਬੜੇ ਵੱਡੇ ਲੋਕ ਕਹਿ ਕੇ ਥੱਕ ਗਏ ਨੇ, ਉਹਨਾਂ ਕੋਲ ਇਹ ਦਾਤ ਨਹੀਂ ਨਸੀਬ ਹੋਈ। ਹਾਂ, ਰੱਬ ਤੇਰੇ ਗੁਲਾਮੀ ਦੇ ਅਧੀਨ ਨਹੀਂ ਹੈ। ਰੱਬ ਇਹ ਨਹੀਂ ਵੀ 10 ਬੰਦੇ ਵੱਡੇ ਕਹਿਣ ਤੇ ਰੱਬ ਵੱਡਾ ਹੋ ਜਾਂਦਾ। ਨਿੱਕੀ ਜੀ ਗੱਲ ਫਿਰ ਕਹਿਣ ਲੱਗਾ, ਖਡੂਰ ਸਾਹਿਬ ਦੇ ਵਿੱਚ ਇੱਕ ਤਪਾ ਰਹਿੰਦਾ ਸੀ। ਉਹਦੇ ਕਹਿਣ ਦੇ ਉੱਤੇ ਕੁਝ ਖਡੂਰ ਨਿਵਾਸੀਆਂ ਨੇ ਗੁਰੂ ਅੰਗਦ ਸਾਹਿਬ ਜੀ ਨੂੰ ਨਗਰੋਂ ਕੱਢ ਦਿੱਤਾ। ਉਹਨੂੰ ਕਹਿਣ ਲੱਗੇ ਵੀ ਤੁਸੀਂ ਗ੍ਰਸਤੀ ਗੁਰੂ ਹੋ, ਤੁਹਾਡੇ ਕਾਰਨ ਸਾਡੇ ਨਗਰ ਵਿੱਚ ਮੀਂਹ ਨਹੀਂ ਪੈ ਰਿਹਾ ਤੇ ਕਾਲ ਪੈਣ ਲੱਗਾ ਹੈ, ਤੇ ਤੁਸੀਂ ਕਿਰਪਾ ਕਰੋ ਸਾਡੇ ਬੱਚੇ ਜੀਵਤ ਰਹਿ ਸਕਣ, ਸੁਖੀ ਰਹਿ ਸਕਣ, ਤੁਸੀਂ ਨਗਰੋਂ ਚਲੇ ਜਾਵੋ। ਹਜ਼ੂਰ ਕਹਿਣ ਲੱਗੇ ਕੋਈ ਗੱਲ ਨਹੀਂ। ਸਾਹਿਬ ਨੇ ਸਿੱਖ ਲਏ ਨਾਲ ਤੇ ਖਡੂਰ ਸਾਹਿਬ ਨੂੰ ਛੱਡ ਕੇ ਚਲੇ ਗਏ। ਜਦੋਂ ਤਪੇ ਦੀ ਗਲਤੀ ਦਾ ਅਹਿਸਾਸ ਹੋਇਆ, ਬੁਰੀ ਮੌਤ ਮਰਿਆ, ਤੇ ਜਦੋਂ ਸਿੱਖਾਂ ਨੂੰ ਪਤਾ ਲੱਗਿਆ, ਹੁਣ ਬਾਕੀ ਸ਼ਰਧਾਲੂਆਂ ਨੂੰ ਪਤਾ ਲੱਗਿਆ, ਨਗਰ ਦੇ ਕੁਝ ਲੋਕ ਸਿੱਖਾਂ ਨੂੰ ਨਾਲ ਲੈ ਕੇ ਗਏ ਵੀ ਆਓ ਹੁਣ ਗੁਰੂ ਅੰਗਦ ਸਾਹਿਬ ਜੀ ਨੂੰ ਲੈ ਕੇ ਆਈਏ, ਸਾਡੇ ਕੋਲ ਗਲਤੀ ਤਾਂ ਹੋ ਗਈ ਹੈ, ਹੁਣ ਲੈ ਕੇ ਆਈਏ। ਜਦੋਂ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨੂੰ ਲੈਣ ਗਏ ਤੇ ਸਾਹਿਬ ਦੇ ਚਰਨਾਂ 'ਚ ਮੱਥਾ ਟੇਕਿਆ, ਉਹਨੂੰ ਕਹਿਣ ਲੱਗੇ ਵੀ ਗਲਤੀ ਹੋ ਗਈ, ਤੁਸੀਂ ਨਗਰ ਵਾਪਸ ਚਲੋ। ਸਾਹਿਬ ਨੇ ਇੱਕ ਪਲ ਲਾਇਆ, ਇੱਕ ਪਲ। ਉਸੇ ਵੇਲੇ ਕਹਿਣ ਲੱਗੇ ਸਿੱਖਾਂ ਨੂੰ ਵੀ ਚੁੱਕੋ ਸਮਾਨ, ਖਡੂਰ ਸਾਹਿਬ ਵਾਪਸ ਚਲੀਏ। ਉਹ ਸਿੱਖ ਬੜੇ ਜਿਹੜੇ ਸ਼ਰਧਾਲੂ ਸਨ ਬੜੇ ਹੈਰਾਨ ਹੋਏ, ਪਰ ਸਤਿਗੁਰੂ ਅਸੀਂ ਤੁਹਾਨੂੰ ਨਗਰੋਂ ਕੱਢਿਆ, ਤੁਸੀਂ ਇਤਰਾਜ਼ ਨਹੀਂ ਕੀਤਾ, ਤੇ ਅਸੀਂ ਨਗਰ ਲੈਣ ਆਏ ਹਾਂ, ਤੁਸੀਂ ਇਤਰਾਜ਼ ਨਹੀਂ ਕੀਤਾ। ਸਤਿਗੁਰੂ ਨੇ ਇੱਕ ਬਚਨ ਆਖਿਆ, ਕਹਿਣ ਲੱਗੇ ਭਲਿਆ ਇੱਕ ਗੱਲ ਚੇਤਾ ਰੱਖੀ, ਗੁਰੂ ਨਾਨਕ ਸਾਹਿਬ ਦਾ ਦਰ ਹੈ ਨਾ ਜਿਹੜਾ, ਉਹ ਆਪਣੀਆਂ ਨਜ਼ਰਾਂ ਵਿੱਚ ਜਿਉਂਦਾ ਹੈ, ਉਹ ਆਪਣੀਆਂ ਨਜ਼ਰਾਂ ਵਿੱਚ ਜਿਉਂਦਾ ਹੈ। ਜੇ 20-50 ਬੰਦੇ 100 ਇਕੱਠੇ ਹੋ ਕੇ ਕਹਿ ਲੈਣ ਭਈ ਗੁਰੂ ਨਾਨਕ ਸਾਹਿਬ ਤੇਰਾ ਘਰ ਬਹੁਤ ਵੱਡਾ ਹੈ, ਤੇ ਵੱਡਾ ਨਹੀਂ ਹੁੰਦਾ। ਜੇ ਸਾਰੇ ਲੋਕ ਮਨੁੱਕਰ ਹੋ ਕੇ ਗੱਲ ਕਹਿ ਲੈਣ ਵੀ ਤੇਰਾ ਘਰ ਬਹੁਤਾ ਵੱਡਾ ਨਹੀਂ ਹੈ, ਤੇ ਉਹ ਛੋਟਾ ਨਹੀਂ ਹੋ ਜਾਂਦਾ। ਮੈਂ ਤੇ ਧੰਨ ਗੁਰੂ ਨਾਨਕ ਸਾਹਿਬ ਤੈਨੂੰ ਨਮਸਕਾਰ ਕਰਨਾ। ਤੈਨੂੰ ਵਕਤ ਦੇ ਲੋਕਾਂ ਨੇ ਕਿਹਾ ਸੀ ਕੋਈ ਆਖੇ ਭੂਤਨਾ ਕੋ ਕਹੇ ਬੇਤਾਲਾ, ਪਰ ਭੂਤਨਾ ਤੇ ਬੇਤਾਲਾ ਕਹਿਣ ਵਾਲੇ ਅੱਜ ਨਜ਼ਰ ਵੀ ਨਹੀਂ ਆਉਂਦੇ। ਥਾਂ ਥਾਂ ਤੇ ਤੈਨੂੰ ਉਹ ਲੋਕ ਤਾਂ ਨਜ਼ਰ ਆਉਂਦੇ ਨੇ ਜਿਹੜੇ ਕਹਿੰਦੇ ਨੇ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕੱਲ ਰਾਖੀ ਮੇਰੀ। ਉਹ ਕਿਸੇ ਦੀ ਵਡਿਆਈ ਦੇ ਅਧੀਨ ਨਹੀਂ। ਸਾਨੂੰ ਡਰ ਹੈ ਮੇਰੀ ਨਿੰਦਾ ਹੋਵੇਗੀ, ਮੇਰੀ ਘਟ ਜਾਏਗੀ ਉਪਮਾ, ਮੇਰੀ ਵਡਿਆਈ ਹੋਵੇਗੀ ਤੇ ਮੈਂ ਵੱਡਾ ਹੋ ਜਾਵਾਂਗਾ। ਨਹੀਂ, ਉਹ ਲੋਕਾਂ ਦੀ ਵਡਿਆਈ ਜਾਂ ਲੋਕਾਂ ਦੀ ਨਿੰਦਾ ਦੇ ਅਧੀਨ ਨਹੀਂ ਹੈ। ਰੱਬ ਆਪਣੇ ਆਪ ਵਿੱਚ ਇੱਕ ਸੰਪੂਰਨ ਹੈ ਜੀ। ਨਾ ਉਹ ਮਰੈ ਨਾ ਹੋਵੈ ਸੋਗ, ਦੇਂਦਾ ਰਹੈ ਨਾ ਚੁਕੈ ਭੋਗ। ਗੁਣ ਇਹੋ ਹੋਰ ਨਾਹੀ ਕੋਏ, ਨਾ ਕੋ ਹੋਵਾ ਨਾ ਕੋ ਹੋਏ। ਨਾ ਉਹ ਮਰੈ, ਕਿਉਂਕਿ ਗੱਲ ਚੱਲ ਰਹੀ ਹੈ ਸੋ ਉਹ ਪ੍ਰਭੂ। ਹੁਣ ਉਹ ਪ੍ਰਭੂ ਕੈਸਾ ਉਹਦੀ ਝਲਕਾਂ ਆ ਰਹੀਆਂ ਨੇ। ਉਹ ਪ੍ਰਭੂ ਜਿਹੜਾ ਮਰਦਾ ਨਹੀਂ, ਤੇ ਨਾ ਹੀ ਜਿਹਦੀ ਖਾਤਰ ਕਦੇ ਸੋਗ ਹੁੰਦਾ ਹੈ। ਚੇਤੇ ਰੱਖਿਓ, ਜਿਹੜੇ ਆਏ ਔਰ ਆ ਕੇ ਮਰ ਗਏ ਉਹ ਰੱਬ ਨਹੀਂ ਹੋ ਸਕਦੇ, ਕਿਉਂਕਿ ਗੁਰੂ ਸਾਹਿਬ ਜੀ ਕਹਿ ਰਹੇ ਨੇ ਨਾ ਉਹ ਮਰੈ, ਉਹ ਨਹੀਂ ਮਰਦਾ, ਤੇ ਨਾ ਹੀ ਉਹਦੀ ਖਾਤਰ ਸੋਗ ਹੁੰਦਾ ਹੈ। ਜਿਹੜਾ ਵੀ ਜੂਨਾਂ ਵਿੱਚ ਆਇਆ ਹੈ, ਇਹ ਸਾਡੀ ਗਲਤ ਫਹਿਮੀ ਹੋ ਸਕਦੀ ਹੈ, ਇਹ ਸਾਡੀ ਅਗਿਆਨਤਾ ਹੋ ਸਕਦੀ ਹੈ ਕਿ ਅਸੀਂ ਨੂੰ ਰੱਬ ਕਹੀ ਜਾਈਏ, ਪਰ ਰੱਬ ਦਾ ਇੱਕ ਗੁਣ ਹੈ, ਉਹ ਅਜੂਨੀ ਹੈ, ਜੂਨਾਂ ਵਿੱਚ ਨਹੀਂ ਆਉਂਦਾ। ਰੱਬ ਜੀ ਦਾ ਇੱਕ ਗੁਣ ਹੈ, ਉਹ ਅਕਾਲ ਮੂਰਤ ਨੇ, ਸਮੇਂ ਦਾ ਕੋਈ ਪ੍ਰਭਾਵ ਨਹੀਂ ਪੈਂਦਾ ਉਹਨਾਂ ਦੀ ਹਸਤੀ ਉੱਤੇ। ਹਜ਼ੂਰ ਕਹਿੰਦੇ ਨਾ ਰੱਬ ਮਰਦਾ ਹੈ, ਨਾ ਉਹਦੀ ਖਾਤਰ ਕੋਈ ਸੋਗ ਵਿਆਪਦਾ ਹੈ, ਦਿੰਦਾ ਰਹਿ। ਹੁਣ ਵੇਖੋ, ਰੱਬ ਮਾਲਕ ਹੈ ਨਾ, ਤੇ ਜੇ ਮਾਲਕ ਹੀ ਚੜ੍ਹਾਈ ਕਰ ਜਾਏ ਫਿਰ ਸਾਡਾ ਕੀ ਬਣੇਗਾ? ਅਸੀਂ ਕਹਿੰਦੇ ਸਾਰਾ ਸੰਸਾਰ ਰੱਬ ਚਲਾਉਂਦਾ ਹੈ, ਤੇ ਜੇ ਰੱਬ ਹੀ ਚਲੇ ਗਿਆ ਫਿਰ ਸੰਸਾਰ ਨੂੰ ਕੌਣ ਚਲਾਏਗਾ?
ਇਹ ਵੀ ਉਹਦੇ 'ਚ ਬੜੀ ਵੱਡੀ ਖੂਬੀ ਹੈ ਸਾਡੇ ਭਲੇ ਵਾਸਤੇ। ਰੱਬ ਉੱਤੇ ਸਮੇਂ ਦਾ ਕੋਈ ਪ੍ਰਭਾਵ ਨਹੀਂ। ਸੋਚੋ ਜੇ ਕਿਤੇ ਸਮੇਂ ਦਾ ਪ੍ਰਭਾਵ ਪੈ ਜਾਂਦਾ ਰੱਬ ਦੇ ਉੱਤੇ, ਅੱਜ ਦਿਆਲੂ ਹੈ ਤੇ ਕੱਲ੍ਹ ਨੂੰ ਦਿਆਲੂ ਨਾ ਰਹੇ, ਫਿਰ ਸਾਡਾ ਕੀ ਬਣੇਗਾ? ਅੱਜ ਦਾਤਾ ਹੈ, ਜੇ ਕੱਲ੍ਹ ਨੂੰ ਦਾਤਾ ਨਾ ਰਹੇ, ਸਮੇਂ ਦਾ ਪ੍ਰਭਾਵ ਪੈ ਜਾਏ, ਜਿਵੇਂ ਅਸੀਂ ਬਦਲਦੇ ਹਾਂ, ਅਸੀਂ ਕਹਿੰਦੇ ਤੂੰ ਬਦਲ ਗਿਆ, ਤੂੰ ਉਹ ਨਹੀਂ ਰਿਹਾ। ਕਿਉਂ? ਸਾਡੇ ਗੁਣ ਬਦਲ ਗਿਆ, ਸਾਡਾ ਸੁਭਾਅ ਬਦਲ ਗਿਆ। ਰੱਬ ਦਾਤਾ ਹੈ ਔਰ ਰੱਬ ਦਾਤਾ ਹੀ ਰਹੇਗਾ, ਉਹਦੇ ਤੇ ਕੋਈ ਪ੍ਰਭਾਵ ਨਹੀਂ ਪੈਣਾ ਕਿ ਸਾਨੂੰ ਚਿੰਤਾ ਹੋ ਜਾਏ, ਤੇ ਨਾ ਹੀ ਰੱਬ ਇੱਥੋਂ ਜਾਏਗਾ। ਸਾਡਾ ਸਿਰ ਦਾ ਸਾਈਂ ਹਮੇਸ਼ਾ ਕਾਇਮ ਰਹੇਗਾ। ਇੱਕ ਓੰਕਾਰ ਤੋਂ ਅਗਲਾ ਸ਼ਬਦ ਹੈ ਸਤਨਾਮ, ਹਮੇਸ਼ਾ ਕਾਇਮ ਰਹਿਣ ਵਾਲਾ। ਜਿਹੜੇ ਲੋਕ ਕਿਸੇ ਮਨੁੱਖ ਦੇ ਮੁਹਤਾਜ ਨੇ, ਵੀ ਸਰਦੀ ਆਉਂਦੀ ਹੈ ਇਹ ਕੰਬਲ ਦੇ ਦਿੰਦਾ ਹੈ, ਇਹ ਕੋਟੀਆਂ ਦੇ ਦਿੰਦਾ ਹੈ, ਚਲੋ ਸਾਨੂੰ ਕੀ ਲੋੜ। ਪਰ ਜੇ ਇੱਕ ਸਰਦੀ ਤੇ ਜਾ ਕੇ ਉਹਦਾ ਦਰਵਾਜ਼ਾ ਖਟਖਟਾਇਆ ਤੇ ਅੰਦਰੋਂ ਇੱਕ ਬੰਦਾ ਨਿਕਲ ਆਇਆ, ਹੋਰ ਕੋਈ, ਹਾਂ ਬਈ ਕਿਉਂ? ਕਹਿੰਦੇ ਜੀ ਉਹ ਸੇਠ ਜੀ ਕਿੱਥੇ ਨੇ? ਮੈਂ ਹਰ ਸਾਲ ਆਉਂਦਾ ਇੱਥੇ ਲੈਣ ਵਾਸਤੇ। ਕਹਿੰਦੇ ਉਹ ਗਏ, ਉਹ ਨਹੀਂ ਹੈਗੇ, ਹੁਣ ਚੜ੍ਹਾਈ ਕਰ ਗਏ, ਹੁਣ ਤੇ ਮੈਂ ਰਹਿਣਾ, ਦੌੜ ਜਾ ਇੱਥੋਂ, ਕੱਖ ਨਹੀਂ ਤੈਨੂੰ ਮਿਲਣਾ। ਉਹ ਬੰਦਾ ਕੀ ਕਰੇਗਾ? ਮੈਂ ਤੇ ਉਹਦੇ ਆਸਰੇ ਸੀ, ਮੈਂ ਤੇ ਕੋਈ ਇੰਤਜ਼ਾਮ ਵੀ ਨਹੀਂ ਕੀਤਾ। ਉਹ ਰੋਏਗਾ, ਕੁਰਲਾਏਗਾ। ਪਰ ਜਿਹੜਾ ਰੱਬ ਨਾਲ ਜੁੜ ਜਾਏ ਉਹਨੂੰ ਕੋਈ ਚਿੰਤਾ ਨਹੀਂ, ਉਹਦਾ ਮਾਲਕ ਹਮੇਸ਼ਾ ਕਾਇਮ ਹੈ। ਹਜ਼ੂਰ ਕਹਿੰਦੇ ਨਾ ਉਹ ਮਰੈ ਨਾ ਹੋਵੇ ਸੋਗ, ਇਸ ਕਰਕੇ ਕੋਈ ਚਿੰਤਾ ਵੀ ਨਹੀਂ, ਦਿੰਦਾ ਰਹੇ, ਸੁਭਾਅ ਹੈ ਉਹਦਾ, ਉਹ ਦਿੰਦਾ ਹੀ ਰਹਿੰਦਾ ਹੈ। ਨਾ ਚੁੱਕੈ ਭੋਗ। ਸਾਡੇ ਕੋਲ 1000 ਰੁਪਇਆ ਦੇਣ ਲੱਗ ਪਏ, 1000 ਮੁੱਕ ਜਾਏਗਾ, ਕਰੋੜ ਰੁਪਈਆ ਦੇਣ ਲੱਗ ਪਈਏ, ਮੁੱਕ ਜਾਏਗਾ। ਪਰ ਰੱਬ ਦੇ ਭੰਡਾਰੇ ਵੀ ਅਮੁੱਕ ਨੇ, ਅਟੁੱਟ ਭੰਡਾਰੇ ਨੇ, ਉਹ ਦਿੰਦਾ ਰਹਿੰਦਾ ਹੈ, ਦਿੰਦਾ ਰਹਿੰਦਾ ਹੈ। ਨਿੱਕੀ ਜੀ ਉਦਾਹਰਨ, ਲੂਣ ਅਸੀਂ ਸਾਰੇ ਖਾਂਦੇ ਹਾਂ, ਪੁਰਾਣੀਆਂ ਲਿਖਤਾਂ ਪੜ੍ਹ ਕੇ ਵੇਖ ਲਓ, ਚ ਲੂਣ ਦਾ ਜ਼ਿਕਰ ਆਉਂਦਾ ਹੈ, ਗੁਰਬਾਣੀ ਵਿੱਚ ਵੀ ਆਉਂਦਾ ਹੈ। ਜਾਂ ਮੈਂ ਅੰਮ੍ਰਿਤ ਲੋਣ ਵਾਲੀ ਗੱਲ ਆਏਗੀ, ਕਿੰਨਾ ਸਮੁੰਦਰ ਵਿੱਚੋਂ ਲੂਣ ਕੱਢ ਲਿਆ ਸੀ ਲੋਕਾਂ ਨੇ, ਹਜੇ ਵੀ ਨਿਕਲੀ ਜਾਂਦਾ ਹੈ। ਇੱਕ ਲੂਣ ਜਿਹਦੀ ਕੀਮਤ ਅਸੀਂ ਬਹੁਤੀ ਰੱਖੀ ਨਹੀਂ, ਉਹ ਵੀ ਮੁੱਕਣ ਤੇ ਨਹੀਂ ਆਉਂਦਾ। ਰੱਬ ਨੇ ਕਿੰਨੀ ਕਿਰਪਾ ਕੀਤੀ, ਕਿੰਨਾ ਪੈਟਰੋਲ ਕੱਢ ਰਹੇ ਹਾਂ, ਕਿੰਨਾ ਕੋਇਲਾ ਕੱਢ ਰਹੇ ਹਾਂ, ਆ ਕਿੰਨਾ ਸੀਮੈਂਟ, ਕਿੰਨਾ ਰੇਤਾ, ਕਿੰਨਾ, ਇਹ ਖਰੀਦ ਕੇ ਨਹੀਂ ਕੋਈ ਵੀ ਲੈ ਕੇ ਆਇਆ, ਮਾਫ ਕਰਨਾ, ਇਹ ਤਾਂ ਅਸੀਂ ਕਬਜ਼ਾ ਕਰਕੇ ਵੇਚਣ ਲੱਗ ਪਏ ਨਾ। ਇਹ ਤੇ ਮਾਲਕ ਨੇ ਪਹਿਲੇ ਹੀ ਸਾਰਾ ਕੁਝ ਦਿੱਤਾ ਹੋਇਆ ਸਾਨੂੰ ਇੱਥੇ। ਉਹਦੇ ਭੰਡਾਰੇ ਵੀ ਬੜੇ ਅਮੁੱਕ ਨੇ, ਮੁੱਕਦੇ ਨਹੀਂ। ਇਹਨੂੰ ਹੋਰ ਨੇੜੇ ਵੇਖ ਲਈਏ, ਜਾ ਕੇ ਆਪਣੇ ਘਰਾਂ ਵਿੱਚ ਜਾਈਏ। ਇੱਕ ਚੀਜ਼ ਹੈ, ਅਸੀਂ ਉਹਨੂੰ ਬਹੁਤਾ ਧਿਆਨ ਦੇ ਨਾਲ ਨਹੀਂ ਵੇਖਦੇ, ਪਰ ਵੇਖਿਓ ਹੁਣ ਜਾ ਕੇ, ਉਹ ਹੈ ਸਾਡੇ ਘਰ ਵਿੱਚ ਪਿਆ ਹੋਇਆ ਡਸਟਬੀਨ। ਦੇਖਿਓ ਜਾ ਕੇ ਉਹਨੂੰ, ਤੁਸੀਂ ਦੇਖੋਗੇ ਉਹਦੇ ਵਿੱਚ ਕੁਝ ਚੀਜ਼ਾਂ ਐਸੀਆਂ ਸਿੱਟੀਆਂ ਹੋਣਗੀਆਂ ਜਿਹੜੀਆਂ ਖਰਾਬ ਹੋ ਗਈਆਂ। ਪ੍ਰਸ਼ਾਦੇ ਬਣਾਏ ਸੀ, 1-2 ਬਚ ਗਏ, ਜਾਂ ਸਬਜ਼ੀ ਬਣਾਈ ਸੀ ਥੋੜੀ ਜਿਹੀ ਬਚ ਗਈ, ਖਰਾਬ ਹੋ ਗਈ, ਅਸੀਂ ਉੱਚ ਸਿੱਟ ਦਿੱਤੇ। ਰੱਬ ਨੇ ਤੇ ਇੰਨਾ ਦਿੱਤਾ ਸੀ ਕਿ ਤੂੰ ਖਾ ਪੀ ਕੇ ਬਚ ਗਿਆ। ਰੱਬ ਨੇ ਇੰਨਾ ਦਿੱਤਾ ਸੀ ਕਿ ਤੂੰ ਖਾਧਾ ਪੀਤਾ ਤੇ ਬਚ ਗਿਆ, ਤੂੰ ਸੰਭਾਲ ਵੀ ਨਹੀਂ ਸਕਿਆ, ਇੰਨਾ ਦਿੱਤਾ ਸੀ, ਖਰਾਬ ਹੋ ਗਿਆ, ਤੈਨੂੰ ਸੁੱਟਣਾ ਪਿਆ। ਰੱਬ ਤੇ ਐਸਾ ਦਾਤਾ ਹੈ, ਮਨੁੱਖ ਆਪਣੇ ਡਸਟਬਿਨ ਨੂੰ ਵੀ ਜਾ ਕੇ ਵੇਖ ਲਏ, ਉਹਨੂੰ ਪਤਾ ਲੱਗ ਜਾਏਗਾ ਰੱਬ ਨੇ ਦਿੱਤਾ ਬਹੁਤ ਸੀ, ਆਹ ਵੇਖੋ ਮੇਰੇ ਕੋਲ ਖਾਧਾ ਨਹੀਂ ਗਿਆ, ਜਿਸ ਕਰਕੇ ਖਰਾਬ ਹੋ ਗਿਆ। ਦਿੰਦਾ ਰਹੇ ਨਾ ਚੁੱਕੈ ਭੋਗ। ਤੇ ਅਗਲੀ ਗੱਲ, ਗੁਣ ਇਹੋ, ਇਹਦਾ ਮਤਲਬ ਕਿ ਇੱਕੋ ਗੁਣ ਹੈ ਰੱਬ ਵਿੱਚ। ਕਈ ਕਹਿੰਦੇ ਗੁਣ ਇਹੋ ਵੀ ਇਹੋ ਗੁਣ ਹੈ, ਨਹੀਂ, ਇਹ ਇੱਕ ਖਾਸ ਗੁਣ ਹੈ। ਕਿਹੜਾ? ਹੋਰ ਨਾ ਹੀ ਕੋਏ। ਇਹਦਾ ਮਤਲਬ ਇਹ ਨਹੀਂ ਕਿ ਹੋਰ ਕੋਈ ਗੁਣ ਨਹੀਂ, ਇੱਥੇ ਹੋਰ ਸ਼ਬਦ ਗੁਣ ਦੇ ਨਾਲ ਨਹੀਂ ਜੁੜਦਾ। ਗੁਣ ਇਹੋ, ਇਹ ਵਿੱਚ ਖਾਸ ਗੁਣ ਹੈ ਕਿ ਹੋਰ ਨਾ ਹੀ ਕੋਏ, ਉਹਦੇ ਵਰਗਾ ਹੋਰ ਦੂਜਾ ਕੋਈ ਨਹੀਂ ਹੈ। ਅਸੀਂ ਤੇ ਰੱਬ ਦੇ ਕਈ ਸ਼ਰੀਕ ਸਮਝੀ ਬੈਠੇ ਹਾਂ, ਸਾਰੇ ਰੱਬ ਕਹਿੰਦੇ ਇੱਕੋ ਜਿਹੇ ਨੇ। ਦੇਖੋ ਸਾਡੀ ਮੂਰਖਤਾ, ਸਾਰੇ ਰੱਬ ਇੱਕੋ ਜਿਹੇ ਨੇ। ਸਾਰੇ ਰੱਬ ਤੇ ਹੁੰਦਾ ਹੀ ਇੱਕੋ ਹੀ ਹੈ। ਇਹ ਤੇ ਤੁਸੀਂ ਕਹੋ ਵੀ ਉਹ ਇੱਕੋ ਹੈ ਜੋ ਸਾਰਿਆਂ ਵਿੱਚ ਗੱਲ ਬਣਦੀ ਹੈ, ਪਰ ਤੁਸੀਂ ਕਹੋ ਸਾਰੇ ਰੱਬ ਇੱਕੋ ਜਿਹੇ ਨੇ, ਇੱਥੇ ਸਾਡੀ ਸੋਚ ਗਲਤ ਹੈ। ਰੱਬ ਤੇ ਇੱਕੋ ਹੀ ਹੈ। ਅਸੀਂ ਪਤਾ ਨਹੀਂ ਕਿਹਨੂੰ ਕਿਹਨੂੰ ਰੱਬ ਮੰਨ ਕੇ ਬਹਿ ਲਿਆ। ਚੂਹੇ ਨੂੰ ਰੱਬ ਮੰਨ ਲਿਆ, ਹਾਥੀ ਨੂੰ ਰੱਬ ਮੰਨ ਲਿਆ, ਸੱਪ ਨੂੰ ਰੱਬ ਮੰਨ ਲਿਆ, ਕੱਛੂ ਨੂੰ ਰੱਬ ਮੰਨ ਲਿਆ, ਪਤਾ ਨਹੀਂ ਕੈਸੇ ਕੈਸੇ ਅਸੀਂ ਅਵਤਾਰ ਸਮਝ ਕੇ ਕਲਪਿਤ ਕਰਕੇ ਤੇ ਫਿਰ ਰੱਬ ਨਾਮ ਦੇ ਦਿੱਤਾ ਉਹਨਾਂ ਨੂੰ। ਹਜ਼ੂਰ ਕਹਿੰਦੇ ਨਹੀਂ, ਉਹਦੇ ਵਰਗਾ ਹੋਰ ਕੋਈ ਵੀ ਨਹੀਂ ਹੋ ਸਕਦਾ, ਉਹਦੇ ਵਰਗਾ ਦਾਤਾ ਕੋਈ ਨਹੀਂ, ਉਹਦੇ ਵਰਗਾ ਬਖਸ਼ਿੰਦ ਕੋਈ ਨਹੀਂ। ਨਾ ਕੋ ਹੋਆ ਨਾ ਕੋ ਹੋਏ,
ਨਾ ਤੇ ਪਹਿਲੇ ਸਮੇਂ ਵਿੱਚ ਕੋਈ ਹੋਇਆ ਉਹਦੇ ਵਰਗਾ, ਨਾ ਆਉਣ ਵਾਲੇ ਸਮੇਂ ਵਿੱਚ ਕੋਈ ਹੋਏਗਾ। ਇਸ ਮੁਬਾਰਕ ਪੰਕਤੀਆਂ ਵਿੱਚ, ਪੰਕਤੀਆਂ ਭਾਵੇਂ ਛੋਟੀ ਛੋਟੀਆਂ ਨੇ, ਪਰ ਇਹਦੇ ਵਿੱਚ 4 ਗੱਲਾਂ ਬੜੀਆਂ ਅਦੁੱਤੀ ਆਖੀਆਂ ਨੇ, ਔਰ ਉਹਨਾਂ 4 ਗੱਲਾਂ ਦਾ ਕਿਤੇ ਮਨੁੱਖ ਨੂੰ ਅਹਿਸਾਸ ਹੋ ਜਾਏ, ਇਹਦੀ ਜ਼ਿੰਦਗੀ ਤਬਦੀਲ ਹੋ ਜਾਏਗੀ। ਮੈਂ ਸੰਖੇਪ ਜਿਹੇ ਸ਼ਬਦਾਂ ਵਿੱਚ 4 ਕਹਿਣੇ ਚਾਹੁੰਦਾ। ਪਹਿਲੀ ਗੱਲ, ਸੰਸਾਰ ਦੇ ਅੰਦਰ ਕੋਈ ਵੀ ਚੀਜ਼ ਐਸੀ ਨਹੀਂ ਜਿਹੜੀ ਮੌਤ ਦੇ ਗੁਲਾਮ ਨਾ ਹੋਵੇ। ਇੱਕ ਰੱਬ ਹੈ, ਮੌਤ ਵੀ ਰੱਬ ਦੀ ਗੁਲਾਮ ਹੈ। ਸਾਰੇ ਸੰਸਾਰ ਨੂੰ ਮੌਤ ਮਾਰਦੀ ਹੈ, ਪਰ ਰੱਬ ਜਿਹੜਾ ਨਾ, ਉਹ ਮੌਤ ਨੂੰ ਵੀ ਮਾਰ ਸਕਦਾ ਹੈ। ਮੌਤ ਰੱਬ ਨੂੰ ਨਹੀਂ ਮਾਰ ਸਕਦੀ, ਰੱਬ ਮੌਤ ਨੂੰ ਮਾਰ ਸਕਦਾ ਹੈ। ਆਵਨ ਜਾਨ ਇੱਕ ਖੇਲ ਬਣਾਇਆ। ਆਉਣਾ ਤੇ ਜਾਣਾ ਇੱਕ ਖੇਡ ਹੈ, ਉਹ ਖੇਡ ਆਪੇ ਹੀ ਖਤਮ ਕਰ ਲਵੇ। ਉਹਨੇ ਕਈ ਵਾਰੀ ਕੀਤੀ ਹੈ, ਕਈ ਵਾਰ ਪਸਰਿਓ ਪਾਸਾਰ, ਸਦਾ ਸਦਾ ਇੱਕ ਏਕੰਕਾਰ। ਉਹਨੂੰ ਕਦੇ ਮੌਤ ਨਹੀਂ ਆਉਂਦੀ, ਪਹਿਲਾ ਨੁਕਤਾ। ਦੂਜੀ ਗੱਲ ਇਹ ਹੈ ਵੀ ਉਹਦੇ ਜੀਵਨ ਵਿੱਚ ਕਦੇ ਸੋਗ ਨਹੀਂ ਹੋਣਾ, ਕਦੇ ਸੋਗ ਨਹੀਂ ਹੁੰਦਾ। ਦੁਨੀਆ ਵਿੱਚ ਇੱਕੋ ਇੱਕ ਘਰ ਹੈ, ਸਾਹਿਬ ਨੇ ਸਾਨੂੰ ਉਸੇ ਘਰ ਨਾਲ ਜੋੜਿਆ। ਇੱਕੋ ਇੱਕ ਘਰ ਹੈ, ਉਹ ਕਿਹੜਾ ਘਰ ਹੈ? ਤੇਰੇ ਘਰ ਆਨੰਦ ਵਧਾਈ ਤੁਧ ਘਰ। ਤੇਰੇ ਘਰ ਵਿੱਚ ਹੀ ਵਧਾਈ ਦਿੱਤੀ ਜਾ ਸਕਦੀ ਹੈ, ਦੁਨੀਆ ਦੇ ਕਿਸੇ ਘਰ 'ਚ ਵਧਾਈ ਨਹੀਂ ਦਿੱਤੀ ਜਾ ਸਕਦੀ, ਕਿਉਂਕਿ ਅੱਜ ਮੈਂ ਵਧਾਈ ਦੇਣ ਗਿਆ ਤੇ ਕੱਲ੍ਹ ਮੈਨੂੰ ਅਫਸੋਸ ਕਰਨ ਵੀ ਜਾਣਾ ਪਏਗਾ। ਇੱਕ ਤੇਰਾ ਘਰ ਹੈ ਜਿੱਥੇ ਲੋਕ ਵਧਾਈ ਦੇਣ ਆਉਂਦੇ ਨੇ ਪਰ ਅਫਸੋਸ ਕਰਨ ਨਹੀਂ ਆਉਂਦੇ, ਕਿਉਂਕਿ ਤੇਰੀ ਕਦੇ ਮੌਤ ਨਹੀਂ ਹੋਣੀ, ਤੇਰੀ ਮੌਤ ਹੀ ਨਹੀਂ ਹੈ। ਨਾ ਉਹ ਮਰੇ ਨਾ ਹੋਵੇ ਸੋਗ, ਦੇਂਦਾ ਰਹੇ ਨਾ ਚੁੱਕੇ ਭੋਗ। ਅਗਲੀ ਗੱਲ ਬੜੀ ਪਿਆਰੀ ਹੈ। ਹੁਣ ਰੱਬ ਨੂੰ ਤਾਂ ਧਿਆਉਣਾ ਚਾਹੀਦਾ ਹੈ ਕਿਉਂਕਿ ਤੇਰੀ ਕਦੇ ਮੌਤ ਨਹੀਂ ਹੋਣੀ, ਤੇਰੇ ਘਰ ਵਿੱਚ ਕਦੇ ਸੋਗ ਨਹੀਂ ਹੋਣਾ। ਚਲੋ ਮੰਨ ਲਓ ਵੀ ਜੇ ਤੇਰੀ ਮੌਤ ਨਹੀਂ ਹੋਣੀ ਤਾਂ ਤੇਰੇ ਕੋਲ ਚੀਜ਼ਾਂ ਮੁੱਕ ਜਾਣ। ਮੈਨੂੰ ਇਹ ਵੀ ਤੇ ਡਰ ਹੋਵੇ ਨਾ ਵੀ ਜਲਦੀ ਜਲਦੀ ਮੈਂ ਲੈ ਆਵਾਂ, ਕਿਤੇ ਚੀਜ਼ ਹੀ ਨਾ ਮੁੱਕ ਜਾਏ। ਕਹਿਣ ਲੱਗੇ ਦੂਜੀ ਗੱਲ ਉਹਦੀ ਇਹ ਖੂਬੀ ਹੈ ਭਈ ਉਹਨੇ ਆਪਣੇ ਆਸਣ ਲੋਏ ਲੋਏ ਭੰਡਾਰ, ਜੋ ਕੁਛ ਪਾਇਆ ਸੋ ਏਕਾ ਵਾਰ। ਰੱਬ ਨੂੰ ਸਪਲਾਈ ਨਹੀਂ ਕਰਨੀ ਪੈਂਦੀ। ਅੱਜ ਆਪਾਂ ਵੇਖਦੇ ਹਾਂ 2 ਚੀਜ਼ਾਂ ਅੱਜ ਸਾਡੀ ਜ਼ਿੰਦਗੀ ਦੇ ਵਿੱਚ ਨੇ, ਡਿਮਾਂਡ ਤੇ ਸਪਲਾਈ। ਮੰਗ ਆਉਂਦੀ ਹੈ ਤੇ ਸਪਲਾਈ ਆਉਂਦੀ ਹੈ। ਰੱਬ ਨੇ ਮੰਗ ਛੱਡੀ ਨਹੀਂ। ਜਿਹਦੇ ਕੋਲ ਖਜ਼ਾਨਾ ਬਖਸ਼ਿਆ ਉਹ ਇੱਕੋ ਵਾਰੀ ਇੰਨਾ ਕੁ ਪਾ ਦਿੱਤਾ ਵੀ ਮੁੜ ਕੇ ਸਪਲਾਈ ਦੇਣ ਦੀ ਲੋੜ ਹੀ ਨਹੀਂ ਪਈ। ਰੱਬ ਨੇ ਏਡੀ ਵੱਡੀ ਕਿਰਪਾ ਕੀਤੀ ਹੈ, ਦਿੰਦਾ ਰਹੇ। ਤੀਜੀ ਗੱਲ, ਅਗਲੀ ਗੱਲ ਇਹ ਹੈ ਭਈ ਉਹਨੇ ਕਦੇ ਆਪਣਾ ਸੁਭਾਅ ਨਹੀਂ ਬਦਲਣਾ। ਕਈ ਵਾਰੀ ਬੰਦੇ ਕੋਲ ਚੀਜ਼ ਤੇ ਹੋਵੇ ਪਰ ਹੁਣ ਮੈਂ ਉਹ ਹੰਕਾਰੀ ਹੋ ਗਿਆ, ਮੈਂ ਉਹ ਪਾਪੀ ਹੋ ਗਿਆ ਤੇ ਮੈਂ ਚੀਜ਼ ਨਾ ਦਿਆਂ ਬੇਈਮਾਨ ਹੋ ਜਾ। ਕਹਿਣ ਲੱਗੇ ਉਹ ਐਸਾ ਵੀ ਨਹੀਂ ਕਰਦਾ। ਨੰਬਰ 1, ਉਹ ਮਰਦਾ ਨਹੀਂ ਤੇ ਸੋਗ ਨਹੀਂ ਹੁੰਦਾ। ਦੂਜੀ ਗੱਲ, ਉਹਦੀਆਂ ਚੀਜ਼ਾਂ ਮੁੱਕਦੀਆਂ ਨਹੀਂ ਤੇ ਉਹ ਆਪਣੀ ਬਿਰਤੀ ਤਬਦੀਲ ਨਹੀਂ ਕਰਦਾ। ਅਗਲੀ ਗੱਲ, ਤੇ ਇਹ ਵੀ ਹੋ ਸਕਦਾ ਨਾ ਉਹ ਬਿਰਤੀ ਨਾ ਵੀ ਤਬਦੀਲ ਕਰੇ, ਭੰਡਾਰੇ ਬਿਨਾ ਮੁੱਕਣ, ਉਹ ਮਰੇ ਬਿਨਾ, ਤੇ ਉਹਨੂੰ ਕੋਈ ਬਦਲਾ ਦੇ। ਚੋਣਾਂ ਆਉਂਦੀਆਂ ਨੇ, ਬਦਲਾ ਦਿੰਦੇ ਨੇ ਲੋਕ। ਅੱਜ ਤੱਕ ਤੇ ਕੋਈ ਬੈਠਿਆ, ਕੱਲ ਤੱਕ ਤੇ ਕੋਈ ਬੈਠ ਜਾਏ। ਅੱਜ ਜਿਹੜਾ ਤਖਤ ਤੇ ਬੈਠਾ ਮੇਰਾ ਹਮਦਰਦੀ ਹੈ, ਕਦ ਕੋਈ ਤਖਤ ਤੇ ਐਸਾ ਵੀ ਬੈਠ ਸਕਦਾ ਜਿਹੜਾ ਕਦੇ ਵੀ ਮੈਂ ਇਹੋ ਜਿਹੇ ਲੋਕਾਂ ਨੂੰ ਵੇਖਣਾ ਨਹੀਂ ਚਾਹੁੰਦਾ, ਇਹਨਾਂ ਨੂੰ ਖਤਮ ਕਰ ਦਿਓ। ਤੇ ਐਸਾ ਵੀ ਤੇ ਹੋ ਸਕਦਾ। ਕਹਿਣ ਲੱਗੇ ਉਹਦੀ ਵੱਡੀ ਖੂਬੀ ਇਹ ਹੈ ਵੀ ਜਿਹੜੇ ਤਖਤ ਤੇ ਉਹ ਬੈਠਾ ਹੈ ਉਹਦੇ ਵਿੱਚ ਇਹ ਸਭ ਤੋਂ ਵੱਡਾ ਗੁਣ ਹੈ, ਉਹਦੇ ਵਰਗਾ ਕੋਈ ਦੂਜਾ ਹੈ ਹੀ ਨਹੀਂ ਤੇ ਨਾ ਕੋਈ ਅੱਗੇ ਨੂੰ ਹੋਣਾ ਹੈ। ਮੈਨੂੰ ਕਿਸ ਗੱਲ ਦਾ ਡਰ? ਨਾ ਉਹਦੇ ਵਰਗਾ ਕੋਈ ਹੈ, ਨਾ ਕੋਈ ਹੋਇਆ ਤੇ ਨਾ ਕੋਈ ਹੋਣਾ ਹੈ। ਫਿਰ ਮੈਨੂੰ ਕਿਸ ਗੱਲ ਦਾ ਡਰ? ਅਸਲ ਵਿੱਚ ਇਹਨਾਂ ਗੱਲਾਂ ਦੀ ਮਨੁੱਖ ਨੂੰ ਸੋਝੀ ਨਹੀਂ ਹੈ। ਇੱਕ ਮੈਂ ਬੇਨਤੀ ਕਰਨ ਲੱਗਾ ਹੱਥ ਜੋੜ ਕੇ। ਮੈਂ ਬੰਬਈ 'ਚ ਦੇਖਿਆ, ਇੱਥੇ ਦਾ ਤਾਂ ਮੈਨੂੰ ਬੜਾ ਪਤਾ ਨਹੀਂ। ਮੈਂ ਹੈਰਾਨ ਹੁੰਦਾ ਕਈ ਵਾਰੀ, ਗੁਰੂ ਨੇ ਉਹਨੂੰ ਕਿੰਨਾ ਸਮਝਾਇਆ ਸਿੱਖ ਨੂੰ। ਦੇਖੋ ਦੂਜਿਆਂ ਲਈ ਮੁਬਾਰਕ, ਉਹਨਾਂ ਨੂੰ ਸਮਝ ਲੱਗੀ ਕੋਈ ਗੱਲ ਨਹੀਂ, ਪਰ ਇੱਕ ਸਿੱਖ ਹੋਵੇ ਤੇ ਗਣੇਸ਼ ਦੀ ਪੂਜਾ ਕਰੇ, ਮੈਨੂੰ ਮਾਫ ਕਰਨਾ, ਇੱਕ ਸਿੱਖ ਹੋਵੇ ਤੇ ਗਣੇਸ਼ ਦੀ ਪੂਜਾ ਕਰੇ। ਸਿੱਖ ਨੂੰ ਨਹੀਂ ਪਤਾ ਰੱਬ ਕੀ ਹੁੰਦਾ ਹੈ। ਸਿੱਖ ਨੂੰ ਨਹੀਂ ਪਤਾ ਵੀ ਮੈਨੂੰ ਇਹ ਗੱਲਾਂ ਸਮਝਾਈਆਂ ਹੋਈਆਂ ਨੇ। ਸਿੱਖ ਨੂੰ ਨਹੀਂ ਪਤਾ ਮੈਂ ਰਹਿਰਾਸ ਕਰਦਾ ਤੇ ਮੈਂ ਰਹਿਰਾਸ ਸਾਹਿਬ ਦੇ ਵਿੱਚ ਰੱਬ ਦੀ ਪਹਿਚਾਣ ਕਰਾਂ। ਸਿੱਖ ਨੂੰ ਨਹੀਂ ਲੋੜ। ਜਿਹੜਾ ਇਹ ਗੱਲ ਕਰਦਾ ਉਹ ਮੇਰੇ ਸਤਿਗੁਰੂ ਦੇ ਘਰ ਦਾ ਦੋਸ਼ੀ ਹੋ ਸਕਦਾ, ਉਹ ਜਾਣ ਬੁੱਝ ਕੇ ਅਣਜਾਣ ਬਣ ਰਿਹਾ। ਨਹੀਂ, ਦੂਜਿਆਂ ਦੀ ਮੁਬਾਰਕ। ਦੇਖੋ ਜੇ ਉਹਨਾਂ ਦੀ ਉਹ ਪੁੱਛਦੇ ਨੇ ਮੁਬਾਰਕ, ਉਹਨਾਂ ਦੀ ਆਪਣੀ ਮਰਜ਼ੀ ਹੈ, ਅਸੀਂ ਕਿਸੇ ਤੇ ਪਾਬੰਦੀ ਨਹੀਂ ਲਾ ਸਕਦੇ।
ਪਰ ਇੱਕ ਸਿੱਖ ਨੂੰ ਪਤਾ ਹੈ ਭਈ ਮੇਰਾ ਰੱਬ ਹੈ ਜਿਹੜਾ ਪਰਮੇਸ਼ਰ ਸਾਰੀ ਦੁਨੀਆ ਦਾ, ਉਹਨੇ ਕਦੇ ਮਰਨਾ ਨਹੀਂ, ਉਹਨੂੰ ਕਦੇ ਸੋਗ ਨਹੀਂ ਹੋਣਾ, ਉਹਨੇ ਕਦੇ ਦਾਤਾ ਦੇਣ ਤੋਂ ਮਨਾ ਨਹੀਂ ਕਰਨਾ, ਉਹਨੇ ਕਦੇ ਉਹ ਜਿਹਾ ਰੱਬ ਵਰਗਾ ਨਾ ਕੋਈ ਹੋਇਆ ਤੇ ਨਾ ਹੀ ਕੋਈ ਅੱਗੇ ਨੂੰ ਹੋਵੇਗਾ, ਉਹਨੇ ਆਪ ਹੀ ਰਹਿਮਤ ਕਰਨੀ ਹੈ ਜੀ। ਜੇ ਵੱਡ ਆਪ ਤੇ ਵੱਡ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ, ਖਸਮ ਵਿਸਾਰਹਿ ਤੇ ਕਮਜਾਤ, ਨਾਨਕ ਨਾਮੈ ਬਾਜ ਸਨਾਤ। ਆਓ ਅਸੀਂ ਗੁਰਬਾਣੀ ਲਿਖਤ ਨੂੰ ਵੀ ਥੋੜਾ ਮਾਣੀਏ। ਜਿੱਥੇ ਸਮਾਪਤੀ ਹੋਈ ਹੈ ਉਹ ਤੋਂ ਬਾਅਦ ਇੱਕ ਅੰਕ ਪਿਆ ਹੋਇਆ 4, 4 ਤੋਂ ਬਾਅਦ ਨਾਲ ਲੱਗਦੇ ਇੱਕ ਹੋਰ ਅੰਕ ਪਿਆ ਹੋਇਆ 3। ਇਹ 2 ਅੰਕ ਇਕੱਠੇ ਕਿਉਂ ਆਏ? ਕਿਉਂਕਿ ਉੱਪਰ ਜਿਹੜੀ ਹੈ ਇੱਕ ਰਹਾਉ ਨਾਲ ਤਾਂ ਹਮੇਸ਼ਾ ਇੱਕ ਆਏਗਾ, ਪਹਿਲਾਂ ਸਾਂਝ ਪਾ ਚੁੱਕੇ ਹਾਂ। ਜਿਹੜਾ ਪਹਿਲਾ 4 ਹੈ ਉਹ ਤੇ ਉਸ ਪਦਿਆਂ ਦੀ ਗਿਣਤੀ ਹੈ, ਜਿਵੇਂ ਉਤ ਭੂਖੈ ਖਾਏ ਚੱਲੀਏ ਦੁਖ, ਇੱਥੇ ਇੱਕ ਅੰਤਰਾ ਸਮਾਪਤ ਹੋਇਆ, ਇੱਕ ਪਦਾ ਸਮਾਪਤ ਹੋਇਆ। ਫਿਰ ਵੱਡਾ ਨਾ ਹੋਵੇ ਘਾਟ ਨਾ ਜਾਏ, ਇੱਥੇ 2 ਅੰਕ ਆਇਆ, ਕੋਈ ਇੱਕ ਤੋਂ ਬਾਅਦ 2 ਆਉਂਦਾ ਹੈ, ਇਹ ਦੂਸਰਾ ਹੈ। ਨਾ ਕੋ ਹੋਆ ਨਾ ਕੋ ਹੋਏ, ਇੱਥੇ 3 ਆਇਆ, ਇਹ ਤੀਜਾ ਹੈ। ਤੇ ਹੁਣ ਅਖੀਰਲਾ ਹੈ ਨਾਨਕ ਨਾਮੈ ਬਾਸਨਾਤ, ਇਹ 4 ਵੀ ਇਸ ਸ਼ਬਦ ਵਿੱਚ ਇੱਕ ਰਹਾਉ ਦੀ ਪੰਕਤੀ ਤੇ 4 ਇਹਦੇ ਪਦੇ ਹਨ। ਜਿਹੜਾ ਅਗਲਾ 3 ਹੈ ਉਹਦਾ ਕੀ ਮਤਲਬ ਹੈ? ਜੇ ਆਪ ਜੀ ਨੂੰ ਤਾਂ ਆਪ ਜੀ ਦਾ ਬੱਚਾ ਹੀ ਪੁੱਛ ਲੈ, ਤੁਹਾਡੇ ਕੋਲ ਜਵਾਬ ਹੋਣਾ ਚਾਹੀਦਾ ਹੈ। ਅਸੀਂ ਕਹਿੰਦੇ ਗੁਰੂ ਹੈ ਗੁਰੂ ਗ੍ਰੰਥ ਸਾਹਿਬ ਜੀ, ਸਾਨੂੰ ਇਹਦੇ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ। ਆਓ ਵਿਚਾਰੀਏ। ਸੋਦਰ ਦਾ ਸਿਰਲੇਖ ਚੱਲ ਰਿਹਾ ਹੈ। ਸੋਦਰ ਦੇ ਸਿਰਲੇਖ ਹੇਠ ਪਹਿਲਾ ਸ਼ਬਦ ਹੈ ਸੋਦਰ ਤੇਰਾ ਕੇਹਾ, ਉੱਥੇ ਇੱਕ ਆਏਗਾ ਅਖੀਰ ਵਿੱਚ ਵੀ, ਇਹਦੇ ਸਿਰਲੇਖ ਹੇਠ ਇੱਕ ਸ਼ਬਦ ਹੋ ਗਿਆ। ਫਿਰ ਸੁਣ ਵੱਡਾ ਆਖੈ ਸਭ ਕੋਏ, ਇਹਦੇ ਅਖੀਰ ਵਿੱਚ ਵੀ 2 ਅੰਕ ਨੇ, ਪਰ ਜਿਹੜਾ ਦੂਜਾ ਅੰਕ ਉੱਥੇ ਲਿਖਿਆ 2, ਪਹਿਲਾਂ ਤਾਂ ਪਦੀਆਂ ਦੀ ਗਿਣਤੀ ਬਿਲਕੁਲ ਇਸੇ ਤਰੀਕੇ ਨਾਲ। 2 ਦਾ ਮਤਲਬ ਹੈ ਵੀ ਸੋਦਰ ਦੇ ਸਿਰਲੇਖ ਹੇਠ ਦੂਜਾ ਸ਼ਬਦ ਹੈ। ਹੁਣ 2 ਤੋਂ ਬਾਅਦ ਫਿਰ ਕੀ ਹੁੰਦਾ ਹੈ? 3 ਵੀ ਆਖਾਂ ਜੀਵਾਂ ਵਿਸਰੈ ਮਰ ਜਾਓ, ਇਹ ਸੋਦਰ ਦੇ ਸਿਰਲੇਖ ਹੇਠ ਕਿੰਨਵਾਂ ਸ਼ਬਦ ਹੈ? ਤੀਜਾ ਸ਼ਬਦ ਹੈ। ਇਸ ਕਰਕੇ ਆ ਲਾਸਟ ਵਾਲਾ 3 ਲਿਖਿਆ ਵੀ ਸੋਦਰ ਦਾ ਸਿਰਲੇਖ ਜਿਹੜਾ ਹੈ ਉਹਦੇ ਵਿੱਚ ਇਹ ਤੀਸਰਾ ਸ਼ਬਦ ਹੈ। ਇਹਦਾ ਮਤਲਬ ਜੋ ਅਗਲਾ ਸ਼ਬਦ ਆਏਗਾ ਹਰ ਕੇ ਜਨ ਸਤਿਗੁਰ ਸਤਿਪੁਰਖਾ, ਉੱਥੇ ਅਖੀਰ 'ਚ ਕੀ ਹੋਏਗਾ ਦੱਸੋ? 4 ਵੀ ਚੌਥਾ ਸ਼ਬਦ ਹੈ। ਸੋ ਇਹ ਗਿਣਤੀ ਬਾਰੇ ਵੀ ਸਾਨੂੰ ਪਤਾ ਹੋਣਾ ਚਾਹੀਦਾ ਹੈ। ਆਓ ਇਹਨੂੰ ਵਿਚਾਰੀਏ। ਸਮਾਂ ਲਗਭਗ ਕਿ ਜ਼ਿਆਦਾ ਹੀ ਹੋ ਗਿਆ, ਸਗੋਂ ਅਸੀਂ ਬੜੇ ਸੰਖੇਪ 'ਚ ਵਿਚਾਰ ਕਰਨੀ ਹੈ। ਹਜ਼ੂਰ ਕਹਿੰਦੇ ਹਨ ਜੇ ਵੱਡ ਆਪ, ਜਿੰਨਾ ਵੱਡਾ ਰੱਬ ਆਪ ਹੈ। ਇਹ ਰੱਬਾ ਜਿੰਨਾ ਵੱਡਾ ਤੂੰ ਆਪ ਹੈ, ਤੇਵੜ ਤੇਰੀ ਦਾਤ, ਤਿੰਨੀ ਵੱਡੀ ਹੀ ਤੇਰੀ ਦਾਤ ਹੈ। ਤੂੰ ਸਾਨੂੰ ਮਨੁੱਖ ਬਣਾ ਦਿੱਤਾ, ਇਨਸਾਨ ਬਣਾ ਦਿੱਤਾ, ਚਾਂਸ ਦੇ ਦਿੱਤਾ ਆਪਣੇ ਆਪ ਨੂੰ ਮਿਲਣ ਦਾ, ਕਿ ਘੱਟ ਵੱਡੀ ਦਾਤ ਹੈ। ਜਿਨ ਦਿਨ ਕਰਕੇ ਕੀਤੀ ਰਾਤ, ਜਿਹਨੇ ਆ ਦਿਨ ਬਣਾ ਕੇ ਫਿਰ ਰਾਤ ਕਰ ਦਿੱਤੀ, ਕਿੱਡੀ ਵੱਡੀ ਦਾਤ ਹੈ। ਜੇ ਦਿਨ ਹੀ ਰਹਿੰਦਾ, ਸੋਚੋ ਦਿਨ ਹੀ ਰਹਿੰਦਾ, ਇਹਦਾ ਕੀ ਮਤਲਬ ਸੀ? ਵੀ ਸੂਰਜ ਇੱਕ ਥਾਂ ਤੇ ਹੈ। ਸੂਰਜ ਇੱਕ ਥਾਂ ਤੇ ਮਤਲਬ ਕੀ ਹੈ? ਧਰਤੀ ਘੁੰਮ ਨਹੀਂ ਰਹੀ, ਧਰਤੀ ਵੀ ਇੱਕ ਥਾਂ ਤੇ ਹੈ, ਮੌਸਮ ਇੱਕੋ ਜਿਹਾ ਹੀ ਹੈ। ਹੁਣ ਗਰਮੀ, ਸਰਦੀ, ਬਰਸਾਤ ਦਾ ਰੁੱਤ, ਬਸੰਤ ਦਾ ਰੁੱਤ, ਇਹਨਾਂ ਰੁੱਤਾਂ ਦੇ ਆਧਾਰ ਦੇ ਉੱਤੇ ਤੇ ਸਾਨੂੰ ਵੱਖ-ਵੱਖ ਭੋਜਨ ਮਿਲ ਰਿਹਾ ਹੈ। ਵੀ ਹੁਣ ਅੰਬਾਂ ਦਾ ਸੀਜ਼ਨ ਹੈ, ਅੰਬ ਲੱਗਣਗੇ। ਹੁਣ ਝੋਨਾ ਲੱਗੇਗਾ, ਚੌਲ ਲੱਗਣਗੇ। ਹੁਣ ਕਣਕ ਹੋਏਗੀ, ਤੇ ਜੇ ਕਿਤੇ ਸਭ ਕੁਝ ਖੜ ਹੀ ਗਿਆ ਇੱਕ ਥਾਂ ਉੱਤੇ, ਫਿਰ ਉਸ ਮੌਸਮ ਵਿੱਚ ਜੋ ਹੋ ਸਕਦਾ ਬਸ ਉਹੀ ਹੋਏਗਾ, ਬਾਕੀ ਚੀਜ਼ਾਂ ਗਈਆਂ। ਕਿੱਡੀ ਵੱਡੀ ਦਾਤ ਹੈ ਜਿਹਨੇ ਆ ਦਿਨ ਰਾਤ ਦਾ ਸਿਸਟਮ ਬਣਾਇਆ। ਇਹ ਸਿਸਟਮ ਕਰਕੇ ਕਿੰਨਾ ਸਾਡੇ ਜੀਵਨ ਵਿੱਚ ਆਨੰਦ ਭਰਿਆ ਹੋਇਆ ਹੈ। ਸੌਣ ਦਾ ਪ੍ਰਬੰਧ ਹੈ, ਇਸ ਜਗਤ ਨੂੰ ਦੇਖਣ ਦਾ, ਮਾਣਨ ਦਾ, ਕੰਮ ਕਰਨ ਦਾ ਸਾਡੇ ਉੱਤੇ ਕਿਰਪਾ ਕੀਤੀ ਮਾਲਕ ਨੇ। ਇਹ ਸਾਨੂੰ ਬਖਸ਼ਿਸ਼ ਕੀਤਾ ਜਿਸ ਨੇ ਦਿਨ ਕਰਕੇ ਰਾਤ ਕੀਤੀ ਹੈ। ਅਗਲੀ ਗੱਲ, ਲੋਕ ਕਹਿੰਦੇ ਨੇ ਕਿ ਸਿੱਖੀ ਵਿੱਚ ਜਾਤ ਪਾਤ ਲਈ ਕੋਈ ਥਾਂ ਹੈ, ਕਿ ਸਿੱਖ ਜਾਤ ਪਾਤ ਨੂੰ ਮੰਨਦਾ ਹੈ। ਤੇ ਮੈਂ ਤੇ ਕਈ ਵਾਰ ਕਹਿੰਦਾ ਹਾਂ ਮੰਨਦਾ ਹੈ, ਪਰ ਉਹ ਦ੍ਰਿਸ਼ਟੀ ਬੜੀ ਆਪਣੀ ਅਲੱਗ ਪ੍ਰਕਾਰ ਦੀ ਹੈ। ਉਹ ਦ੍ਰਿਸ਼ਟੀ ਆ ਹੈ, ਖਸਮ ਵਿਸਾਰੈ ਤੇ ਕਮਜਾਤ। ਜਿਹੜੇ ਖਸਮ ਨੂੰ ਵਿਸਾਰ ਦਿੰਦੇ ਹਨ, ਰੱਬ ਨੂੰ ਭੁਲਾ ਦਿੰਦੇ ਹਨ, ਤੇ ਕਮਜਾਤ ਉਹਨਾਂ ਦੀ ਜਾਤ, ਜੇ ਮੈਂ ਪੰਜਾਬੀ 'ਚ ਸਿੱਧੀ ਬੋਲਾਂ, ਉਹਨਾਂ ਦੀ ਕਮੀਨੀ ਜਾਤ ਹੈ, ਨੀਚ ਜਾਤ ਹੈ। ਹੁਣ ਵੇਖਣਾ ਅਸੀਂ ਸਾਰਿਆਂ ਨੇ ਕਿਤੇ ਸਾਡੀ ਜਾਤ ਆਈ ਤਾਂ ਨਹੀਂ।
ਜੇ ਰੱਬ ਭੁੱਲਿਆ ਹੋਇਆ ਫਿਰ ਆਹੀ ਜਾਤ ਹੈ। ਇਹਦਾ ਮਤਲਬ ਆਪਣੇ ਆਪ ਨੂੰ ਜੱਟ, ਆਪਣੇ ਆਪ ਨੂੰ ਭਾਪਾ, ਆਪਣੇ ਆਪ ਨੂੰ ਸੈਣੀ, ਆਪਣੇ ਆਪ ਨੂੰ ਹੋਰ ਜੋ ਵੀ ਜੇ ਅਸੀਂ ਲਾਉਂਦੇ ਆ ਉਹ ਨਾ ਲਾਇਆ ਕਰੀਏ। ਫਿਰ ਜੇ ਰੱਬ ਭੁੱਲਿਆ ਹੋਇਆ ਹੈ ਫਿਰ ਸਾਡੀ ਜਾਤ ਆਹੀ ਹੈ, ਜੇ ਰੱਬ ਯਾਦ ਹੈ ਫਿਰ ਸਾਡੀ ਜਾਤ ਉੱਚੀ ਹੈ। ਹੁਣ ਜੋ ਗੁਰਬਾਣੀ ਵਿੱਚ ਸਾਨੂੰ ਸੇਧ ਮਿਲੀ ਉੱਧਰ ਤਾਂ ਧਿਆਨ ਨਹੀਂ ਦਿੰਦੇ, ਆਪਣੀਆਂ ਜਾਤਾਂ ਪਿੱਛੇ ਅਸੀਂ ਐਨ ਡਾਂਗ ਸੁੱਟਾ ਹੁੰਦੇ ਰਹਿੰਦੇ, ਲੜਾਈ ਹੁੰਦੀ ਰਹਿੰਦੀ। ਸਾਡੀ ਬਰਾਦਰੀ ਦਾ ਕਬਜ਼ਾ ਹੈ, ਹੁਣ ਸਾਡੀ ਬਰਾਦਰੀ ਦੇ ਲੋਕ ਨੇ। ਗੁਰੂ ਸਾਹਿਬ ਜੀ ਨੇ ਅੰਮ੍ਰਿਤ ਪਾਨ ਕਰਵਾ ਕੇ ਇਹਦੇ ਵਿੱਚੋਂ ਕੱਢਿਆ। ਧੰਨ ਗੁਰੂ ਨਾਨਕ ਦੇਵ ਜੀ ਨੇ ਗੁਰਬਾਣੀ ਦਾ ਅੰਮ੍ਰਿਤ ਦੇ ਕੇ ਇਹਦੇ ਮੇਰ ਤੇਰ ਵਿੱਚੋਂ ਕੱਢ ਦਿੱਤਾ। ਇੱਕ ਓੰਕਾਰ ਸਭ ਤੋਂ ਪਹਿਲਾਂ ਦੇ ਕੇ ਸਮਝਾ ਕੇ ਸਾਨੂੰ ਇਸ ਮੇਰ ਤੇਰ ਚੋਂ ਕੱਢ ਦਿੱਤਾ। ਅਸੀਂ ਮੁੜ ਮੁੜ ਕੇ ਉਸ ਚਿੱਕੜ ਵਿੱਚ ਜਾ ਕੇ ਡਿੱਗਦੇ ਹਾਂ। ਇਸ ਨੂੰ ਧਿਆਨ ਰੱਖੀਏ। ਜਦੋਂ ਹੀ ਰੱਬ ਭੁੱਲੇਗਾ ਸਾਡਾ ਜੀਵਨ ਬਰਬਾਦ ਹੋਏਗਾ। ਹਜ਼ੂਰ ਕਹਿੰਦੇ ਖਸਮ ਵਿਸਾਰੈ ਤੇ ਕਮਜਾਤ ਨਾਨਕ ਨਾਵੇਂ ਬਾਝ ਸਨਾਤ। ਉਹ ਬੰਦੇ ਸਨਾਤ ਮੈਨੇ ਨੀਵੇਂ ਜੀਵਨ ਵਾਲੇ ਬਣ ਜਾਂਦੇ ਹਨ, ਨੀਵੇਂ ਹੋ ਜਾਂਦੇ ਹਨ, ਨੀਚ ਹੋ ਜਾਂਦੇ ਹਨ, ਜਿਹੜੇ ਖਸਮ ਪ੍ਰਭੂ ਨੂੰ ਭੁਲਾ ਦਿੰਦੇ ਹਨ। ਨਾਮ ਤੋਂ ਖੁੰਝੇ ਹੋਏ ਜੀਵ ਨੀਚ ਹਨ। ਗੁਰੂ ਕਿਰਪਾ ਕਰੇ ਅਸੀਂ ਨੀਚ ਨਾ ਰਹੀਏ ਜੀ। ਦੁਨੀਆ ਵਿੱਚ ਹਮੇਸ਼ਾ ਦਾਤ ਦੇਣ ਵਾਲਾ ਥੱਕਦਾ ਹੈ, ਲੈਣ ਵਾਲਿਆਂ ਦੀ ਲੰਮੀ ਲਾਈਨ ਲੱਗੀ ਰਹਿੰਦੀ ਹੈ। ਦਾਤਾਂ ਲੈਣ ਵਾਲਿਆਂ ਦੀ ਲਾਈਨ ਲੱਗੀ ਰਹਿੰਦੀ ਹੈ, ਦਾਤਾਂ ਦੇਣ ਵਾਲਾ ਥੱਕ ਜਾਂਦਾ ਹੈ। ਉਹ ਕਹਿੰਦਾ ਇਸ ਤੋਂ ਉੱਤੇ ਮੇਰੇ ਕੋਲ ਨਹੀਂ। ਪਰ ਸਾਹਿਬ ਕਹਿੰਦੇ ਕਦ ਰੱਬ ਦੇ ਘਰ ਨਹੀਂ ਟੁਕਦੀ। ਇੱਥੇ ਕੀ ਹੈ? ਦੇਂਦਾ ਦੇ ਲੈਂਦੇ ਥੱਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੇ। ਡਾਕਟਰ ਨੇ ਹੀ ਮਨਾ ਕਰ ਦਿੱਤਾ, ਸਰੀਰ ਨੇ ਹੀ ਮਨਾ ਕਰ ਦਿੱਤਾ, ਤੂੰ ਇਸ ਤੋਂ ਵੱਡੀ ਖੁਰਾਕ ਹੁਣ ਨਹੀਂ ਕਰ ਸਕਦਾ ਕਿਉਂਕਿ ਤੂੰ ਬਿਰਧ ਹੋ ਗਿਆ ਮਨਾ, ਹੁਣ ਇਸ ਤੋਂ ਉੱਤੇ ਖੁਰਾਕ ਨਹੀਂ ਕਰ ਸਕਦਾ। ਹੁਣ ਥੱਕਿਆ ਤੇ ਮੈਂ ਹੈ ਨਾ, ਰੱਬ ਤੇ ਨਹੀਂ ਨਾ ਥੱਕਿਆ। ਸਾਹਿਬ ਕਹਿੰਦੇ ਵੀ ਤੁਹਾਨੂੰ ਦਾਤੇ ਦੀ ਪਹਿਚਾਣ ਨਹੀਂ। ਆ ਮੈਂ ਤੁਹਾਨੂੰ ਦਾਤਾ ਮਿਲਾਵਾਂ। ਜੇਵੜ ਆਪ, ਜੇ ਰੱਬ ਦਾ ਅੰਤ ਨਹੀਂ ਨਾ ਆ ਸਕਦਾ, ਤੇਵੜ ਤੇਰੀ ਦਾਤ, ਤੇਰੀ ਦਾਤ ਵੀ ਉੱਡੀ ਵੱਡੀ ਹੈ। ਜਿੱਡਾ ਵੱਡਾ ਤੂੰ ਆਪ ਹੈ ਉੱਡੀ ਵੱਡੀ ਤੇਰੀ ਦਾਤ ਹੈ। ਤੇਰਾ ਅੰਤ ਨਹੀਂ ਤੇ ਤੇਰੀਆਂ ਦਾਤਾਂ ਦਾ ਵੀ ਅੰਤ ਨਹੀਂ ਪੈ ਸਕਦਾ, ਤੇਰੀਆਂ ਦਾਤਾਂ ਦਾ ਕੋਈ ਅੰਤ ਨਹੀਂ ਪਾ ਸਕਦਾ। ਨਿਰੰਕਾਰ ਨੇ ਇੱਕ ਕਿਰਪਾ ਕਰ ਦਿੱਤੀ। ਸਾਹਿਬ ਕਹਿਣ ਲੱਗੇ ਵੀ ਹੋ ਸਕਦਾ ਤੁਹਾਨੂੰ ਬਾਕੀ ਦਾਤਾਂ ਨਾਲ ਕਦੇ ਨਾ ਸਮਝ ਲੱਗੀ ਹੋਵੇ। ਮੈਂ ਤੁਹਾਡੇ ਸਾਹਮਣੇ ਇੱਕ ਨਿੱਕੀ ਜਿਹੀ ਗੱਲ ਰੱਖਣਾ, ਇੱਕ ਨਿੱਕੀ ਜਿਹੀ ਗੱਲ ਰੱਖਣਾ। ਸਤਿਗੁਰਾਂ ਨੇ ਕਿਰਪਾ ਕੀਤੀ, ਕਹਿਣ ਲੱਗੇ ਵੇਖ ਦੁਨੀਆ ਵਿੱਚ ਕਈ ਬੰਦੇ ਨੇ ਜਿਹੜੇ ਪਹਿਨਣ ਲਈ ਮੰਗਦੇ ਹੋਣਗੇ, ਦੁਨੀਆ ਵਿੱਚ ਕਈ ਬੰਦੇ ਨੇ ਜਿਹੜੇ ਖਾਣ ਲਈ ਮੰਗਦੇ ਹੋਣਗੇ, ਪਰ ਇਹ ਤੇ ਕੋਈ ਨਹੀਂ ਨਾ ਮੰਗਦਾ ਵੀ ਰੱਬਾ ਤੂੰ ਦਿਨ ਬਣਾ ਤੇ ਰੱਬਾ ਤੂੰ ਰਾਤ ਬਣਾ। ਕਹਿਣ ਲੱਗੇ ਏਡਾ ਵੱਡਾ ਦਾਤਾ ਹੈ, ਏਡੀ ਵੱਡੀ ਰਹਿਮਤ ਉਹਦੀ। ਉਹਨੇ ਮਨੁੱਖੀ ਜ਼ਿੰਦਗੀ ਨੂੰ ਲੋੜ ਮਹਿਸੂਸ ਕਰਕੇ, ਸੰਸਾਰ ਦੇ ਸਿਲਸਿਲੇ ਨੂੰ ਚੱਲਦਾ ਰੱਖਣ ਕਰਕੇ ਉਹਨੇ ਕਿਰਪਾ ਕਰ ਦਿੱਤੀ, ਸਾਨੂੰ ਦਿਨ ਅਤੇ ਰਾਤ ਦੀਆਂ ਦੋ ਦਾਤਾਂ ਦਿੱਤੀਆਂ ਨੇ। ਇੱਕ ਵਾਰੀ ਫਿਰ ਸਮਝਣਾ, ਮੇਰਾ ਪੱਖ ਦੂਜਾ ਹੀ ਹੈ ਧਾਰਮਿਕ, ਪਰ ਮੈਨੂੰ ਕਈ ਵਾਰੀ ਉਦਾਹਰਨ ਲੈਣੀ ਪੈਂਦੀ ਹੈ। ਤੁਸੀਂ ਅਜੋਕੇ ਸਾਇੰਸਦਾਨਾਂ ਨੂੰ ਕਦੇ ਪੁੱਛੋ ਰਾਤ ਕੀ ਚੀਜ਼ ਹੈ? ਜਿਹੜਾ ਸਾਡਾ ਸਰੀਰ ਹੈ ਨਾ, ਜਦੋਂ ਉਹਦੀ ਨੀਂਦ ਆਉਂਦੀ ਹੈ, ਨੀਂਦ ਕੀ ਚੀਜ਼ ਹੈ? ਨੀਂਦ ਇੱਕ ਅਹਿਸਾਸ ਹੈ। ਸਾਡੀ ਬੋਡੀ ਸਾਨੂੰ ਅਲਾਰਮ ਕਰਦੀ ਹੈ ਵੀ ਇਹਦੇ ਕੰਮ ਕਰ ਕਰਕੇ ਇੰਨੇ ਟਿਸ਼ੂ, ਇੰਨੇ ਸੈੱਲ ਜਿਹੜੇ ਨੇ ਉਹ ਡੈਡ ਹੋ ਚੁੱਕੇ ਨੇ, ਮੈਂ ਇਹਦੀ ਰਿਪੇਅਰ ਕਰਨੀ ਹੈ। ਜਦੋਂ ਤੁਸੀਂ ਸੌਂਦੇ ਹੋ ਨਾ, ਸੌਂਦੇ ਤੇ ਕੀ ਹੁੰਦਾ ਹੈ? ਜਿਹੜੇ ਸੁਪਨੇ ਆਉਂਦੇ ਨੇ ਉਹ ਵੀ ਕੀ ਚੀਜ਼ ਨੇ? ਖਿਆਲ ਕਰਿਓ ਜੇ ਜਦੋਂ ਸਰੀਰ ਇਹ ਸੌਂਦਾ ਹੈ, ਉਦੋਂ ਫਿਰ ਸਰੀਰ ਤੇ ਸੌਂ ਗਿਆ, ਉਦੋਂ ਦਿਲ ਅਤੇ ਦਿਮਾਗ ਦੋਵੇਂ ਨਹੀਂ ਸੌਂਦੇ। ਇਹ ਦੋਵੇਂ ਆਪਣਾ ਕੰਮ ਕਰਦੇ ਨੇ। ਜਿਹੜੀਆਂ ਗੱਲਾਂ ਨੇ ਸਾਰੀ ਦਿਹਾੜੀ ਵੇਖੀਆਂ ਵਿਚਾਰੀਆਂ ਨੇ, ਉਹਨਾਂ ਵਿੱਚੋਂ ਰੱਦੀ ਨੇ ਜਿਹੜੀਆਂ ਉਹ ਬਾਹਰ ਕੱਢ ਦੇਣੀਆਂ ਨੇ, ਜਿਹੜੀਆਂ ਸਾਂਭ ਕੇ ਰੱਖਣੀਆਂ ਨੇ ਅੰਦਰ ਰੱਖ ਲੈਣੀਆਂ ਨੇ। ਜਿਹੜਾ ਸੁਪਨਾ ਆਉਂਦਾ ਉਹ ਵੀ ਜਦੋਂ ਇਹ ਦਿਨ ਦੀਆਂ ਗੱਲਾਂ ਨੂੰ ਕਾਂਟ ਛਾਂਟ ਕਰਦਾ ਤੇ ਉਹਦੇ ਨਾਲ ਕਿਤੇ ਨਾ ਕਿਤੇ ਕਲਿੱਕ ਹੋ ਕੇ ਉਹ ਸੁਪਨਾ ਬਣ ਕੇ ਆ ਜਾਂਦਾ। ਅਸਲ ਵਿੱਚ ਉਹ ਆਪਣੇ ਵਿੱਚੋਂ ਕਾਂਟ ਛਾਂਟ ਕਰ ਰਿਹਾ ਹੁੰਦਾ। ਰਾਤ ਇੱਕ ਬੜੀ ਵੱਡੀ ਰਹਿਮਤ ਹੈ ਸਾਡੀ ਜ਼ਿੰਦਗੀ ਦੇ ਅੰਦਰ। ਅਗਰ ਰਾਤ ਨਾ ਹੋਵੇ, ਮਨੁੱਖ ਆਪਣੇ ਸਰੀਰ ਦਾ, ਆਪਣੇ ਦਿਮਾਗ ਦੀ ਰਿਪੇਅਰ ਨਹੀਂ ਕਰ ਸਕਦਾ ਬਿਨਾਂ ਰੈਸਟ ਕਰਿਆ। ਕਿਉਂਕਿ ਜੇ ਕੰਮ ਕਰਦਾ, ਤੁਸੀਂ ਕਈ ਵਾਰੀ ਦੇਖਿਆ ਹੋਵੇਗਾ ਕੋਈ ਬੰਦਾ ਬਿਮਾਰ ਹੋ ਜਾਏ, ਡਾਕਟਰ ਉਹਨੂੰ ਕਹਿੰਦੇ ਵੀ ਬੈੱਡ ਰੈਸਟ ਕਰਨੀ। ਉਹਦਾ ਮਤਲਬ ਕੀ ਹੈ? ਵੀ ਤੁਸੀਂ ਬੋਡੀ ਨੂੰ ਹੋਰ ਕੋਈ ਕੰਮ ਨਾ ਕਰਨ ਦਿਓ, ਇਹਨੂੰ ਬਿਸਤਰ ਤੇ ਪਾ ਦਿਓ ਤਾਂ ਕਿ ਸਾਰੇ ਦਾ ਸਾਰਾ ਜ਼ੋਰ ਹੈ ਨਾ ਆਪਣਾ ਉਹ ਇਹਦੇ ਸਰੀਰ ਨੂੰ ਠੀਕ ਕਰਨ ਤੇ ਲਾ ਦੇਵੇ, ਤੇ ਰਿਪੇਅਰ ਕਰਨ ਤੇ ਲਾ ਦੇਵੇ, ਇਹਨੂੰ ਹੋਰ ਕੋਈ ਖੇਚਣ ਨਾ ਹੋਵੇ। ਰੱਬ ਦੀਆਂ ਅਗੰਮੀ ਦਾਤਾਂ ਨੇ ਜਿਹਨੂੰ ਸਾਇੰਸਦਾਨ ਖੋਲ ਖੋਲ ਕੇ ਦੱਸਦੇ ਨੇ। ਜੇ ਰਾਤ ਨਾ ਹੋਵੇ
ਤੇ ਮਨੁੱਖ ਦੀ ਜ਼ਿੰਦਗੀ ਬਹੁਤ ਥੋੜੇ ਸਮੇਂ ਦੀ ਰਹਿ ਜਾਏਗੀ, ਕਿਉਂਕਿ ਇਹਨੇ ਰੈਸਟ ਨਹੀਂ ਕਰਨੀ, ਇਹਨੂੰ ਪਤਾ ਨਹੀਂ ਲੱਗੇਗਾ ਇਸ ਗੱਲ ਦਾ। ਤੇ ਰੱਬ ਨੇ ਕਿੱਡੀ ਵੱਡੀ ਕਿਰਪਾ ਕੀਤੀ ਹੈ। ਬਹੁਤਾਤ ਚੀਜ਼ਾਂ ਨੇ ਜਿਹੜੀਆਂ ਰਾਤ ਨਾਲ ਸੰਬੰਧਿਤ ਨੇ, ਬਹੁਤਾਤ ਚੀਜ਼ਾਂ ਨੇ ਜਿਹੜੀਆਂ ਦਿਨ ਨਾਲ ਸੰਬੰਧਿਤ ਨੇ। ਆਪਣੇ ਕੋਲ ਇੰਨਾ ਸਮਾਂ ਨਹੀਂ ਹੈ। ਮਾਲਕ ਨੇ ਕਿਰਪਾ ਕੀਤੀ, ਕਹਿਣ ਲੱਗੇ ਇਹ ਤੇ ਕੋਈ ਨਹੀਂ ਨਾ ਮੰਗਦਾ ਵੇਖਿਆ ਦੁਨੀਆ ਵਿੱਚ ਵੀ ਰੱਬਾ ਤੂੰ ਰਾਤ ਬਣਾ ਤੇ ਦਿਨ ਬਣਾ। ਉਹ ਇਤਨਾ ਵੱਡਾ ਚੰਗਾ ਦਾਤਾ ਹੈ, ਉਹਦੀ ਦਾਤ ਦਾ ਕੋਈ ਅੰਤ ਨਹੀਂ ਪਾ ਸਕਦਾ। ਉਹਨੇ ਦਿਨ ਅਤੇ ਰਾਤ ਬਣਾ ਕੇ ਮਨੁੱਖ ਦੀ ਜ਼ਿੰਦਗੀ ਦੇ ਵਿੱਚ ਇੱਕ ਬੜੀ ਵੱਡੀ ਕਿਰਪਾ ਕਰ ਦਿੱਤੀ। ਹੁਣ ਇੱਕ ਗੱਲ ਖਿਆਲ ਕਰਿਓ, ਦੁਨੀਆ ਵਿੱਚ ਸ਼ਾਇਦ ਮੇਰੀ ਸੋਚ ਹੈ, ਹੋ ਸਕਦਾ ਹੈ ਕੋਈ ਹੋਵੇ, ਕੋਈ ਮਾਂ ਅਜਿਹੀ ਨਹੀਂ ਹੋਵੇਗੀ ਜਿਹੜੀ ਕਹਿੰਦੀ ਹੋਵੇ ਵੀ ਰੱਬਾ ਤੂੰ ਕਿਰਪਾ ਕਰੀ ਮੇਰੇ ਪੁੱਤ ਨੂੰ ਨੀਚ ਬਣਾਈ। ਦੁਨੀਆ 'ਚ ਕੋਈ ਪਿਤਾ ਨਹੀਂ ਹੋਵੇਗਾ ਜਿਹੜਾ ਇੱਕ ਕਹਿੰਦਾ ਹੋਵੇ ਵੀ ਮੇਰੇ ਪੁੱਤ ਨੂੰ ਤੂੰ ਗੰਦੇ ਤੋਂ ਗੰਦਾ ਬਣਾਈ, ਮੇਰੀ ਧੀ ਨੂੰ ਤੂੰ ਬਹੁਤ ਗੰਦੀ ਬਣਾਈ। ਨਹੀਂ, ਹਰ ਮਾਂ ਬਾਪ ਆਸ ਰੱਖਦੇ ਨੇ ਮੇਰਾ ਧੀ ਪੁੱਤ ਜਿਹੜਾ ਨਾ ਬਹੁਤ ਚੰਗਾ ਹੋਵੇ। ਹਜ਼ੂਰ ਕਹਿਣ ਲੱਗੇ ਪੁੱਤਰ ਵੇਖੀ ਕਿਤੇ ਤੇਰੀ ਜ਼ਾਤ ਕੋਈ ਹੋਰ ਹੈ ਤੇ ਤੂੰ ਨੀਵੀਂ ਜਾਤ ਦਾ ਬਣ ਨਾ ਜਾਈ। ਹਜ਼ੂਰ ਉਹ ਕਿਵੇਂ? ਮਾਲਕ ਆਖਦੇ ਨੇ ਕਰਤੂਤ ਪਸ਼ੂ ਕੀ। ਤੇਰੀ ਜੇ ਜ਼ਾਤ ਮਨੁੱਖਾਂ ਵਾਲੀ ਹੈ ਨਾ ਤਾਂ ਤੇਰੇ ਕੰਮ ਵੀ ਮਨੁੱਖਾਂ ਵਾਲੇ ਹੋਣ। ਕਿਤੇ ਜ਼ਾਤ ਤੇਰੀ ਮਨੁੱਖਾਂ ਵਾਲੀ ਹੈ ਤੇ ਕੰਮ ਤੇਰੇ ਪਸ਼ੂਆਂ ਵਾਲੇ ਹੋਏ, ਫਿਰ ਸੱਚ ਕਰਕੇ ਜਾਣੀ ਮੈਨੂੰ ਕਹਿਣਾ ਪਵੇਗਾ ਭਈ ਨਹੀਂ ਤੂੰ ਜ਼ਾਤ ਮਨੁੱਖਾਂ ਵਾਲੀ ਲਈ ਬੈਠਾ ਪਰ ਤੇਰੇ ਕਰਮ ਬੜੇ ਨੀਚ ਨੇ। ਨੀਚ ਕਰਮਾਂ ਨੇ ਤੈਨੂੰ ਨੀਚ ਕਰ ਦਿੱਤਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਬੜੀ ਵੱਡੀ ਕਿਰਪਾ ਕੀਤੀ, ਬਖਸ਼ਿਸ਼ ਕੀਤੀ ਸਾਨੂੰ ਇੱਕ ਲਾਇਕ ਧੀ ਪੁੱਤਰ ਬਣਾਉਣ ਵਾਸਤੇ। ਹਜ਼ੂਰ ਆਖਦੇ ਨੇ, ਕਹਿਣ ਲੱਗੇ ਖਸਮ ਵਿਸਾਰੇ ਤੇ ਕਮ ਜਾਤ। ਉਹ ਲੋਕ ਭੈੜੀ ਜਾਤ ਵਾਲੇ ਨੇ ਜਿਹੜੇ ਆਪਣੇ ਮਾਲਕ ਨੂੰ ਭੁਲਾ ਦਿੰਦੇ ਨੇ, ਜਿਹੜੇ ਮਾਲਕ ਦੇ ਚਰਨਾਂ ਵਿੱਚ ਟੁੱਟ ਜਾਂਦੇ ਨੇ। ਨਾਨਕ ਨਾਵੇਂ ਬਾਅਦ ਸੁਣਾ, ਦੋਨਾਂ ਸ਼ਬਦਾਂ ਨੂੰ ਕੱਲੇ ਕੱਲੇ ਕਰਕੇ ਪੜ੍ਹਨਾ ਤਾਂ ਕਿ ਇਸ ਗੱਲ ਸਪਸ਼ਟ ਹੋ ਜਾਏ। ਨਾਮ ਤੋਂ ਵੀ ਹੋਣਾ ਮਨੁੱਖ ਭਾਵੇਂ ਕਿਸੇ ਵੀ ਉੱਚੀ ਕੁੱਲ ਵਿੱਚ ਜਨਮ ਲੈਣ ਵਾਲਾ ਹੋਵੇ, ਜੇ ਉਹਦੇ ਅੰਦਰ ਪਰਮੇਸ਼ਰ ਦੀ ਯਾਦ ਨਹੀਂ ਤੇ ਉਹ ਨੀਵੀਂ ਜਾਤ ਵਾਲਾ ਹੀ ਰੱਬ ਦੀਆਂ ਨਜ਼ਰਾਂ ਵਿੱਚ ਵਿਚਾਰਿਆ ਜਾਏਗਾ। ਗੁਰੂ ਕਿਰਪਾ ਕਰੇ, ਬਖਸ਼ਿਸ਼ ਕਰੇ। ਇਹ ਰਹਿਰਾਸ ਸਾਹਿਬ ਦੀ ਬਾਣੀ ਸਾਡੇ ਕਿਤੇ ਹਿਰਦੇ ਦੀ ਦੁਨੀਆ ਵਿੱਚ ਸ਼ਾਮਲ ਹੋ ਜਾਏ। ਇਸ ਸ਼ਬਦ ਨੇ ਹੀ ਗੁਰ ਕਾ ਬਚਨ ਬਸੈ ਜੀ ਨਾਲੇ, ਜਦ ਨਹੀਂ ਡੂਬੇ ਤਸਕਰ ਨਹੀਂ ਲੇਵੇ, ਪਾਹੀ ਨਾ ਸਕੈ ਚਾਲੇ। ਸਾਡੀ ਜ਼ਿੰਦਗੀ ਦੀ ਪੂੰਜੀ ਬਣ ਜਾਣੀ ਹੈ। ਬੇਅੰਤ ਪ੍ਰਕਾਰ ਦੀਆਂ ਭੁੱਲਾਂ ਨੂੰ ਨਾ ਚਿਤਾਰਦੇ ਹੋਏ ਅਦਬ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ।